कोई बात नहीं। कराओ, ज्वाइनिंग कराओ, इवेंट हॉल लगाओ। हाँ जी, लेट अस स्टार्ट। सत श्री अकाल सर। सत श्री अकाल जी, सत श्री अकाल, सत श्री अकाल जी। सत श्री अकाल जी। टुडे we will discuss paper number 5. सत श्री अकाल सर। सत श्री अकाल, सत श्री अकाल। Today we will discuss paper number 5 IPC, Indian Penal Code, Indian Penal Code 1860, paper number 5, from section 2 to 1, from section 2 to 1, अपनी बुक्स निकालो जी, from section 2 to 1, 221। ਆਪਾਂ 220 ਸੈਕਸ਼ਨ ਤੱਕ ਪੜਿਆ ਸੀਗਾ। ਅੱਜ ਅਸੀਂ ਸਟਾਰਟ ਕਰਾਂਗੇ 221 ਸੈਕਸ਼ਨ ਤੋਂ। What is section 2 to 1? Intentional omission to apprehend on the part of public servant. Intentional omission to apprehend on the part of public servant bound to be apprehend. ਕਿਸੇ ਵਿਅਕਤੀ ਨੂੰ ਕੋਈ ਪਕੜ ਕੇ ਰੱਖਣ ਦੀ ਕੋਈ ਜ਼ਿੰਮੇਵਾਰੀ ਹੋਵੇ ਕਿਸੇ ਸਰਕਾਰੀ ਆਫੀਸਰ ਦੀ, ਮੁਲਾਜ਼ਮ ਦੀ, ਠੀਕ ਹੈ, ਪਰ ਉਹ ਆਪਣੀ ਜ਼ਿੰਮੇਵਾਰੀ ਪ੍ਰੋਪਰ ਤਰੀਕੇ ਨਾਲ ਨਾ ਨਿਭਾਵੇ। ਯਾਨੀ ਕਿ ਜਿਹੜਾ ਦੋਸ਼ੀ ਹੈਗਾ, ਜਿਹੜਾ ਅਫੈਂਡਰ ਹੈਗਾ, ਮੁਜਰਮ ਹੈਗਾ, ਉਸ ਨੂੰ ਪਕੜ ਕੇ ਰੱਖਣ ਦੀ ਜ਼ਿੰਮੇਵਾਰੀ ਸੀਗੀ, ਪਰ ਉਹਦੀ ਭੱਜਣ ਦੇ ਵਿੱਚ ਸਹਾਇਤਾ ਕਰ ਦੇਵੇ। ਉਲਟਾ ਆਪਣੀ ਜਿਹੜੀ ਹੈਗੀ ਹੈ ਜ਼ਿੰਮੇਵਾਰੀ ਹੈ ਉਹ ਨਾ ਨਿਭਾਵੇ। ਹੂ ਬੀਇੰਗ ਏ ਪਬਲਿਕ ਸਰਵੈਂਟ ਲੀਗਲੀ ਬਾਉਂਡ ਟੂ ਐਪਰੀਹੈਂਡ, ਲੀਗਲੀ ਬਾਉਂਡ ਹੈਗਾ ਉਹ ਪਕੜ ਕੇ ਰੱਖਣ ਦਾ, ਅਰੈਸਟ ਕਰਕੇ ਰੱਖਣ ਦਾ। ਐਨੀ ਪਰਸਨ ਔਰ ਟੂ ਕੀਪ ਇਨ ਕਨਫਾਈਨਮੈਂਟ, ਆਪਣੀ ਜਿਹੜੀ ਹੈਗੀ ਆ ਉਸ ਨੂੰ ਆਪਣੀ ਜ਼ਿੰਮੇਵਾਰੀ ਦੇ ਵਿੱਚ, ਉਸ ਦੀ ਕਨਫਾਈਨਮੈਂਟ ਦੀ ਜ਼ਿੰਮੇਵਾਰੀ ਉਹਦੀ ਬਣਦੀ ਹੈ ਵੀ ਉਹਨੂੰ ਕਿਤੇ ਜਾਣ ਨਾ ਦੇਵੇ, ਪਕੜ ਕੇ ਰੱਖੇ ਆਪਦੇ ਅਧਿਕਾਰ ਖੇਤਰ ਦੇ ਵਿੱਚ, ਜਿੱਥੇ ਵੀ ਉਹਦੀ ਕਿਤੇ ਡਿਊਟੀ ਲੱਗੀ ਵੀ ਹੈਗੀ ਹੈ, ਚਾਹੇ ਉਹ ਥਾਣੇ ਦੇ ਵਿੱਚ ਹੋਵੇ, ਚਾਹੇ ਥਾਣੇ ਤੋਂ ਬਾਹਰ ਹੋਵੇ, ਚਾਹੇ ਕਿਤੇ ਪੇਸ਼ੀ ਤੇ ਲੈ ਕੇ ਜਾ ਰਿਹਾ ਹੋਵੇ, ਚਾਹੇ ਪੇਸ਼ੀ ਤੇ ਜਾ ਕੇ ਕਚਹਿਰੀ ਦੇ ਵਿੱਚ ਹੋਵੇ, ਠੀਕ ਹੈ, ਉਹਦੀ ਰਿਸਪੌਂਸਿਬਿਲਿਟੀ ਹੋਵੇ ਉਸ ਦੋਸ਼ੀ ਨੂੰ ਪਕੜ ਕੇ ਰੱਖਣ ਦੀ। ਚਾਰਜ ਵਿਦ ਐਨ ਅਫੈਂਸ, ਜਿਹਦੇ ਉੱਪਰ ਕੋਈ ਚਾਰਜ ਲੱਗਿਆ ਹੋਇਆ ਹੋਵੇ, ਕੋਈ ਦੋਸ਼ ਲੱਗਿਆ ਹੋਇਆ ਹੋਵੇ, ਉਹਨੂੰ ਕਨਵਿਕਸ਼ਨ ਨਾ ਹੋਈ ਹੋਵੇ ਜੇ ਫਿਲਹਾਲ, ਉਹਦੇ ਉੱਤੇ ਜੇ ਦੋਸ਼ ਲੱਗਿਆ ਹੋਇਆ ਹੋਵੇ, ਕੋਰਟ ਦੇ ਵਿੱਚ ਪੇਸ਼ ਕਰਨ ਵੇਲੇ ਜਦੋਂ ਆਪਾਂ ਚਾਰਜ ਫਰੇਮ ਕਰਦੇ ਹਾਂ, ਕਿਸੇ ਕੋਰਟ ਜਾ ਕੇ ਪੇਸ਼ੀ ਭੁਗਤਾਨ ਲਈ ਕਿਸੇ ਮੁਜਰਮ ਨੂੰ ਲੈ ਕੇ ਜਾਂਦੇ ਹਾਂ, ਉਸ ਸਮੇਂ ਦੇ ਦੌਰਾਨ ਜਿਹੜਾ ਵਿਅਕਤੀ ਜਿਹੜਾ ਕੋਈ ਪਬਲਿਕ ਆਫੀਸਰ, ਕੋਈ ਕਨਸਟੇਬਲ, ਕੋਈ ਹੌਲਦਾਰ, ਠੀਕ ਹੈ, ਕੋਈ ਵੀ ਪੁਲਿਸ ਅਧਿਕਾਰੀ ਕੋਈ ਲੈ ਕੇ ਜਾ ਰਿਹਾ ਹੈ, ਜਿਹਦੀ ਜ਼ਿੰਮੇਵਾਰੀ ਬਣਦੀ ਹੈ ਵੀ ਉਸ ਜਿਹੜਾ ਦੋਸ਼ੀ ਹੈਗਾ, ਦੋਸ਼ੀ ਸਸਪੈਕਟਡ ਦੋਸ਼ੀ ਕਹਾਂਗੇ ਇੱਥੇ, ਉਸਨੂੰ ਦੋਸ਼ੀ ਤਾਂ ਤਦ ਬਣਦਾ ਜਦੋਂ ਕੋਈ ਵਿਅਕਤੀ ਜਦੋਂ ਕਨਵਿਕਸ਼ਨ ਹੋ ਜਾਂਦੀ ਹੈ ਉਹਨੂੰ ਕੋਰਟ ਵੱਲੋਂ, ਸਸਪੈਕਟਡ ਦੋਸ਼ੀ ਜਿਹਦੇ ਉੱਪਰ ਇਹਦੇ ਚਾਰਜ ਫਰੇਮ ਹੋਏ ਹੋਏ ਹੈਗੇ ਆ, ਠੀਕ ਹੈ, ਇੰਟੈਂਸ਼ਨਲੀ ਓਮਿਟਸ ਟੂ ਐਪਰੀਹੈਂਡ ਐਸਕੇਪ, ਉਹਨੂੰ ਜਾਣਬੁੱਝ ਕੇ ਆਪਦੇ ਇਰਾਦੇ ਦੇ ਨਾਲ ਉਹਨੂੰ ਐਸਕੇਪ ਹੋਣ ਦੇਵੇ, ਉਹਨੂੰ ਦੌੜ ਜਾਣ ਦੇਵੇ, ਭੱਜ ਜਾਣ ਦੇਵੇ ਪੁਲਿਸ ਦੀ ਕਸਟਡੀ ਦੇ ਵਿੱਚੋਂ। ਏਡਸ ਇਨ ਐਸਕੇਪਿੰਗ, ਜਾਂ ਉਹਦੀ ਹੈਲਪ ਕਰੇ, ਉਹਨੂੰ ਭੱਜਣ ਦੇ ਵਿੱਚ ਉਹਦੀ ਸਹਾਇਤਾ ਕਰੇ, ਔਰ ਅਟੈਂਪਟਿੰਗ ਟੂ ਐਸਕੇਪ, ਕੋਸ਼ਿਸ਼ ਕਰੇ ਭੱਜਣ ਦੇ ਵਿੱਚ ਉਹਦੀ, ਬੇਸ਼ੱਕ ਕੋਸ਼ਿਸ਼ ਨਾ ਹੋ ਸਕੇ, ਬੇਸ਼ੱਕ ਉਹ ਭੱਜ ਨਾ ਸਕੇ, ਪਰ ਉਹਦਾ ਇਰਾਦਾ ਪੂਰਾ ਹੋਵੇ ਵੀ ਇਹ ਬੰਦਾ ਜਿਹੜਾ ਦੋਸ਼ੀ ਹੈਗਾ, ਇਹ ਜਿਹੜਾ ਮੁਜਰਮ ਹੈਗਾ ਜਿਹਦੇ ਉੱਪਰ ਚਾਰਜ ਲੱਗੇ ਹੋਏ ਹੈ, ਇਹ ਦੌੜ ਜੇ ਫਰੋਮ ਦਾ ਕਨਫਾਈਨਮੈਂਟ, ਉਹਦੀ ਕਸਟਡੀ ਦੇ ਵਿੱਚੋਂ ਦੌੜ ਜਾਵੇ। ਸ਼ੈਲ ਬੀ ਪੁਨਿਸ਼ਡ ਐਟ ਫੋਲੋ, ਤਾਂ ਉਹਨੂੰ ਕਿੰਨੀ ਸਜ਼ਾ ਹੋ ਸਕਦੀ ਹੈ। ਉਸ ਜਿਹੜਾ ਪਬਲਿਕ ਸਰਵੈਂਟ ਹੈਗਾ, ਚਾਹੇ ਉਹ ਮੇ ਵੀ ਪੁਲਿਸ ਆਫੀਸਰ ਹੋਵੇ, ਪੁਲਿਸ ਅਧਿਕਾਰੀ ਹੋਵੇ, ਪੁਲਿਸ ਕਰਮਚਾਰੀ ਹੋਵੇ, ਜਾਂ ਕੋਈ ਹੋਰ ਆਫੀਸਰ ਹੋਵੇ, ਤਾਂ ਉਹਨੂੰ ਸਜ਼ਾ ਕਿੰਨੀ ਹੋ ਸਕਦੀ ਹੈ? 7 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ ਉਸਨੂੰ। ਉਹਨੂੰ 7 ਸਾਲ ਦੀ ਸਜ਼ਾ ਕਦੋਂ ਹੋ ਸਕਦੀ ਹੈ? ਜੇਕਰ ਉਹ ਜਿਹੜਾ ਮੁਜਰਮ ਸੀਗਾ, ਸਸਪੈਕਟਿਵ ਮੁਜਰਮ ਸੀਗਾ, ਜੇਕਰ ਉਹਦਾ ਉੱਪਰ ਕੋਈ ਐਸਾ ਅਫੈਂਸ ਹੋਵੇ ਜਿਹਦੀ ਸਜ਼ਾ ਮੌਤ ਹੋ ਸਕਦੀ ਹੋਵੇ, ਜਿਹੜਾ ਅਫੈਂਡਰ ਹੈਗਾ, ਠੀਕ ਹੈ, ਜਿਹਦੀ ਉਹ ਹੈਲਪ ਕਰ ਰਿਹਾ ਹੈ ਜਾਣਬੁੱਝ ਕੇ ਭਜਾਉਣ ਦੀ, ਤਾਂ ਜੇਕਰ ਉਹ ਜਿਹੜਾ ਦੋਸ਼ੀ ਹੈਗਾ ਜਿਹਦੇ ਉੱਪਰ ਚਾਰਜ ਲੱਗਿਆ ਹੈ, ਮੌਤ ਦਾ ਚਾਰਜ ਲੱਗਿਆ ਹੋਇਆ ਹੋਵੇ, ਉਹਦੀ ਸਜ਼ਾ ਉਸ ਨੂੰ ਮੌਤ ਹੋ ਸਕਦੀ ਹੋਵੇ,
ਜੇ ਉਸ ਅਫੈਂਡਰ ਨੂੰ ਮੌਤ ਦੀ ਸਜ਼ਾ ਹੋ ਸਕਦੀ ਹੋਵੇ ਤਾਂ ਜਿਹੜਾ ਪਬਲਿਕ ਡਿਊਟੀ ਦੇ ਆਫੀਸਰ ਉਹਦੀ ਹੈਲਪ ਕਰ ਰਿਹਾ ਹੈ ਤਾਂ ਉਸ ਨੂੰ 7 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ ਔਰ ਵਿਦ ਫਾਈਨ ਨਾਲ ਜੁਰਮਾਨਾ ਵੀ ਕੀਤਾ ਜਾ ਸਕਦਾ ਹੈ। ਫਾਈਨ ਦੇ ਨਾਲ ਸਜ਼ਾ ਦੇ ਨਾਲ ਜੁਰਮਾਨਾ ਵੀ ਕੀਤਾ ਜਾ ਸਕਦਾ ਹੈ। ਪਰ ਜੇਕਰ ਦੂਜੀ ਗੱਲ ਕੀਤੀ ਹੈ, ਪਰ ਜੇਕਰ ਜਿਹੜਾ ਅਫੈਂਡਰ ਹੈਗਾ ਜਿਹਨੇ ਅਫੈਂਸ ਕਮਿਟ ਕੀਤਾ ਹੋਇਆ ਹੈ, ਜੇਕਰ ਉਹਨੂੰ ਲਾਈਫ ਦੀ ਸਜ਼ਾ ਹੋ ਸਕਦੀ ਹੋਵੇ, ਉਮਰ ਕੈਦ ਦੀ ਸਜ਼ਾ ਹੋ ਸਕਦੀ ਹੋਵੇ ਜਾਂ ਉਹਦੀ ਜਿਹੜੀ ਸਜ਼ਾ ਹੈਗੀ ਹੈ 10 ਸਾਲ ਤੱਕ ਦੀ ਹੋ ਸਕਦੀ ਹੋਵੇ ਉਸਨੂੰ, ਤਾਂ ਜਿਹੜਾ ਦੋਸ਼ ਹੈਗਾ ਤਾਂ ਜਿਹੜਾ ਇਹ ਪਬਲਿਕ ਸਰਵੈਂਟ ਹੈਗਾ ਤਾਂ ਜਿਹੜੀ ਉਹਦੀ ਸਜ਼ਾ ਘੱਟ ਕੇ 3 ਸਾਲ ਤੱਕ ਦੀ ਰਹਿ ਜਾਂਦੀ ਹੈ ਵਿਦ ਫਾਈਨ ਆਲਸੋ। ਦੁਬਾਰਾ ਰਿਪੀਟ ਕਰਦਾ, ਜੇਕਰ ਜਿਹੜਾ ਅਫੈਂਡਰ ਹੈਗਾ ਜਿਸਨੇ ਅਫੈਂਸ ਕਮਿਟ ਕੀਤਾ ਹੈ, ਜੇਕਰ ਉਹਨੇ ਐਸਾ ਅਫੈਂਸ ਕਮਿਟ ਕੀਤਾ ਹੈ ਉਹਨੂੰ ਮੌਤ ਦੀ ਸਜ਼ਾ ਹੋ ਸਕਦੀ ਹੈ ਤਾਂ ਹੈਲਪ ਕਰਨ ਵਾਲੇ ਪਬਲਿਕ ਸਰਵੈਂਟ ਨੂੰ ਸਜ਼ਾ ਹੋ ਸਕਦੀ ਹੈ 7 ਸਾਲ ਤੱਕ ਦੀ। ਜੇਕਰ ਅਫੈਂਸ ਕਮਿਟ ਕਰਨ ਵਾਲੇ ਦੋਸ਼ੀ ਨੂੰ ਸਜ਼ਾ ਉਮਰ ਕੈਦ ਹੋ ਸਕਦੀ ਹੈ ਜਾਂ 10 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ ਤਾਂ ਜਿਹੜਾ ਇਹ ਪਬਲਿਕ ਸਰਵੈਂਟ ਹੈਗਾ ਤਾਂ ਉਸ ਨੂੰ 3 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ। ਇਸੇ ਤਰ੍ਹਾਂ ਜੇਕਰ ਉਹਨੂੰ ਜਿਹੜੀ ਸਜ਼ਾ ਹੈਗੀ ਆ ਅਫੈਂਡਰ ਨੂੰ ਜਿਹਨੇ ਅਫੈਂਸ ਕਮਿਟ ਕੀਤਾ ਹੈ, ਜਿਹੜਾ ਦੌੜਨ ਦੀ ਕੋਸ਼ਿਸ਼ ਕਰ ਰਿਹਾ ਜਾਂ ਦੌੜ ਗਿਆ, ਜੇਕਰ ਉਹਦੀ ਜਿਹੜੀ ਸਜ਼ਾ ਹੈਗੀ ਹੈ ਉਹ ਉਸ ਐਸਾ ਅਫੈਂਸ ਕਮਿਟ ਕੀਤਾ ਹੈ ਜਿਹਦੀ ਸਜ਼ਾ ਹੈਗੀ 10 ਸਾਲ ਤੋਂ ਘੱਟ ਹੈਗੀ ਹੈ, 10 ਸਾਲ ਤੋਂ ਵੱਧ ਸਜ਼ਾ ਨਹੀਂ ਹੋ ਸਕਦੀ, ਤਾਂ ਉਸੇ ਕੇਸ ਦੇ ਵਿੱਚ ਜਿਹੜਾ ਇਹ ਪਬਲਿਕ ਸਰਵੈਂਟ ਹੈਗਾ ਜਿਹੜਾ ਉਹਦੀ ਹੈਲਪ ਕਰ ਰਿਹਾ ਹੈਗਾ ਤਾਂ ਉਸ ਨੂੰ 2 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ ਵਿਦ ਫਾਈਨ ਵੀ ਹੋ ਸਕਦਾ ਹੈ। क्लियर है जी। नेक्स्ट वी विल डिस्कस सेक्शन नंबर 222 इंटेंशनल ओमिशन टू एप्रीहेंड ऑन द पार्ट ऑफ पब्लिक सर्वेंट बाउंड टू एप्रीहेंड पर्सन अंडर सेंटेंस और लॉफुली कमिटेड। देखो ऊपर आप गल की सी सैक्शन 221 की थोड़ा फर्क हैगा, बिल्कुल मामूली फर्क है, एक वर्ड का फर्क हैगा। उपर तो लग्या है उहदे उपर चार्ज जिहड़ा जिस व्यक्ति ने ऑफेंस कमिट किया सीगा उत्थे सैक्शन 221 च लग्या सी उहदे ते चार्ज, इत्थे 222 दे विच उहनूं कन्विक्शन होई भी है, सज़ा होई भी है। ठीक है, उस दोषी नूं पकड़ के रखण दी जिम्मेवारी जिस अधिकारी दी ऑफिसर दी हैगी है, पब्लिक सर्वेंट दी हैगी है, वो अपनी इंटेंशनल जानबूझ के ओमिशन करता हैगा, जानबूझ के चुप करता है, इधर उधर करता है मूँह तां कि दौड़ जाए। ठीक है, ਉਹਦੀ ਹੈਲਪ ਕਰਦਾ ਹੈ, ਉਹਨੂੰ ਦੌੜਨ ਦੇ ਵਿੱਚ ਹੈਲਪ ਕਰਦਾ ਹੈਗਾ, ਭੱਜਣ 'ਚ ਮਤਲਬ ਕਿ ਹੈਲਪ ਕਰਦਾ ਹੈ, ਅਟੈਂਪਟ ਕਰਦਾ ਹੈ, ਜਿਵੇਂ ਕਿ ਉੱਪਰਲੇ 221 ਦੇ 'ਚ ਆਪਾਂ ਪੜ੍ਹ ਕੇ ਹਟੇ ਹਾਂ, ਸਾਰੀਆਂ ਕੋਸ਼ਿਸ਼ਾਂ ਕਰਦਾ ਹੈ ਤਾਂ ਕਿ ਉਹ ਬੰਦਾ ਦੌੜ ਜਾਵੇ ਉਹਦੀ ਕਸਟਡੀ ਦੇ ਵਿੱਚੋਂ, ਪਰ ਉਹਦੀ ਜ਼ਿੰਮੇਵਾਰੀ ਬਣਦੀ ਹੈ ਉਹਨੂੰ ਕਸਟਡੀ ਕਰਕੇ ਰੱਖਣ ਦੀ, ਉਹਨੂੰ ਫੜ ਕੇ ਰੱਖਣ ਦੀ, ਉਹਨੂੰ ਕਨਫਾਈਨਮੈਂਟ ਕਰਕੇ ਰੱਖਣ ਦੀ ਉਹਦੀ ਜ਼ਿੰਮੇਵਾਰੀ ਬਣ ਜਾਂਦੀ ਹੈ। ਠੀਕ ਹੈ, ਪਰ ਉਹ ਜਿਹੜਾ ਵਿਅਕਤੀ ਹੈ ਉਹਦੀ ਹੈਲਪ ਕਰਦਾ, ਉਲਟਾ ਪਕੜ ਕੇ ਰੱਖਣ ਦੀ ਬਜਾਏ ਉਹਦੀ ਦੌੜਨ ਦੇ ਵਿੱਚ ਹੈਲਪ ਕਰਦਾ ਹੈ। ਤਾਂ ਅਜਿਹੇ ਕੇਸ ਦੇ ਵਿੱਚ ਜਿਹੜੀ ਸਜ਼ਾ ਹੈਗੀ ਹੈ, ਜੇਕਰ ਜਿਹੜਾ ਅਫੈਂਡਰ ਹੈਗਾ ਉਹਨੇ ਐਸਾ ਅਫੈਂਸ ਕਮਿਟ ਕੀਤਾ ਹੈ ਉਹਨੂੰ ਮੌਤ ਦੀ ਸਜ਼ਾ ਹੋ ਸਕਦੀ ਹੋਵੇ ਤਾਂ ਇਸ ਕੇਸ ਦੇ ਵਿੱਚ ਜਿਹੜਾ ਪਬਲਿਕ ਸਰਵੈਂਟ ਹੈ ਉਹਨੂੰ ਲਾਈਫ ਉਮਰ ਕੈਦ ਦੀ ਸਜ਼ਾ ਹੋ ਸਕਦੀ ਹੈ ਜਾਂ ਫਿਰ ਸਜ਼ਾ 14 ਸਾਲ ਤੱਕ ਦੀ ਹੋ ਸਕਦੀ ਹੈ। ਪਬਲਿਕ ਸਰਵੈਂਟ ਨੂੰ ਜਿੱਥੇ ਕਿਤੇ ਕੋਰਟ ਨੇ ਸਜ਼ਾ ਅਨਾਉਂਸ ਕਰ ਦਿੱਤੀ ਹੋਵੇ, ਕੋਰਟ ਨੇ ਉਸ ਨੂੰ ਕਨਵਿਕਸ਼ਨ ਦਿੱਤੀ ਹੀ ਹੋਵੇ, ਠੀਕ ਹੈ, ਕਿਸੇ ਕੇਸ ਦੇ ਵਿੱਚ ਉਹ ਵਿਅਕਤੀ ਕਿਸੇ ਨੂੰ ਉਹਨੂੰ ਕੋਈ ਕੋਰਟ ਦੀ ਪੇਸ਼ੀ ਦੇ ਭੁਗਤਾਨ ਦੇ ਲਈ ਆਇਆ ਹੋਵੇ, ਉਹਨੇ ਕੋਈ ਅਪੀਲ ਫਾਈਲ ਕੀਤੀ ਹੀ ਹੋਵੇ, ਕੁਝ ਵੀ ਹੋਵੇ ਮੇ ਵੀ, ਠੀਕ ਹੈ, ਜਦੋਂ ਕੋਈ ਆਫਿਸਰ कोई पब्लिक सर्वेंट ਉਹਦੀ ਹੈਲਪ ਕਰਨ ਦੀ ਕੋਸ਼ਿਸ਼ ਕਰੇ, ਦੌੜਨ ਦੇ ਵਿੱਚ ਦੜਾ ਦੇਵੇ, ਉਸਨੂੰ ਭਜਾ ਦੇਵੇ ਉਸਨੂੰ, ਠੀਕ ਹੈ, ਤਾਂ ਜੇਕਰ ਉਹ ਜਿਹੜਾ ਦੋਸ਼ੀ ਹੈਗਾ ਉਹਨੂੰ ਉਮਰ ਕੈਦ ਦੀ ਸਜ਼ਾ ਹੋਈ ਵੀ ਹੈ, ਉਮਰ ਕੈਦ ਦੀ ਸਜ਼ਾ ਹੋਈ ਵੀ ਹੈ ਕਿਉਂਕਿ ਕਨਵਿਕਸ਼ਨ ਹੋ ਚੁੱਕੀ ਹੈ, ਸੈਕਸ਼ਨ 222 ਦੇ ਵਿੱਚ ਕਨਵਿਕਸ਼ਨ ਹੋ ਚੁੱਕੀ ਹੈ। ਜੇਕਰ ਉਹਨੂੰ ਉਮਰ ਕੈਦ ਦੀ ਸਜ਼ਾ ਹੋਈ ਵੀ ਹੈ ਤਾਂ ਫਿਰ ਇਸ ਜਿਹੜਾ ਪਬਲਿਕ ਸਰਵੈਂਟ ਹੈ ਉਹਨੂੰ ਜੇਕਰ ਉਹਨੂੰ ਮੌਤ ਦੀ ਸਜ਼ਾ ਹੋਈ ਵੀ ਹੈ, ਤਾਂ ਜਿਹੜਾ ਦੋਸ਼ੀ ਹੈਗਾ ਆਪਣਾ ਜਿਹੜਾ ਪਬਲਿਕ ਸਰਵੈਂਟ ਹੈਗਾ ਉਹਨੂੰ ਉਮਰ ਕੈਦ ਦੀ ਸਜ਼ਾ ਹੋ ਸਕਦੀ ਹੈ ਜਾਂ 14 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ। ਇਸੇ ਤਰੀਕੇ ਜੇਕਰ ਜਿਹੜਾ ਅਫੈਂਡਰ ਹੈਗਾ, ਜਿਹੜਾ ਦੋਸ਼ੀ ਹੈਗਾ, ਹੁਣ ਅਸੀਂ ਦੋਸ਼ੀ ਕਹਾਂਗੇ, ਹੁਣ ਕਨਵਿਕਟਡ ਨਹੀਂ ਕਹਿ ਸਕਦੇ, ਹੁਣ ਸਸਪੈਕਟਡ ਨਹੀਂ ਕਹਿ ਸਕਦੇ, ਜੇਕਰ ਦੋਸ਼ੀ ਹੈ ਉਹਨੂੰ ਉਮਰ ਕੈਦ ਹੋਈ ਵੀ ਹੈ ਜਾਂ 10 ਸਾਲ ਜਾਂ 10 ਸਾਲ ਤੋਂ ਵੱਧ ਸਜ਼ਾ ਹੋਈ ਵੀ ਹੈ, ਜੇ ਉਮਰ ਕੈਦ ਹੋਈ ਵੀ ਹੈ ਜਾਂ 10 ਸਾਲ ਜਾਂ 10 ਸਾਲ ਤੋਂ ਵੱਧ ਸਜ਼ਾ ਹੋਈ ਵੀ ਹੈ ਤਾਂ ਇੱਥੇ ਜਿਹੜਾ ਪਬਲਿਕ ਸਰਵੈਂਟ ਦੀ ਹੈਲਪ ਕਰਨ ਦੀ ਕੋਸ਼ਿਸ਼ ਕਰ ਰਿਹਾ ਜਾਂ ਹੈਲਪ ਕਰਦਾ ਹੈ ਤਾਂ ਉਹਨੂੰ 7 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ ਤੇ ਵਿਦ ਫਾਈਨ ਵੀ ਹੋ ਸਕਦਾ ਹੈ, ਵਿਦ ਔਰ ਵਿਦਆਊਟ ਫਾਈਨ ਵੀ ਹੋ ਸਕਦੀ ਹੈ। ਪਰ ਤੀਸਰਾ ਪੁਆਇੰਟ ਇਹ ਹੈਗਾ ਵੀ ਜੇਕਰ ਜਿਹੜਾ ਉਹ ਦੋਸ਼ੀ ਹੈਗਾ ਉਹਨੂੰ 10 ਸਾਲ ਤੋਂ ਘੱਟ 8 ਸਜ਼ਾ ਹੋਈ ਵੀ ਹੈ, 10 ਸਾਲ ਤੋਂ ਵੱਧ ਨਹੀਂ, 10 ਸਾਲ ਤੋਂ ਘੱਟ, 2 ਸਾਲ ਦੀ, 4 ਸਾਲ ਦੀ, 5 ਸਾਲ ਦੀ, 7 ਸਾਲ ਦੀ, 8 ਸਾਲ ਦੀ, 10 ਸਾਲ ਤੋਂ ਘੱਟ ਸਜ਼ਾ ਹੋਈ ਵੀ ਹੈ, ਠੀਕ ਹੈ, ਤਾਂ ਅਜਿਹੇ ਕੇਸ ਦੇ ਵਿੱਚ ਜਿਹੜਾ ਪਬਲਿਕ ਸਰਵੈਂਟ ਹੈਗਾ ਜਿਹੜਾ ਉਹਦੀ ਹੈਲਪ ਕਰ ਰਿਹਾ ਹੈਗਾ ਤਾਂ ਉਸਨੂੰ 3 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ ਵਿਦ ਫਾਈਨ ਔਰ ਵਿਦ
विदाउट फाइन और विदाउट फाइन सजा हो सकती है, 3 साल तक की सजा हो सकती है। नेक्स्ट ਅਸੀਂ डिस्कस करेंगे सेक्शन 223 escape from confinement or custody negligently suffered by public servant। देखो ऊपर ਤਾਂ ਹੈਗਾ ਸੀ ਇੰਟੈਂਸ਼ਨਲੀ, ਇੱਕ ਵਰਡ ਦਾ ਫਰਕ ਹੈ। ਇੰਟੈਂਸ਼ਨਲੀ ਸੀ ਜਿਹੜੇ 221 ਤੇ 222 ਸੈਕਸ਼ਨ ਸੀ ਪੜ੍ਹੇ ਨੇ। 221 ਸੈਕਸ਼ਨ ਪੜ੍ਹਿਆ ਸੀ ਜਿੱਥੇ ਚਾਰਜ ਲੱਗਿਆ ਹੋਇਆ ਸੀ ਕਿਸੇ ਦੋਸ਼ੀ ਨੂੰ, 222 ਜਿੱਥੇ ਕਨਵਿਕਸ਼ਨ ਹੋਈ ਵੀ ਸੀ, ਸਜ਼ਾ ਹੋਈ ਵੀ ਸੀ ਦੋਸ਼ੀ ਨੂੰ। ਇੱਥੇ 223 ਜਿਹੜਾ ਸੈਕਸ਼ਨ ਹੈਗਾ, ਇੱਥੇ escape from confinement ਔਰ ਕਸਟਡੀ, ਆਪਣੀ ਕਸਟਡੀ ਦੇ ਵਿੱਚੋਂ ਕੋਈ ਵਿਅਕਤੀ ਜਿਹੜਾ ਦੋਸ਼ੀ ਹੈਗਾ ਉਹ escape ਹੋ ਜਾਵੇ। ਕਿਉਂ escape ਹੋ ਜਾਵੇ? ਉਹਦੀ ਨੈਗਲੀਜੈਂਟਲੀ ਦੇ ਕਾਰਨ, ਜਾਣਬੁੱਝ ਕੇ ਨਹੀਂ, ਇੰਟੈਂਸ਼ਨਲੀ ਨਹੀਂ, ਨੈਗਲੀਜੈਂਟਲੀ ਦੇ ਕਾਰਨ, ਬੇਪਰਵਾਹੀ ਦੇ ਕਾਰਨ, ਲਾਪਰਵਾਹੀ ਦੇ ਕਾਰਨ, ਪਬਲਿਕ ਸਰਵੈਂਟ ਦੀ ਲਾਪਰਵਾਹੀ ਦੇ ਕਾਰਨ ਜਿਸ ਦੀ ਕਸਟਡੀ ਦੇ ਵਿੱਚ ਉਹ ਹੈਗਾ ਸੀਗਾ, ਤਾਂ ਇਹ ਜਿਹੜੀ ਇੱਥੇ ਸਜ਼ਾ ਹੈਗੀ ਹੈ ਉਹ ਵਿਅਕਤੀ ਨੂੰ 2 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ ਪਬਲਿਕ ਸਰਵੈਂਟ ਨੂੰ, ਜੇ ਉਹ ਜਾਣਬੁੱਝ ਕੇ ਨਾ ਕਰੇ ਪਰ ਉਹ ਅਚਾਨਕ ਉਸ ਤੋਂ ਹੋ ਜਾਵੇ, ਉਹਦੀ ਬੇਪਰਵਾਹੀ ਦੇ ਕਾਰਨ, ਲਾਪਰਵਾਹੀ ਦੇ ਕਾਰਨ। ਵਿਦ ਔਰ ਵਿਦਾਊਟ ਫਾਈਨ ਵੀ ਹੋ ਸਕਦਾ, ਨਾਲ ਦੋਨੋਂ ਵੀ ਹੋ ਸਕਦੇ ਨੇ, ਫਾਈਨ ਵੀ ਹੋ ਸਕਦਾ ਹੈ ਤੇ ਦੋਨੋਂ ਵੀ ਹੋ ਸਕਦੇ ਨੇ, ਤੇ ਸਜ਼ਾ ਜਿਹੜੀ ਹੈਗੀ ਹੈ 2 ਸਾਲ ਤੱਕ ਦੀ ਹੋ ਸਕਦੀ ਹੈ। ਨੈਕਸਟ ਅਸੀਂ ਪੜਾਂਗੇ ਸੈਕਸ਼ਨ 224 ਰਜਿਸਟੈਂਸ ਔਰ obstruction by a person to his lawful apprehension। to his lawful apprehension, ਕਿਸੇ ਵਿਅਕਤੀ ਨੂੰ ਅਰੈਸਟ ਕਰਨਾ ਹੈ, ਪਕੜਨਾ ਹੈ ਜਾਂ ਪਕੜ ਕੇ ਰੱਖਿਆ ਹੋਇਆ ਹੈਗਾ, ਠੀਕ ਹੈ, ਉਹ ਵਿਅਕਤੀ ਖੁਦ ਆਪਣੇ ਆਪ ਨੂੰ ਪਕੜਨ ਤੋਂ ਰੋਕਦਾ ਹੈ ਦੂਜੇ ਵਿਅਕਤੀ ਨੂੰ, ਠੀਕ ਹੈ, ਰੁਕਾਵਟ ਕ੍ਰੀਏਟ ਕਰਦਾ ਹੈ, obstruction ਕ੍ਰੀਏਟ ਕਰਦਾ ਹੈਗਾ। whoever intentionally resist or obstruct to lawful apprehension, ਉਹਦੀ lawful apprehension ਹੋਈ ਵੀ ਹੈ ਜਾਂ ਹੋਣੀ ਹੈ of himself for any offense, ਉਹਨੇ ਕੋਈ offense commit ਕੀਤਾ ਹੈ ਤੇ ਜਿਹੜੀ ਉਹਦੀ ਅਰੈਸਟ ਹੋਣੀ ਹੈ, ਉਹਨੂੰ ਕਨਫਾਈਨ ਕੀਤਾ ਹੈ ਜਾਂ ਕਰਨਾ ਹੈ, with which he is charged or convicted। ਇੱਥੇ ਕਲੀਅਰ ਹੋ ਗਿਆ, ਉਹਨੂੰ ਚਾਹੇ ਤਾਂ ਚਾਰਜ ਕੀਤਾ ਹੋਇਆ ਹੋਵੇ ਚਾਹੇ ਸਜ਼ਾ ਦਿੱਤੀ ਹੋਈ ਹੋਵੇ, ਠੀਕ ਹੈ, ਉਹਨੂੰ ਅਰੈਸਟ ਕਰਨਾ ਹੈ। ਜੇ ਅਰੈਸਟ ਕੀਤਾ ਹੋਇਆ ਹੈਗਾ ਤੇ ਉਹ obstruction ਕ੍ਰੀਏਟ ਕਰਦਾ ਹੈ, ਮਤਲਬ ਕਿ ਇਹ ਕਲੀ ਵੀ ਤਾਂ ਕੰਮ ਕੀ ਕਰਦਾ ਹੈ ਆਫੀਸਰ ਦੇ ਨਾਲ, ਜਿਹਨੇ ਅਰੈਸਟ ਕੀਤਾ ਹੋਇਆ ਜਾਂ ਅਰੈਸਟ ਕਰ ਰਿਹਾ ਕੋਈ ਆਫੀਸਰ, escapes or attempts to escape, ਜਾਂ ਦੌੜ ਜਾਂਦਾ ਹੈ ਜਾਂ ਦੌੜਨ ਦੀ ਕੋਸ਼ਿਸ਼ ਕਰਦਾ ਹੈ from the custody shall be from, ਜੇ ਕਸਟਡੀ 'ਚ ਕੀਤਾ ਹੋਇਆ ਤਾਂ ਦੌੜਨ ਦੀ ਕੋਸ਼ਿਸ਼ ਕਰਦਾ ਹੈ, ਠੀਕ ਹੈ, shall be punished for a term extend to 2 years। ਤਾਂ ਉਹ ਜਿਹੜਾ ਦੋਸ਼ੀ ਹੈ, ਇੱਥੇ ਖੁਦ ਗੱਲ ਕੀਤੀ ਗਈ ਹੈ, ਉਹ ਜਿਹੜਾ ਦੋਸ਼ੀ ਹੈਗਾ, ਉੱਪਰਲੇ ਸੈਕਸ਼ਨ 'ਚ ਅਸੀਂ ਪਬਲਿਕ ਸਰਵੈਂਟ ਦੀ ਗੱਲ ਕਰ ਰਹੇ ਸੀਗੇ, ਪਬਲਿਕ ਸਰਵੈਂਟ ਹੈਲਪ ਕਰ ਰਿਹਾ ਸੀ, ਇੱਥੇ ਉਹ ਆਪਣੇ ਜੁਰਮ ਦੀ ਆਪ ਹੀ ਹੈਲਪ ਕਰ ਰਿਹਾ, ਆਪਦੀ ਆਪ ਹੈਲਪ ਕਰ ਰਿਹਾ, ਖੁਦ ਹੈਲਪ ਕਰ ਰਿਹਾ, ਉਸੇ ਨੂੰ ਪਕੜਿਆ ਜਾ ਰਿਹਾ ਸੀਗਾ ਜਾਂ ਉਸ ਨੂੰ ਪਕੜਨਾ ਸੀਗਾ, ਉਹ ਖੁਦ ਹੀ ਜਿਹੜਾ ਅਧਿਕਾਰੀ ਦੇ ਨਾਲ ਮਤਲਬ ਕਿ ਧੱਕਾ ਮੁੱਕੀ ਕਰਕੇ ਤੇ ਆਪ ਜਾਂ ਦੌੜ ਜਾਂਦਾ ਜਾਂ ਦੌੜਨ ਦੀ ਕੋਸ਼ਿਸ਼ ਕਰਦਾ। ਅਜਿਹੇ ਕੇਸ ਦੇ ਵਿੱਚ ਉਸ ਵਿਅਕਤੀ ਨੂੰ ਜਿਹੜੀ ਸਜ਼ਾ ਉਹਨੂੰ ਆਲਰੇਡੀ ਦਿੱਤੀ ਗਈ ਹੈ ਜਾਂ ਦੇਣੀ ਬਣਦੀ ਹੈ, ਜਾਂ ਜਿਹੜਾ offense ਉਹਨੇ ਕਮਿਟ ਕੀਤਾ ਹੈਗਾ, ਉਸ ਤੋਂ ਇਲਾਵਾ 2 ਸਾਲ ਤੱਕ ਦੀ ਸਜ਼ਾ ਜਾਂ ਵਿਦ ਫਾਈਨ ਉਸ ਨੂੰ ਹੋਰ ਹੋ ਸਕਦਾ ਹੈ। ਉਸ ਤੋਂ ਇਲਾਵਾ ਉਹਦੀ ਇਸ ਜਿਹੜੀ ਐਕਟੀਵਿਟੀ ਹੈ, ਉਹ ਜਿਹੜੀ ਐਕਟੀਵਿਟੀ ਇਲੀਗਲੀ ਐਕਟੀਵਿਟੀ ਕਮਿਟ ਕਰ ਰਿਹਾ ਹੈਗਾ, ਉਹ ਇਹਦੇ ਇਵਜ਼ ਦੇ ਵਿੱਚ ਉਸ ਨੂੰ ਵੱਖਰੀ ਸਜ਼ਾ ਹੋ ਸਕਦੀ ਹੈ 2 ਸਾਲ ਦੀ। ਪਹਿਲੇ ਜਿਹੜੀ ਜਿਸ offense ਦੇ ਵਿੱਚ ਉਹਨੂੰ ਪਕੜਿਆ ਜਾ ਰਿਹਾ ਹੈ ਜਾਂ ਪਕੜਿਆ ਹੋਇਆ ਹੈ, ਉਹਦੀ ਸਜ਼ਾ ਬੇਸ਼ੱਕ 5 ਸਾਲ ਦੀ ਹੈਗੀ ਹੈ ਮੰਨ ਲਓ, ਤਾਂ ਇਹ ਉਹਦੀ ਜਿਹੜੀ ਕਾਰਵਾਈ ਹੈਗੀ ਆ, ਉਹਦਾ ਇਹ ਐਕਟ ਹੈ, ਇਸ ਐਕਟ ਦੀ ਜਿਹੜੀ ਸਜ਼ਾ ਹੈਗੀ 2 ਸਾਲ ਐਕਸਟਰਾ ਹੋਏਗੀ। ਦਿਸ ਇਜ਼ ਦ ਐਡੀਸ਼ਨਲ ਪਨਿਸ਼ਮੈਂਟ ਇਫ ਆਲਰੇਡੀ ਕਨਵਿਕਟਡ ਔਰ ਚਾਰਜ, ਜੇ ਉਹਨੂੰ ਪਹਿਲਾਂ ਆਲਰੇਡੀ ਸਜ਼ਾ ਹੋ ਚੁੱਕੀ ਹੈ ਜਾਂ ਚਾਰਜ ਉੱਤੇ ਲੱਗਿਆ ਹੋਇਆ ਹੈ, ਇਹ ਜਿਹੜੀ ਸਜ਼ਾ ਹੈਗੀ ਹੈ ਇਹ ਵੱਖਰੀ ਹੋਈ ਉਸ ਨੂੰ ਉਸ ਤੋਂ ਇਲਾਵਾ। ਨੈਕਸਟ ਹੈਗਾ ਸੈਕਸ਼ਨ 225 ਰਜਿਸਟੈਂਸ ਔਰ obstruction to lawful apprehension of another person। ਦੇਖੋ 224 ਚ ਅਸੀਂ ਪੜ੍ਹਿਆ ਸੀ, ਉਹ ਆਪਣੇ ਆਪ ਨੂੰ, ਉਹਨੇ ਕੋਈ offense ਕਮਿਟ ਕੀਤਾ ਹੋਇਆ ਹੈ, ਉਹ ਆਪਣੇ ਆਪ ਨੂੰ ਬਚਾਉਣ ਦੀ ਖਾਤਰ ਕੋਈ ਧੱਕਾ ਮੁੱਕੀ ਕਰਦਾ ਹੈ, ਦੌੜਨ ਦੀ ਕੋਸ਼ਿਸ਼ ਕਰਦਾ ਹੈ ਜਾਂ ਦੌੜ ਜਾਂਦਾ ਹੈਗਾ। ਇੱਥੇ 225 ਦੇ ਵਿੱਚ ਕੀ ਹੈ, ਉਹਨੂੰ ਖੁਦ ਨੂੰ ਨਹੀਂ ਸਜ਼ਾ ਹੋਈ ਵੀ, ਉਹ ਕਿਸੇ ਹੋਰ ਵਿਅਕਤੀ ਦੀ ਗੱਲ ਕਰਦੇ ਆ, ਕਿਸੇ ਹੋਰ ਵਿਅਕਤੀ ਨੂੰ ਅਰੈਸਟ ਕੀਤਾ ਹੋਇਆ ਜਾਂ ਅਰੈਸਟ ਕੀਤਾ ਜਾ ਰਿਹਾ ਹੈ, ਉਹਨੂੰ ਅਰੈਸਟ ਕਰਨ ਦੇ ਵਿੱਚ ਕੋਈ ਰੁਕਾਵਟ ਕ੍ਰੀਏਟ ਕਰਦਾ ਹੈ, obstruction ਕ੍ਰੀਏਟ ਕਰਦਾ ਹੈ। ਲਾਫੁਲ ਐਪਰੀਹੈਂਸ਼ਨ ਹੈ, ਉਹਦੀ ਕਾਨੂੰਨੀ ਤੌਰ ਤੇ ਉਹਦੀ ਐਪਰੀਹੈਂਸ਼ਨ ਕਰਨੀ ਹੈ, ਪਕੜਨਾ, ਉਹਨੂੰ ਅਰੈਸਟ ਕਰਨਾ ਕਾਨੂੰਨੀ ਤੌਰ ਤੇ ਕਿਸੇ ਹੋਰ ਵਿਅਕਤੀ ਨੂੰ, B ਵਿਅਕਤੀ ਨੂੰ ਪਕੜਨਾ ਜਾਂ B ਵਿਅਕਤੀ ਨੂੰ ਪਕੜਿਆ ਹੋਇਆ ਹੈਗਾ, A ਨਾਮ ਦਾ ਕੋਈ ਪਰਸਨ ਹੈਗਾ ਆ ਕੇ ਇੱਥੇ obstruction ਕ੍ਰੀਏਟ ਕਰਦਾ ਹੈ ਆਫੀਸਰ ਦੇ ਨਾਲ, ਮਤਲਬ ਕਿ ਉਹਦੇ ਕੰਮ ਦੇ ਵਿੱਚ ਵਿਘਨ ਪਾਉਂਦਾ ਹੈਗਾ ਗੈਰ ਕਾਨੂੰਨੀ ਤਰੀਕੇ ਦੇ ਨਾਲ। whoever intentionally offers any resistance, ਰੁਕਾਵਟ ਕ੍ਰੀਏਟ ਕਰਦਾ ਹੈ ਔਰ illegally obstruct the lawful apprehension, ਜੇ ਕੋਈ
ਅਰੈਸਟ ਕੀਤਾ ਹੈ ਕਾਨੂੰਨੀ ਤੌਰ ਤੇ, ਉਹਨੂੰ ਛਡਾਉਣ ਦੀ ਕੋਸ਼ਿਸ਼ ਕਰਦਾ ਹੈ, ਦੌੜਾਉਣ ਦੀ ਕੋਸ਼ਿਸ਼ ਕਰਦਾ ਹੈ ਵੀ ਇਹ ਭੱਜ ਜਾਵੇ, ਇਹ ਪੁਲਿਸ ਦੀ ਕਸਟਡੀ ਦੇ ਵਿੱਚੋਂ ਦੌੜ ਜਾਵੇ, ਠੀਕ ਹੈ। ਆਫ ਐਨੀ ਅਦਰ ਪਰਸਨ ਫਾਰ ਦਾ ਅਫੈਂਸ, ਕਿਸੇ ਹੋਰ ਤੀਜੇ ਵਿਅਕਤੀ ਨੇ ਕੋਈ ਅਫੈਂਸ ਕਮਿਟ ਕੀਤਾ ਹੋਇਆ ਹੈ, ਠੀਕ ਹੈ, ਉਹਦੀ ਹੈਲਪ ਕਰਦਾ ਹੈਗਾ ਕੋਈ ਵਿਅਕਤੀ, A ਨਾਮ ਦਾ ਪਰਸਨ B ਨਾਮ ਦੀ ਹੈਲਪ ਕਰਦਾ ਹੈ, ਰੈਸਕਿਊ ਔਰ ਅਟੈਂਪਟ ਟੂ ਰੈਸਕਿਊ ਵੀ ਹੋਵੇ, ਤਾਂ ਕਿ ਇਸ ਨੂੰ ਬਚਾਉਣ ਦੀ ਖਾਤਰ ਤੇ ਕੋਸ਼ਿਸ਼ ਕਰਦਾ ਵੀ ਇਹ ਬਚ ਜਾਵੇ ਤੇ ਦੌੜ ਜਾਵੇ ਪੁਲਿਸ ਕਸਟਡੀ ਦੇ ਵਿੱਚੋਂ। ਐਨੀ ਅਦਰ ਪਰਸਨ ਲਾਫੁਲੀ ਡਿਟੇਨਡ ਫਾਰ ਦਾ ਅਫੈਂਸ, ਜੇ ਉਸ ਨੂੰ ਕਿਸੇ ਅਫੈਂਸ ਦੇ ਵਿੱਚ ਪਕੜਿਆ ਹੋਇਆ ਹੈਗਾ ਤਾਂ ਉਹਨੂੰ ਛਡਾਉਣ ਦੀ ਕੋਸ਼ਿਸ਼ ਕਰਦਾ ਹੈ, ਜੇ ਪਕੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਉਹਨੂੰ ਪਕੜਨ ਦੇਣ ਤੋਂ ਰੁਕਦਾ ਹੈਗਾ। shall be punished with imprisonment for a term which may be extended to 2 years। ਇੱਥੇ ਉਹ ਜਿਹੜਾ ਵਿਅਕਤੀ ਹੈਗਾ A ਨਾਮ ਦਾ ਵਿਅਕਤੀ ਹੈਗਾ, B ਨਾਮ ਦੀ ਹੈਲਪ ਕਰ ਰਿਹਾ ਹੈਗਾ, A ਨਾਮ ਦੇ ਵਿਅਕਤੀ ਨੂੰ ਵੀ ਜਿਹੜੀ ਸਜ਼ਾ ਹੈਗੀ ਹੈ 2 ਸਾਲ ਤੱਕ ਦੀ ਹੋ ਸਕਦੀ ਹੈ। ਫਿਰ ਇੱਥੇ ਥੋੜਾ ਜਿਹਾ ਹੋਰ ਹੈਗਾ ਕਲੈਰੀਫਾਈ ਕੀਤਾ ਹੈਗਾ, ਇਨ ਐਕਸਟੈਂਡ ਟੂ 2 ਇਅਰ ਦੀ ਸਜ਼ਾ ਹੋ ਸਕਦੀ ਹੈ। ਫਿਰ ਇੱਥੇ ਕੁਝ ਕੇਸ ਦੱਸੇ ਹੈਗੇ ਆ ਵੀ ਜੇਕਰ ਜਿਹੜਾ ਅਫੈਂਸ ਸੀਗਾ, ਜੇਕਰ ਅਫੈਂਸ ਉਸ ਵਿਅਕਤੀ ਨੇ ਕਮਿਟ ਕੀਤਾ ਹੋਇਆ ਸੀ ਜਿਸ ਨੂੰ ਦੌੜਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, B ਵਿਅਕਤੀ ਨੂੰ, A ਨਾਮ ਦਾ ਵਿਅਕਤੀ ਦੌੜਾਉਣ ਦੀ ਕੋਸ਼ਿਸ਼ ਕਰ ਰਿਹਾ B ਵਿਅਕਤੀ ਨੂੰ, ਜੇਕਰ B ਵਿਅਕਤੀ ਦੇ ਉੱਪਰ ਜਿਹੜਾ ਚਾਰਜ ਲੱਗਿਆ ਹੋਇਆ ਹੈਗਾ, ਚਾਰਜ ਲੱਗਿਆ ਹੋਇਆ ਲਾਈਫ ਦੀ ਇੰਪ੍ਰਿਜ਼ਨਮੈਂਟ ਦਾ ਜਾਂ ਫਿਰ 10 ਸਾਲ ਤੱਕ ਦੀ ਸਜ਼ਾ ਦਾ ਚਾਰਜ ਉਹਦੇ ਉੱਪਰ ਲੱਗਿਆ ਹੋਇਆ ਹੈ, ਚਾਰਜ ਲੱਗਿਆ ਹੋਇਆ, ਕਨਵਿਕਸ਼ਨ ਨਹੀਂ ਹੋਈ ਵੀ, ਥੋੜਾ ਧਿਆਨ ਨਾਲ ਸਮਝੋ, ਚਾਰਜ ਲੱਗਿਆ ਹੋਇਆ, ਕਨਵਿਕਸ਼ਨ ਨਹੀਂ ਹੋਈ ਵੀ, ਉਹਨੂੰ ਅਰੈਸਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ, ਉਹਨੂੰ ਅਰੈਸਟ ਕੀਤਾ ਹੋਇਆ ਸੀਗਾ B ਨਾਮ ਦੇ ਵਿਅਕਤੀ ਨੂੰ, B ਨਾਮ ਦਾ ਵਿਅਕਤੀ ਇਸ ਦਾ ਅਫੈਂਡਰ, ਇਹ ਹੈਲਪ ਕਰਦਾ ਉਸੇ ਦੌਰਾਨ ਦੇ ਵਿੱਚ। ਜੇਕਰ B ਦੇ ਉੱਪਰ ਜਿਹੜਾ ਚਾਰਜ ਲੱਗਿਆ ਹੋਇਆ ਹੈਗਾ ਉਹਨੂੰ ਉਮਰ ਕੈਦ ਦੀ ਸਜ਼ਾ ਹੋ ਸਕਦੀ ਹੈ ਜਾਂ ਉਹਨੂੰ 10 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ, ਤਾਂ ਅਜਿਹੇ ਕੇਸ ਦੇ ਵਿੱਚ ਜਿਹੜਾ ਵਿਅਕਤੀ A ਨਾਮ ਦਾ ਵਿਅਕਤੀ ਹੈਗਾ ਜਿਹੜਾ ਉਹਦੀ ਹੈਲਪ ਕਰਦਾ ਹੈ ਤਾਂ ਉਹਨੂੰ 3 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ ਤੇ ਨਾਲ ਫਾਈਨ ਵੀ ਹੋ ਸਕਦਾ ਹੈ। ਇਸੇ ਤਰੀਕੇ ਜੇਕਰ ਜਿਹੜਾ ਅਫੈਂਡਰ ਹੈਗਾ, ਮੁਜਰਮ ਹੈਗਾ, ਜੇਕਰ ਉਹਨੂੰ ਇਦਾਂ ਦਾ ਉਹਨੇ ਅਫੈਂਸ ਕਮਿਟ ਕੀਤਾ ਹੋਇਆ ਹੈ, ਉਸ ਅਫੈਂਸ ਦੇ ਵਿੱਚ ਉਹਨੂੰ ਮੌਤ ਦੀ ਸਜ਼ਾ ਹੋ ਸਕਦੀ ਹੋਵੇ। ਜਿਹੜਾ ਅਫੈਂਡਰ ਹੈ ਜਿਹਦੀ ਉਹ ਹੈਲਪ ਕਰਦਾ ਹੈ, ਜਿਵੇਂ ਕਿ ਆਪਾਂ B% ਦੀ ਗੱਲ ਕਰ ਰਹੇ ਹਾਂ, ਜੇਕਰ B% ਨੇ ਕੋਈ ਐਸਾ ਅਫੈਂਸ ਕਮਿਟ ਕੀਤਾ ਹੈ ਹੋਵੇ, ਉਹਦੇ ਉੱਪਰ ਚਾਰਜ ਲੱਗਿਆ ਹੋਵੇ, ਉਹ ਜਿਹੜਾ ਚਾਰਜ ਲੱਗਿਆ ਹੋਵੇ ਉਸ ਅਫੈਂਸ ਦੇ ਨਾਲ ਉਹਨੂੰ ਮੌਤ ਦੀ ਸਜ਼ਾ ਹੋ ਸਕਦੀ ਹੋਵੇ, ਤਾਂ ਅਜਿਹੇ ਕੇਸ ਦੇ ਵਿੱਚ ਜਿਹੜਾ A ਨਾਮ ਦਾ ਵਿਅਕਤੀ ਉਹਦੀ ਹੈਲਪ ਕਰਦਾ ਹੈਗਾ ਦੌੜਨ ਦੇ ਵਿੱਚ, ਦੌਰਾਨ ਦੇ ਵਿੱਚ, ਤਾਂ ਉਹਨੂੰ 7 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ ਤੇ ਨਾਲ ਹੀ ਫਾਈਨ ਵੀ ਹੋ ਸਕਦਾ ਹੈ। ਇਸੇ ਤਰੀਕੇ ਹੁਣ ਉੱਪਰ ਗੱਲ ਕਰੀ ਸੀ ਕਨਵਿਕਸ਼ਨ ਚਾਰਜ ਦੀ, ਚਾਰਜ ਤਾਂ ਲੱਗਿਆ ਹੋਇਆ ਪਰ ਜੇ ਸਜ਼ਾ ਅਨਾਉਂਸ ਨਹੀਂ ਹੋਈ ਕੋਰਟ ਵੱਲੋਂ, ਕੋਈ ਕਨਵਿਕਸ਼ਨ ਅਜੇ ਡਿਕਲੇਅਰ ਨਹੀਂ ਹੋਈ ਹੈਗੀ, ਪਰ ਹੁਣ ਜੇਕਰ ਉਸ ਵਿਅਕਤੀ ਨੂੰ B ਨਾਮ ਦੇ ਵਿਅਕਤੀ ਨੂੰ ਜੇਕਰ ਸਜ਼ਾ ਵੱਲੋਂ ਕੋਰਟ ਵੱਲੋਂ ਸਜ਼ਾ ਕਨਵਿਕਸ਼ਨ ਦਿੱਤੀ ਗਈ ਹੋਵੇ, ਸਜ਼ਾ ਕਨਵਿਕਟ ਕੀਤੀ ਗਈ ਹੋਵੇ, ਕਾਹਦੀ ਸਜ਼ਾ ਹੋਈ ਹੋਵੇ, ਉਮਰ ਕੈਦ ਦੀ ਸਜ਼ਾ ਹੋਈ ਹੋਵੇ, ਲਾਈਫ ਇੰਪ੍ਰਿਜ਼ਨਮੈਂਟ ਹੋਈ ਹੋਵੇ ਜਾਂ 10 ਸਾਲ ਤੱਕ ਦੀ ਸਜ਼ਾ ਹੋਈ ਹੋਵੇ, ਠੀਕ ਹੈ, ਉਸ ਵਿਅਕਤੀ ਨੂੰ ਦੌੜਾਉਣ ਦੀ ਕੋਸ਼ਿਸ਼ ਕਰੇ A ਨਾਮ ਦਾ ਵਿਅਕਤੀ, ਠੀਕ ਹੈ, ਅਜਿਹੇ ਕੇਸ ਦੇ ਵਿੱਚ ਜਿਹੜੀ ਸਜ਼ਾ ਹੈਗੀ ਹੈ 7 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ ਉਸ ਵਿਅਕਤੀ ਨੂੰ, A ਨਾਮ ਦੇ ਵਿਅਕਤੀ ਨੂੰ, ਜਿਹੜਾ ਉਹਨੂੰ ਭਜਾਉਣ ਦੇ ਵਿੱਚ ਕੋਸ਼ਿਸ਼ ਕਰ ਰਿਹਾ ਹੈਗਾ ਜਾਂ ਉਹਦੇ ਵਿੱਚ ਦੌੜਾਉਣ 'ਚ ਕੋਸ਼ਿਸ਼ ਕਰ ਰਿਹਾ ਜਾਂ ਉਹਨੂੰ ਪਕੜਨ ਨਾ ਦੇਣ ਦੇ ਵਿੱਚ ਕੋਸ਼ਿਸ਼ ਕਰ ਰਿਹਾ, ਹੈਲਪ ਕਰ ਰਿਹਾ ਉਸ ਵਿਅਕਤੀ ਦੀ, ਤਾਂ ਕਿ ਉਸ ਨੂੰ ਜਿਹੜੀ ਸਜ਼ਾ ਹੈਗੀ ਹੈ 7 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ, ਪਲੱਸ ਫਾਈਨ ਵੀ ਹੋ ਸਕਦਾ ਨਾਲ। ਇੱਕ ਚੌਥਾ ਕੇਸ ਹੋਰ ਹੈਗਾ, ਜੇਕਰ ਜਿਹੜਾ ਅਫੈਂਡਰ ਹੈਗਾ B ਨਾਮ ਦਾ ਵਿਅਕਤੀ ਹੈਗਾ, ਉਹਨੂੰ ਕੋਰਟ ਵੱਲੋਂ ਕਨਵਿਕਸ਼ਨ ਹੋ ਚੁੱਕੀ ਹੈ, ਕਨਵਿਕਸ਼ਨ ਕਿੰਨੀ ਹੋਈ ਵੀ ਹੈ, ਮੌਤ ਦੀ ਸਜ਼ਾ ਹੋਈ ਵੀ ਹੈ, ਮੌਤ ਦੀ ਸਜ਼ਾ ਹੋਈ ਵੀ ਹੈ, ਉਹ ਕਿਤੇ ਅਪੀਲ ਦੇ ਵਿੱਚ ਕਿਸੇ ਪੇਸ਼ੀ ਦੇ ਵਿੱਚ ਭੁਗਤਾਨ ਦੇ ਲਈ ਕੋਈ ਵਿਅਕਤੀ ਉਸ ਨੂੰ ਲੈ ਕੇ ਜਾ ਰਿਹਾ ਹੈ ਜਾਂ ਉਹਨੂੰ ਛਡਾਉਣ ਦੀ ਕੋਸ਼ਿਸ਼ ਕਰਦਾ ਹੈ A ਨਾਮ ਦਾ ਵਿਅਕਤੀ, ਉਹਨੂੰ ਭਜਾਉਣ ਦੀ ਕੋਸ਼ਿਸ਼ ਕਰਦਾ A ਨਾਮ ਦਾ ਵਿਅਕਤੀ B ਨਾਮ ਦੇ ਵਿਅਕਤੀ ਨੂੰ, ਜਿਹਦੀ ਮੌਤ ਦੀ ਸਜ਼ਾ ਹੋਈ ਵੀ ਹੈ ਕੋਰਟ ਵੱਲੋਂ, ਕਨਵਿਕਸ਼ਨ ਆਲਰੇਡੀ ਡਿਕਲੇਅਰ ਹੋ ਚੁੱਕੀ ਹੈ, ਤਾਂ ਅਜਿਹੇ ਕੇਸ ਦੇ ਵਿੱਚ ਉਹ A ਨਾਮ ਦੇ ਜਿਹੜੀ ਵਿਅਕਤੀ ਹੈਗੇ ਆ ਉਸ ਨੂੰ ਉਮਰ ਕੈਦ ਹੋ ਸਕਦੀ ਹੈ, ਉਮਰ ਕੈਦ ਵੀ ਹੋ ਸਕਦੀ ਹੈ ਜਾਂ ਫਿਰ 10 ਸਾਲ ਤੱਕ ਦਾ ਜਿਹੜਾ ਹੈਗਾ 10 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ, ਜਾਂ ਉਮਰ ਕੈਦ ਹੋ ਸਕਦੀ ਹੈ ਜਾਂ 10 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ ਤੇ ਨਾਲ ਫਾਈਨ ਵੀ ਕੀਤਾ ਜਾ ਸਕਦਾ ਹੈ। ਦੇਖੋ 5 ਅਲੱਗ-ਅਲੱਗ ਕੇਸ ਆ ਗਏ ਇਹਦੇ ਵਿੱਚ, ਸੈਕਸ਼ਨ 225 ਵੈਰੀ ਇੰਪੋਰਟੈਂਟ ਹੈ, ਇਹ 'ਚ 5 ਅਲੱਗ-ਅਲੱਗ ਕੇਸ ਆ ਗਏ। ਨਾਰਮਲ ਕਸਟਡੀ ਦੇ ਵਿੱਚ, ਨਾਰਮਲ ਕੇਸ ਦੇ ਵਿੱਚ ਜਿੱਥੇ ਸਜ਼ਾ ਜਿਹੜੀ ਹੈਗੀ ਹੈ ਘੱਟ ਹੋ ਸਕਦੀ ਹੈ ਤਾਂ ਉਹਦੀ 2 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ ਇਸੇ A ਨਾਮ ਦੇ ਵਿਅਕਤੀ ਨੂੰ। ਪਰ ਇੱਥੇ ਫਿਰ 4 ਕੇਸ ਜਿਹੜੇ ਦੱਸੇ ਹੈਗੇ ਨੇ ਜਿੱਥੇ ਚਾਰਜ ਲੱਗਿਆ ਹੋਇਆ ਹੈਗਾ, ਜਿੱਥੇ ਉਮਰ ਕੈਦ ਦੀ ਸਜ਼ਾ ਹੋ ਸਕਦੀ ਹੈ ਜਾਂ ਮੌਤ ਦੀ ਸਜ਼ਾ ਹੋ ਸਕਦੀ ਹੈ, ਉਮਰ ਕੈਦ ਦੀ ਸਜ਼ਾ ਹੋ ਸਕਦੀ ਹੈ ਜਾਂ 10 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ, ਤਾਂ ਜਿਹੜਾ ਬੰਦਾ ਹੈਗਾ ਜਿਹੜਾ ਹੈਲਪ ਕਰਦਾ ਉਹਨੂੰ 3 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ। ਜੇ ਚਾਰਜ ਲੱਗਿਆ ਹੈ ਮੌਤ ਦਾ ਤਾਂ 7 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ। ਜੇਕਰ ਕਨਵਿਕਸ਼ਨ ਹੋਈ ਵੀ ਹੈ, ਉਹ ਕਨਵਿਕਸ਼ਨ ਹੋਈ ਹੈ, ਜੇ ਉਮਰ ਕੈਦ ਦੀ ਸਜ਼ਾ ਹੋਈ ਵੀ ਹੈ ਜਾਂ 10 ਸਾਲ ਤੱਕ ਦੀ ਸਜ਼ਾ ਹੋਈ ਵੀ ਹੈ
ਤਾਂ ਜਿਹੜਾ ਦੋਸ਼ੀ ਹੈਗਾ, ਜਿਹੜਾ ਹੈਲਪ ਕਰਦਾ ਉਸ ਵਿਅਕਤੀ ਦੀ, ਤਾਂ ਉਹਨੂੰ 7 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ। ਪਰ ਜੇਕਰ ਮੌਤ ਦੀ ਸਜ਼ਾ ਹੋਈ ਵੀ ਹੈ offender ਨੂੰ, ਤਾਂ ਹੈਲਪ ਕਰਨ ਵਾਲੇ ਵਿਅਕਤੀ ਨੂੰ, ਭਜਾਉਣ ਵਾਲੇ ਵਿਅਕਤੀ ਨੂੰ ਉਮਰ ਕੈਦ ਹੋ ਸਕਦੀ ਹੈ ਜਾਂ ਫਿਰ 10 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ। ਨੈਕਸਟ ਅਸੀਂ ਪੜਾਂਗੇ ਜੀ ਸੈਕਸ਼ਨ 225A ਓਮਿਸ਼ਨ। ਦੇਖੋ ਐਕਟ ਤੇ ਓਮਿਸ਼ਨ 'ਚ ਮੈਂ ਕਈ ਵਾਰੀ ਦੱਸਿਆ ਹੈਗਾ ਫਰਕ ਕੀ ਹੁੰਦਾ ਹੈ। ਐਕਟ ਹੁੰਦਾ ਕੋਈ ਕਾਰਵਾਈ ਕਰ ਦੇਣਾ, ਓਮਿਸ਼ਨ ਕੋਈ ਕਾਰਵਾਈ ਨਾ ਕਰਨਾ, ਜਿਹੜੀ ਕਰਨ ਦੀ ਜ਼ਿੰਮੇਵਾਰੀ ਹੁੰਦੀ ਹੈ। ਠੀਕ ਹੈ, ਜਿਹੜੀ ਕਾਰਵਾਈ ਕਰਨ ਦੀ ਜ਼ਿੰਮੇਵਾਰੀ ਹੁੰਦੀ ਹੈ ਉਹ ਕਾਰਵਾਈ ਨਾ ਕਰਨਾ। ਕਿਸੇ ਨੂੰ ਪਕੜ ਕੇ ਰੱਖਣ ਦੀ ਜ਼ਿੰਮੇਵਾਰੀ ਹੁੰਦੀ ਹੈ, ਉਹਨੂੰ ਪਕੜ ਕੇ ਨਾ ਰੱਖਣਾ। ਹੱਥਕੜੀ ਲਗਾ ਕੇ ਰੱਖਣ ਦੀ ਜ਼ਿੰਮੇਵਾਰੀ ਬਣਦੀ ਹੈ, ਹੱਥਕੜੀ ਖੋਲ ਦੇਣਾ। ਇਹ ਹੋ ਗਿਆ ਐਕਟ। ਓਮਿਸ਼ਨ ਹੋ ਗਿਆ ਬੰਦਾ ਬੈਠਾ ਹੈ, ਮੂੰਹ ਪਰਲੇ ਪਾਸੇ ਕਰਕੇ ਬਹਿ ਜਾਣਾ ਵੀ ਦੌੜ ਜਾ ਭਾਈ, ਇਹ ਹੋ ਗਈ ਓਮਿਸ਼ਨ। ਸੈਕਸ਼ਨ 225A ਓਮਿਸ਼ਨ ਟੂ ਐਪਰੀਹੈਂਡ or sufferance of escape on the part of public servant in case not otherwise provided for। ਜਿੱਥੇ ਕਿਤੇ ਸਜ਼ਾ ਦੀ ਕੋਈ, ਦੇਖੋ ਉੱਪਰ ਆਪਾਂ ਕੇਸ ਪੜ੍ਹ ਕੇ ਹਟਿਆ 224-225, ਜਿੱਥੇ ਸਜ਼ਾ ਡਿਕਲੇਅਰ ਹੈਗੀ ਹੈ, ਲਾਅ ਦੇ ਵਿੱਚ ਸਜ਼ਾ ਡਿਕਲੇਅਰ ਹੈ ਵੀ ਇਹ offense ਕਮਿਟ ਕੀਤਾ ਇਹਦੀ ਸਜ਼ਾ ਇੰਨੀ ਹੋਏਗੀ, ਇਹ offense ਕਮਿਟ ਕੀਤਾ ਇਹਦੀ ਸਜ਼ਾ ਇੰਨੀ ਹੋਏਗੀ। ਕੋਈ offense ਐਸਾ ਹੋਵੇ ਜਿਹਦੀ ਸਜ਼ਾ ਡਿਕਲੇਅਰ ਨਾ ਹੋਵੇ ਲਾਅ ਦੇ ਵਿੱਚ, ਉਹ ਕੋਰਟ ਨੇ ਦੇਖਣਾ ਹੋਵੇ ਵੀ ਉਹਨੂੰ ਕਿਵੇਂ ਇੰਟਰਪ੍ਰੈਟ ਕਰਨਾ ਹੈਗਾ। ਅਜਿਹੇ ਕੇਸ ਦੇ ਵਿੱਚ ਸੈਕਸ਼ਨ 225A ਇਨਸਰਟ ਕੀਤਾ ਗਿਆ ਹੈ। 225 ਕੀ ਕਿਹਾ ਹੈਗਾ ਵੀ ਜੇ ਕੋਈ ਪਬਲਿਕ ਸਰਵੈਂਟ ਕੋਈ ਐਸੇ ਦੋਸ਼ੀ ਨੂੰ, ਠੀਕ ਹੈ, ਦੌੜਨ ਦੇ ਵਿੱਚ ਹੈਲਪ ਕਰਦਾ ਹੈ, ਹੈਲਪ ਨਹੀਂ ਕਰਦਾ, ਓਮਿਟ ਕਰਦਾ ਹੈ, ਆਪਦੀ ਡਿਊਟੀ ਨੂੰ ਨਿਭਾਉਂਦਾ ਨਹੀਂ ਹੈਗਾ, ਜਾਣਬੁੱਝ ਕੇ ਜਿਹੜਾ ਹੈਗਾ ਓਮਿਸ਼ਨ ਕਰਦਾ ਹੈ, ਉਹ ਕੰਮ ਜਿਹੜਾ ਉਹਨੇ ਕਰਨਾ ਬਣਦਾ ਸੀ ਉਹ ਕੰਮ ਨਹੀਂ ਕਰਦਾ, ਪਰ ਉਹ ਮੁਜਰਮ ਹੈ ਜਿਹੜਾ ਹੈਗਾ ਉਹਨੂੰ ਸਜ਼ਾ ਕਿੰਨੀ ਹੋ ਸਕਦੀ ਹੈ ਉਹਦੇ offense ਦੀ, ਉਹ ਕਿਤੇ ਕਲੈਰੀਫਾਈ ਨਹੀਂ ਹੈਗਾ ਲਾਅ ਦੇ ਵਿੱਚ। Whoever being public servant legally bound to apprehend any person in any case not provided under section 221/23 221/23 ਦੇ ਵਿੱਚ ਤਾਂ ਪ੍ਰੋਵਾਈਡ ਕੀਤਾ ਗਿਆ ਹੈ, ਪਰ ਜੇਕਰ ਨਹੀਂ ਕੀਤਾ ਗਿਆ ਹੋਵੇ ਸਜ਼ਾ ਦਾ ਟਾਈਮ, ਕਿੰਨੀ ਸਜ਼ਾ ਹੋ ਸਕਦੀ ਹੈ? omits to apprehend that person, ਉਸ ਵਿਅਕਤੀ ਨੂੰ ਭੱਜਣ ਦੇ ਵਿੱਚ ਜਿਹੜੀ ਆਪਣੀ ਡਿਊਟੀ ਨਹੀਂ ਨਿਭਾਉਂਦਾ ਹੈਗਾ, ਔਰ suffers him to escape, ਜਾਂ ਫਿਰ ਉਸ ਨੂੰ escape ਹੋਣ ਦਿੰਦਾ ਹੈ, ਦੌੜਨ ਦਿੰਦਾ ਹੈ, ਠੀਕ ਹੈ, ਆਪਣੀ ਡਿਊਟੀ ਨਾ ਨਿਭਾ ਕੇ, shall be punished if he does so intentionally, ਜੇਕਰ ਉਹ ਜਾਣਬੁੱਝ ਕੇ ਕਰਦਾ ਹੈ ਤਾਂ 3 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ, ਔਰ ਫਾਈਨ ਔਰ ਬੋਥ ਦੋਨੋਂ ਵੀ ਹੋ ਸਕਦੇ ਨੇ ਜੇ ਜਾਣਬੁੱਝ ਕੇ ਕਰਦਾ ਹੈ। ਜੇਕਰ ਉਹਦੀ ਨੈਗਲੀਜੈਂਟਲੀ ਹੈ, ਲਾਪਰਵਾਹੀ ਹੈ, ਬੇਪਰਵਾਹੀ ਹੈ, ਠੀਕ ਹੈ ਜੀ, ਤਾਂ ਜਿਹੜੀ ਸਜ਼ਾ ਹੈਗੀ ਹੈ 1 ਸਾਲ ਘੱਟ ਜਾਂਦੀ ਹੈ, ਤਾਂ ਸਜ਼ਾ 2 ਸਾਲ ਤੱਕ ਦੀ ਹੋ ਸਕਦੀ ਹੈ। ਉਸ ਵਿਅਕਤੀ ਨੂੰ, ਉਸ ਪਬਲਿਕ ਸਰਵੈਂਟ ਨੂੰ 2 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ, ਔਰ ਫਾਈਨ ਵੀ ਹੋ ਸਕਦਾ ਹੈ, ਤੇ ਦੋਨੋਂ ਵੀ ਹੋ ਸਕਦੇ ਨੇ, ਸਜ਼ਾ ਦੇ ਨਾਲ ਨਾਲ ਫਾਈਨ ਵੀ ਹੋ ਸਕਦਾ ਹੈ, ਇਕੱਲਾ ਫਾਈਨ ਵੀ ਹੋ ਸਕਦਾ ਹੈ। ਨੈਕਸਟ ਅਸੀਂ ਪੜਾਂਗੇ ਸੈਕਸ਼ਨ 225B। 225B ਚ ਕੀ ਹੈ? ਰੈਜ਼ਿਸਟੈਂਸ ਔਰ obstruction to lawful apprehension। ਕਿਸੇ ਵਿਅਕਤੀ ਨੂੰ ਲਾਫੁਲੀ ਤੌਰ ਤੇ ਪਕੜਿਆ ਹੋਇਆ ਹੈਗਾ, ਅਰੈਸਟ ਕੀਤਾ ਹੋਇਆ ਹੈਗਾ, ਪਰ ਉਹਦੇ ਵਿੱਚ ਕੋਈ ਰੁਕਾਵਟ ਕ੍ਰੀਏਟ ਕਰਦਾ ਹੈ, ਔਰ escape ਔਰ rescue in the cases not otherwise provided। ਇਹ ਵੀ ਸੇਮ ਮਿਲਦਾ ਜੁਲਦਾ ਹੈਗਾ। ਇਹਦੇ ਵਿੱਚ obstruction ਕ੍ਰੀਏਟ ਕੀਤੀ ਹੈ। 225A ਦੇ ਵਿੱਚ ਕੀ ਸੀਗਾ? ਓਮਿਸ਼ਨ ਕੀਤੀ ਸੀਗੀ, ਆਪਣੀ ਜ਼ਿੰਮੇਵਾਰੀ ਨਹੀਂ ਨਿਭਾਈ ਪਬਲਿਕ ਸਰਵੈਂਟ ਨੇ, ਠੀਕ ਹੈ। ਉੱਥੇ ਪਬਲਿਕ ਸਰਵੈਂਟ ਦੀ ਗੱਲ ਸੀਗੀ 225A ਦੇ ਵਿੱਚ, ਵੀ ਪਬਲਿਕ ਸਰਵੈਂਟ ਦੀ ਜ਼ਿੰਮੇਵਾਰੀ ਬਣਦੀ ਸੀ ਉਹਨੂੰ ਬੰਦੇ ਨੂੰ ਪਕੜ ਕੇ ਰੱਖਣਾ, ਪਰ ਉਹ ਪਕੜ ਕੇ ਨਹੀਂ ਰੱਖਦਾ ਹੈਗਾ, ਠੀਕ ਹੈ। ਉਹਦੇ ਵਿੱਚ 3 ਸਾਲ ਦੀ ਤੇ 2 ਸਾਲ ਦੀ ਸਜ਼ਾ ਦਾ ਭਾਗੀ ਹੋਏਗਾ ਪਬਲਿਕ ਸਰਵੈਂਟ, ਇੰਟੈਂਸ਼ਨਲੀ ਤੇ ਨੈਗਲੀਜੈਂਟਲੀ। ਜੇ ਨੈਗਲੀਜੈਂਟਲੀ ਹੈ ਤਾਂ 2 ਸਾਲ, ਜੇ ਇੰਟੈਂਸ਼ਨਲੀ ਤਾਂ 3 ਸਾਲ। ਪਰ ਲਾਅ ਦੇ ਵਿੱਚ ਕਿਤੇ ਸਜ਼ਾ ਪ੍ਰੋਵਾਈਡ ਨਹੀਂ ਕੀਤੀ ਗਈ 225A ਦੇ ਵਿੱਚ ਵੀ ਕਿੰਨੀ ਸਜ਼ਾ ਹੋਏਗੀ ਉਸ ਜੁਰਮ ਦੀ, ਸੈਕਸ਼ਨ 221, 222, 223 ਦੇ ਅਧੀਨ। 225B ਕੀ ਕਹਿੰਦਾ ਹੈ? ਇੱਥੇ ਹੈਗਾ obstruction ਕ੍ਰੀਏਟ ਕਰਦਾ, ਕੋਈ ਰੈਜ਼ਿਸਟੈਂਸ ਕ੍ਰੀਏਟ ਕਰਦਾ, obstruction ਕ੍ਰੀਏਟ ਕਰਦਾ, ਲਾਫੁਲ ਐਪਰੀਹੈਂਸ਼ਨ, ਕਿਸੇ ਦੀ ਲਾਫੁਲ ਐਪਰੀਹੈਂਸ਼ਨ ਹੋਈ ਵੀ ਹੈ, ਯਾਨੀ ਕਿ ਅਰੈਸਟ ਹੋਈ ਵੀ ਹੈ, ਪਕੜਿਆ ਹੋਇਆ ਕਿਸੇ ਵਿਅਕਤੀ ਨੂੰ, ਜਾਂ ਪਕੜਨਾ ਹੈਗਾ, ਔਰ escape ਔਰ rescue, ਜਾਂ ਉਹਨੂੰ ਭਜਾਉਂਦਾ ਹੈ ਜਾਂ ਉਹਨੂੰ ਭੱਜਣ ਦੇ ਵਿੱਚ ਮਦਦ ਕਰਦਾ ਹੈਗਾ, ਇਨ ਕੇਸਿਸ ਨਾਟ ਅਦਰਵਾਈਜ਼ ਪ੍ਰੋਵਾਈਡਡ ਫਾਰ। ਇਹ ਵੀ ਉੱਥੇ ਉਹੀ ਗੱਲ ਹੈਗੀ ਹੈ ਵੀ ਇਹਦੇ ਵਿੱਚ ਵੀ ਜਿਹੜੀ ਸਜ਼ਾ ਹੈਗੀ ਹੈ ਲਾਅ ਦੇ ਵਿੱਚ ਪ੍ਰੋਵਾਈਡ ਨਹੀਂ ਕੀਤੀ ਗਈ ਹੈਗੀ। ਕਿਸੇ ਦੀ, ਜਿਹੜਾ ਮੁਜਰਮ ਨੂੰ ਭਜਾਉਣ ਦੀ ਗੱਲ ਕੀਤੀ ਜਾ ਰਹੀ ਹੈ, ਜਿਹੜੇ ਬੰਦਿਆਂ ਨੂੰ ਪਕੜਨ ਦੀ ਤੋਂ ਰੋਕਣ ਦੀ ਗੱਲ ਕੀਤੀ ਜਾ ਰਹੀ ਹੈ, ਉਹ ਜਿਹੜਾ ਜੁਰਮ ਉਸਨੇ ਕੀਤਾ ਹੈਗਾ, ਉਸ ਜੁਰਮ ਦੀ ਸਜ਼ਾ ਲਾਅ ਦੇ ਵਿੱਚ ਕਿਤੇ ਪ੍ਰੋਵਾਈਡ ਨਹੀਂ ਕੀਤੀ ਗਈ ਸੈਕਸ਼ਨ 221 ਤੋਂ ਲੈ ਕੇ 223 ਤੱਕ। ਤਾਂ ਐਸੇ ਕੇਸ ਦੇ ਵਿੱਚ ਜਿਹੜਾ ਵਿਅਕਤੀ whoever in any case not provided for section 224-25 intentionally
offers any resistance or obstructions to lawful apprehension himself or other person। ਜਾਂ ਤਾਂ ਉਹ ਆਪਣੇ ਆਪ ਨੂੰ ਬਚਾਉਣ ਦੀ ਗੱਲ ਕਰ ਰਿਹਾ ਹੈ, ਆਪ ਦੌੜਨ ਦੀ ਗੱਲ ਕਰ ਰਿਹਾ ਹੈ, ਉਹਨੂੰ ਪਕੜਿਆ ਹੈ ਜਾਂ ਪਕੜਨਾ ਹੈ, ਜਾਂ ਅਰੈਸਟ ਕੀਤਾ ਹੋਇਆ ਜਾਂ ਅਰੈਸਟ ਕਰਨਾ ਹੈ, ਜਾਂ ਫਿਰ ਕਿਸੇ ਤੀਜੇ ਵਿਅਕਤੀ ਨੂੰ ਅਰੈਸਟ ਕਰਨਾ ਹੈ ਜਾਂ ਅਰੈਸਟ ਕੀਤਾ ਹੋਇਆ ਹੈ ਉਹਨੂੰ ਦੌੜਾਉਣ ਦੀ ਗੱਲ ਕਰ ਰਿਹਾ ਹੈ। ਉਹਦੇ 'ਚ ਸਰਕਾਰੀ ਆਫੀਸਰ ਦੇ ਕੰਮ ਦੇ ਵਿੱਚ ਵਿਘਨ ਪਾਉਣ ਦੀ ਕੋਸ਼ਿਸ਼ ਕਰ ਰਿਹਾ, ਉਹਨੂੰ ਦੌੜਾਉਣ ਦੀ, ਤਾਂ ਕਿ ਉਹ ਜਿਹੜਾ ਭੱਜ ਕੇ ਦੌੜ ਕੇ ਚਲਾ ਜਾਵੇ, ਉਹਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਅਜਿਹੇ ਕੇਸ ਦੇ ਵਿੱਚ ਜਿਹੜਾ ਦੋਸ਼ੀ ਹੈਗਾ, ਜਿਹੜਾ obstruction ਕ੍ਰੀਏਟ ਕਰ ਰਿਹਾ ਹੈ, ਜਿਹੜਾ ਰੈਜ਼ਿਸਟੈਂਸ ਕ੍ਰੀਏਟ ਕਰ ਰਿਹਾ ਹੈ, ਠੀਕ ਹੈ, ਤਾਂ ਉਹ ਜਿਹੜੀ ਸਜ਼ਾ ਹੋ ਸਕਦੀ ਹੈ 6 ਮਹੀਨੇ ਤੱਕ ਦੀ ਸਜ਼ਾ ਹੁੰਦੀ ਹੈ। ਕਿਉਂਕਿ ਇਹਦੇ ਵਿੱਚ ਕਿਤੇ ਪ੍ਰੋਵਾਈਡ ਨਹੀਂ ਕੀਤਾ ਗਿਆ, ਇਹ 'ਚ ਕਿਤੇ ਪ੍ਰੋਵਾਈਡ ਨਹੀਂ ਕੀਤਾ ਗਿਆ ਵੀ ਕਿੰਨੀ ਸਜ਼ਾ ਹੋਏਗੀ ਉਸ ਮੁਜਰਮ ਨੂੰ ਜਿਸ ਨੂੰ ਪਕੜਨ ਤੋਂ ਰੋਕਿਆ ਜਾ ਰਿਹਾ ਹੈ, ਠੀਕ ਹੈ। ਇੱਥੇ ਪਬਲਿਕ ਸਰਵੈਂਟ ਨਹੀਂ ਹੈਗਾ, ਇੱਥੇ ਆਮ ਵਿਅਕਤੀ ਹੈਗਾ। ਜਿੱਥੇ ਪਬਲਿਕ ਸਰਵੈਂਟ ਸੀਗਾ ਉੱਥੇ ਸਜ਼ਾ ਜ਼ਿਆਦਾ ਸੀਗੀ, ਕਿਉਂਕਿ ਉਹਦੀ ਜ਼ਿੰਮੇਵਾਰੀ ਬਣਦੀ ਸੀਗੀ, ਲਾਫਲੀ ਦੀ ਰਿਸਪੌਂਸਿਬਿਲਿਟੀ ਬਣਦੀ ਸੀ। ਇੱਥੇ ਖੁਦ ਬੰਦਾ ਉਹ ਹੈ ਜਿਹਨੂੰ ਅਰੈਸਟ ਕੀਤਾ ਜਾ ਰਿਹਾ ਹੈ, ਉਹਨੂੰ ਅਫੈਂਸ ਕੀ ਹੈ, ਉਹਦੀ ਜਿਹੜੀ ਅਫੈਂਸ ਦੀ ਸਜ਼ਾ ਤਾਂ ਹੋਣੀ ਵੱਖਰੀ ਹੋਣੀ ਹੈ। ਜੇਕਰ ਉਹ ਖੁਦ ਆਪਦੇ ਆਪ ਨੂੰ ਦੌੜਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਜਿਹੜਾ ਅਫੈਂਸ ਉਹਨੇ ਕਮਿਟ ਕੀਤਾ ਗਿਆ ਉਹ ਅਫੈਂਸ ਦੀ ਸਜ਼ਾ ਤਾਂ ਵੱਖਰੀ ਹੋਣੀ ਹੈ। ਪਰ ਇਹ ਜਿਹੜੀ ਉਹ obstruction ਕ੍ਰੀਏਟ ਕਰ ਰਿਹਾ ਹੈ, ਜੇ ਉਹ ਆਪਣੇ ਲਈ ਕਰ ਰਿਹਾ ਹੈ ਚਾਹੇ ਕਿਸੇ ਤੀਜੇ ਵਿਅਕਤੀ ਲਈ ਕਰ ਰਿਹਾ ਹੈ, ਜੋ ਆਪਣੇ ਲਈ obstruction ਕ੍ਰੀਏਟ ਕਰ ਰਿਹਾ ਹੈ, ਪਕੜਨ ਦੀ, ਅਰੈਸਟ ਕਰਨ ਦੀ, ਦੌੜਨ ਦੀ ਕੋਸ਼ਿਸ਼ ਕਰ ਰਿਹਾ ਹੈ, ਤਾਂ ਉਹਨੂੰ 6 ਮਹੀਨੇ ਤੱਕ ਦੀ ਵੱਖਰੀ ਸਜ਼ਾ ਹੋਏਗੀ ਇਨ ਐਡੀਸ਼ਨ ਟੂ ਦੈਟ offense which he has already committed। ਠੀਕ ਹੈ, 6 ਮਹੀਨੇ ਤੱਕ ਦੀ ਸਜ਼ਾ ਹੋ ਸਕਦੀ ਹੈ, ਵਿਦ ਫਾਈਨ ਵੀ ਹੋ ਸਕਦਾ ਹੈ, ਵਿਦਆਊਟ ਫਾਈਨ ਵੀ ਹੋ ਸਕਦੀ ਹੈ। ਦੇਖੋ ਥੋੜਾ ਫਰਕ ਹੈ ਹਰ ਕੇਸ ਦੇ ਵਿੱਚ, ਪਰ ਇੰਟਾਇਰਲੀ ਡਿਫਰੈਂਟ ਹੈਗਾ, ਠੀਕ ਹੈ ਜੀ। ਨੈਕਸਟ ਹੈ ਸੈਕਸ਼ਨ 226, ਵਾਇਲੇਸ਼ਨ ਆਫ ਕੰਡੀਸ਼ਨ ਆਫ ਰਿਮਿਸ਼ਨ ਆਫ ਪਨਿਸ਼ਮੈਂਟ। ਰਿਮਿਸ਼ਨ ਕੀ ਹੁੰਦੀ ਹੈ? ਰਿਮਿਸ਼ਨ ਹੁੰਦੀ ਹੈ ਮਾਫੀ ਆਫ ਪਨਿਸ਼ਮੈਂਟ। ਕਿਸ ਨੂੰ ਪਨਿਸ਼ਮੈਂਟ ਹੋਈ ਵੀ ਹੈ ਉਹਦੀ ਜਿਹੜੀ ਮਾਫੀ ਹੁੰਦੀ ਹੈ। ਜੇ ਮਾਫੀ ਹੁੰਦੀ ਹੈ ਤਾਂ ਕੋਈ ਸ਼ਰਤਾਂ ਵੀ ਸਰਕਾਰ ਵੱਲੋਂ ਲਗਾਈਆਂ ਜਾਂਦੀਆਂ ਨੇ, ਕੋਈ ਕੰਡੀਸ਼ਨ ਵੀ ਤੈਅ ਕੀਤੀਆਂ ਜਾਂਦੀਆਂ ਵੀ ਤੁਹਾਨੂੰ ਇਸ ਸ਼ਰਤ ਜਿਹੜੀ ਹੈਗੀ ਗਵਰਨਮੈਂਟ ਹੈਗੀ ਮਾਫੀ ਦਿੰਦੀ ਹੈਗੀ ਹੈ, ਠੀਕ ਹੈ। ਪਰ ਜੇਕਰ ਉਹ ਸ਼ਰਤਾਂ ਦੀ ਕੋਈ ਵਾਇਲੇਸ਼ਨ ਕਰਦਾ ਹੈ, ਠੀਕ ਹੈ, ਤਾਂ ਫਿਰ ਜਿਹੜੀ ਸ਼ਰਤ ਖਤਮ ਹੋ ਗਈ ਤਾਂ ਜਿਹੜੀ ਪਨਿਸ਼ਮੈਂਟ ਹੁੰਦੀ ਹੈ, ਜਿਹੜੀ ਮਾਫੀ ਹੁੰਦੀ ਹੈ, ਜਿਹੜੀ ਰਿਮਿਸ਼ਨ ਹੁੰਦੀ ਹੈ ਉਹ ਵੀ ਖਤਮ ਹੋ ਜਾਂਦੀ ਹੈ। whoever accepts any conditional remission of the punishment, ਜੇ ਕੋਈ accept ਕਰ ਲੈਂਦਾ ਹੈ ਕੰਡੀਸ਼ਨ ਦੇ ਬੇਸਿਸ ਤੇ ਮੈਨੂੰ ਮਾਫ ਕੀਤਾ ਜਾਵੇ, ਉਹ ਸ਼ਰਤਾਂ ਸਰਕਾਰ ਦੀਆਂ ਜੋ ਹੁੰਦੀਆਂ ਨੇ ਉਹ ਸ਼ਰਤਾਂ ਦੇ ਅਕੋਰਡਿੰਗ ਅਸੈਪਟ ਕਰ ਲੈਂਦਾ ਵੀ ਠੀਕ ਹੈ ਮੈਨੂੰ ਇਹ ਸ਼ਰਤਾਂ ਮਨਜ਼ੂਰ ਨੇ, ਮੈਨੂੰ ਮਾਫ ਕੀਤਾ ਜਾਵੇ, ਜਿਹੜੀਆਂ ਵੀ ਸ਼ਰਤਾਂ ਸਰਕਾਰ ਵੱਲੋਂ ਲਾਈਆਂ ਜਾਂਦੀਆਂ ਨੇ। ਪਰ ਫਿਰ ਨੋਇੰਗਲੀ ਵਾਇਲੇਟਸ ਐਨੀ ਕੰਡੀਸ਼ਨ, ਕੋਈ ਕੰਡੀਸ਼ਨ ਜਿਹੜੀ ਹੈਗੀ ਹੈ ਉਹ ਵਾਇਲੇਟ ਕਰਦਾ ਹੈਗਾ ਔਨ ਵਿਚ ਰਿਮਿਸ਼ਨ ਵਾਸ ਗਰੰਟਡ, ਜਿਸ ਦੇ ਆਧਾਰ ਤੇ ਜਿਹੜੀ ਉਹਨੂੰ ਰਿਮਿਸ਼ਨ ਹੈ ਗ੍ਰਾਂਟ ਕੀਤੀ ਗਈ ਸੀ, ਮਾਫੀ ਦਿੱਤੀ ਗਈ ਸੀਗੀ, ਉਹ ਜਿਹੜੀ ਸ਼ਰਤ ਹੈਗੀ ਉਹ ਵਾਇਲੇਟ ਕਰਦਾ ਹੈ, ਭੰਗ ਕਰਦਾ ਹੈ, ਸ਼ੈਲ ਬੀ ਪੁਨਿਸ਼ਡ so much of the punishment not suffered if not suffered conditionally। ਤਾਂ ਜਿੱਤਾ ਉਹ ਸਜ਼ਾ ਨਹੀਂ ਭੁਗਤ ਚੁੱਕਿਆ ਹੈ, ਠੀਕ ਹੈ, ਉਹਨੂੰ ਛੱਡ ਕੇ ਬਾਕੀ ਸਜ਼ਾ ਜਿਹੜੀ ਰਹਿੰਦੀ ਸੀਗੀ ਤਾਂ ਉਹਨੂੰ ਉਨੀ ਸਜ਼ਾ ਭੁਗਤਣੀ ਪਏਗੀ। ਜੇ ਉਹਨੇ ਸਜ਼ਾ ਬਿਲਕੁਲ ਭੁਗਤੀ ਨਹੀਂ ਹੈਗੀ ਤਾਂ ਜਿੰਨੀ ਸਜ਼ਾ ਪਨਿਸ਼ਮੈਂਟ ਦੀ ਸੀਗੀ ਤਾਂ ਪੂਰੀ ਸਜ਼ਾ ਉਹਨੂੰ ਭੁਗਤਣੀ ਪਏਗੀ। ਜੇ ਕੋਈ ਸ਼ਰਤ ਹੈਗੀ ਹੈ, ਕੋਈ ਕੰਡੀਸ਼ਨ ਦੇ ਬੇਸਿਸ ਤੇ ਉਹਨੂੰ ਰਿਮਿਸ਼ਨ ਦਿੱਤੀ ਗਈ ਸੀਗੀ, ਜੇ ਕੋਈ ਸ਼ਰਤਾਂ ਤੋੜਦਾ ਹੈਗਾ ਆਪਣੀ। Next is section 228, intentional insult or interruption to the public servant। ਕੋਈ ਵਿਅਕਤੀ ਕਿਸੇ ਪਬਲਿਕ ਸਰਵੈਂਟ ਨੂੰ ਜਿਹੜਾ ਕਿ ਜੁਡੀਸ਼ੀਅਲ ਪ੍ਰੋਸੀਡਿੰਗ ਦੇ ਵਿੱਚ ਬੈਠਾ ਹੋਵੇ, ਕੋਰਟ 'ਚ ਬੈਠਾ ਹੋਵੇ, ਜਿਵੇਂ ਕਿ ਜੱਜ ਦਾ ਕੋਈ ਰੀਡਰ ਹੋਵੇ, ਕੋਈ ਅਹਿਲਮਦ ਹੋਵੇ, ਠੀਕ ਹੈ, ਅਜਿਹੇ ਵਿਅਕਤੀ ਨੂੰ ਕੋਈ ਜਾਣਬੁੱਝ ਕੇ ਇੰਟੈਂਸ਼ਨਲੀ ਤੌਰ ਤੇ ਇਨਸਲਟ ਕਰੇ ਜਾਂ ਉਹਦੇ ਕੰਮ 'ਚ ਕੋਈ ਰੁਕਾਵਟ ਪਾਵੇ, ਇੰਟਰਪਸ਼ਨ ਕ੍ਰੀਏਟ ਕਰੇ, ਉਹਦੀ ਬੇਇੱਜ਼ਤੀ ਕਰੇ, whoever insult or interruption, ਠੀਕ ਹੈ, ਪ੍ਰੋਸੀਡਿੰਗ ਦੇ ਵਿੱਚ ਉਹ ਕੰਮ ਕਰ ਰਿਹਾ ਹੈਗਾ, ਤਾਂ ਉਹਦੀ ਜਿਹੜੀ ਸਜ਼ਾ ਹੈਗੀ ਹੈ ਉਸ ਵਿਅਕਤੀ ਨੂੰ ਜਿਹੜਾ ਕੋਈ ਇਦਾਂ ਦਾ ਕੋਈ ਐਕਟੀਵਿਟੀ ਕਰਦਾ ਹੈਗਾ ਤਾਂ ਸਿੰਪਲ ਇੰਪ੍ਰਿਜ਼ਨਮੈਂਟ ਫਾਰ ਏ ਟਰਮ 6 ਮਹੀਨੇ ਤੱਕ ਦੀ ਸਜ਼ਾ ਹੋ ਸਕਦੀ ਹੈ ਤੇ ਫਾਈਨ ਵੀ ਹੋ ਸਕਦਾ ਹੈ, ਤੇ ਦੋਨੋਂ ਵੀ ਹੋ ਸਕਦੇ ਨੇ। ਜੇ ਕੋਈ ਸਰਕਾਰੀ ਕੰਮ ਦੇ ਵਿੱਚ ਕਿਸੇ ਵੀ ਜੁਡੀਸ਼ੀਅਲ ਆਫੀਸਰ ਦੇ ਕਿਸੇ ਕਰਮਚਾਰੀ ਨੂੰ ਜਾਣਬੁੱਝ ਕੇ ਬੇਇੱਜ਼ਤੀ ਕਰੇ ਉਹਦੀ ਤੇ ਉਹਦੇ ਕੰਮ ਦੇ ਵਿੱਚ ਰੁਕਾਵਟ ਪਾਵੇ ਤਾਂ 6 ਮਹੀਨੇ ਤੱਕ ਦੀ ਸਜ਼ਾ ਕੀਤੀ ਜਾ ਸਕਦੀ ਹੈ। ਨੈਕਸਟ ਅਸੀਂ ਪੜਾਂਗੇ ਸੈਕਸ਼ਨ 228A, disclosure of identity of the victim of certain offenses। ਵਿਕਟਿਮ ਕੌਣ ਹੁੰਦਾ ਹੈ, offender ਕੌਣ ਹੁੰਦਾ? ਦੇਖੋ ਪਤਾ ਹੀ ਸਾਰਿਆਂ ਨੂੰ, ਤੁਹਾਨੂੰ ਹੁਣ ਤੱਕ ਪਤਾ ਲੱਗ ਚੁੱਕਾ ਹੋਗਾ। offender ਜਿਹਨੇ offense commit ਕੀਤਾ ਹੋਵੇ, ਵਿਕਟਿਮ ਜਿਹਦੇ ਖਿਲਾਫ ਕੋਈ offense commit ਹੋਇਆ ਹੋਵੇ, ਠੀਕ ਹੈ, ਜਿਹਦੇ ਖਿਲਾਫ ਕੋਈ offense commit ਹੋਇਆ ਹੋਵੇ, ਮਤਲਬ ਕਿ ਜਿਹਨੂੰ ਸੱਟਾਂ ਫੱਟਾਂ ਲੱਗੀਆਂ ਹੋਣ, ਠੀਕ ਹੈ, ਉਹ ਵਿਕਟਿਮ ਹੋ ਗਿਆ। ਜਿਹਨੇ offense commit ਕੀਤਾ ਹੈ ਉਸ ਨੂੰ ਅਸੀਂ offender ਕਹਿੰਦੇ ਆ। ਫਿਰ ਇੱਥੇ ਗੱਲ ਕਰ ਰਹੇ ਹਾਂ ਸੈਕਸ਼ਨ 228A ਦੀ,
ਡਿਸਕਲੋਜ਼ਰ ਆਫ ਆਇਡੈਂਟੀਟੀ, ਵੀ ਉਹ ਵਿਕਟਮ ਦੀ ਜਿਹੜੀ ਆਇਡੈਂਟੀਟੀ ਹੈ, ਵਿਕਟਮ ਦੀ ਜਿਹੜੀ ਜਾਣ ਪਹਿਚਾਣ ਹੈ, ਵਿਕਟਮ ਦਾ ਜਿਹੜਾ ਨਾਮ ਹੈਗਾ, ਜਿੱਥੇ ਕਿਤੇ ਲਾਅ ਕਹਿੰਦਾ ਵੀ ਉਹਦਾ ਨਾਮ ਸਾਹਮਣੇ ਨਹੀਂ ਆਉਣਾ ਚਾਹੀਦਾ, ਜਿਸ ਦੇ ਅਗੇਂਸਟ ਕੋਈ ਜੁਰਮ ਹੋਇਆ ਹੈ, ਜਿਵੇਂ ਕਿ ਰੇਪ ਹੋਇਆ, ਇਹ ਗੱਲ ਕਰ ਲਈਏ, ਇਹ ਸੈਕਸ਼ਨ 228A ਇਹ ਰੇਪ ਦੇ ਨਾਲ ਸੰਬੰਧਿਤ ਹੈਗਾ। ਠੀਕ ਹੈ, ਜਿਸ ਕਿਸੇ ਲੜਕੀ ਦੇ ਨਾਲ ਕੋਈ ਰੇਪ ਹੋਇਆ ਹੈ, ਉਹਦੇ ਨਾਮ ਨੂੰ ਡਿਸਕਲੋਜ਼ ਕਰਨ ਦਾ ਨਹੀਂ ਬਣਦਾ ਹੈਗਾ ਵਿਦਆਊਟ ਹਰ ਕੰਸੈਂਟ। ਠੀਕ ਹੈ, ਜੇਕਰ ਉਹਦੇ ਨਾਮ ਨੂੰ ਕੋਈ ਜਾਣਬੁੱਝ ਕੇ ਚਿੱਕੜ ਉਛਾਲੇ, ਕੋਈ ਉਹਦੇ ਨਾਮ ਨੂੰ ਡਿਸਕਲੋਜ਼ ਕਰੇ, ਅਖਬਾਰ 'ਚ ਕੋਈ ਨਿਊਜ਼ ਦੇਵੇ, ਠੀਕ ਹੈ, ਜਾਂ ਕਿਤੇ ਕੋਈ ਹੋਰ ਕਿਤੇ ਮਤਲਬ ਕਿ ਬੋਲ ਕੇ ਕਿਤੇ ਦੱਸ ਕੇ ਉਹਦੇ ਨਾਮ ਦੀ ਪਬਲਿਸਿਟੀ ਕਰੇ, whoever prints or publishes the name any matter which may make known identity, ਜਿਸ ਤੋਂ ਇਹ ਪਤਾ ਲੱਗੇ ਵੀ ਇਹ ਕਿਸ ਲੜਕੀ ਦੇ ਨਾਲ ਰੇਪ ਹੋਇਆ ਹੈਗਾ, ਕਿਸ ਲੜਕੀ ਦੇ ਨਾਲ, ਕੌਣ ਲੜਕੀ ਵਿਕਟਮ ਹੈਗੀ ਹੈ, ਠੀਕ ਹੈ, ਉਹਦਾ ਨਾਮ ਨੂੰ ਡਿਸਕਲੋਜ਼ ਕਰੇ, ਤਾਂ ਇੱਥੇ ਕੀ ਹੈਗਾ, ਉਸ ਵਿਅਕਤੀ ਨੂੰ ਜਿਹੜਾ ਜਾਣਬੁੱਝ ਕੇ ਇਸ ਨੂੰ ਡਿਸਕਲੋਜ਼ ਕਰਦਾ ਹੈ, ਜਦੋਂ ਕੋਈ ਲਾਅ ਪ੍ਰੋਵਾਈਡ ਨਹੀਂ ਕਰਦਾ ਵੀ ਉਹਦਾ ਨਾਮ ਡਿਸਕਲੋਜ਼ ਹੋਵੇ, ਕਿ ਤਾਂ ਉਹਦੇ ਨਾਲ ਅਫੈਂਸ ਕਮਿਟ ਹੋਇਆ ਤੇ ਉਹਦੀ ਸਮਾਜ ਦੇ ਵਿੱਚ ਬੇਇੱਜ਼ਤੀ ਹੋਵੇ। ਠੀਕ ਹੈ, ਐਸੇ ਕੇਸ ਦੇ ਵਿੱਚ ਜਿਹੜਾ ਕੋਈ ਵਿਅਕਤੀ ਐਸੀ ਐਕਟੀਵਿਟੀ ਕਰਦਾ ਹੈਗਾ, ਕੋਈ ਨਾਮ ਪ੍ਰਿੰਟ ਕਰਦਾ ਹੈ, ਕੋਈ ਪਬਲਿਸ਼ ਕਰਦਾ ਹੈ ਉਹਦੇ ਨਾਮ ਨੂੰ, ਤਾਂ ਉਹਨੂੰ ਜਿਹੜੀ ਸਜ਼ਾ ਹੈਗੀ ਹੈ 2 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ ਤੇ ਫਾਈਨ ਵੀ ਨਾਲ ਹੋ ਸਕਦਾ ਹੈਗਾ। ਤੇ ਫਿਰ ਕੀ ਹੈਗਾ, ਸਬਸੈਕਸ਼ਨ 2 ਕੀ ਹੈ, ਨਥਿੰਗ ਅਪਲਾਈਡ ਇਨ ਇਫ ਪ੍ਰਿੰਟਿੰਗ ਨੇਮ ਪਬਲਿਕੇਸ਼ਨ, ਜੇ ਕੋਈ ਪ੍ਰਿੰਟਿੰਗ ਕਰਦਾ ਹੈ ਜਾਂ ਪਬਲਿਕੇਸ਼ਨ ਕਰਦਾ ਹੈ ਬਾय द ਆਰਡਰ ਆਫਿਸਰ ਇੰਚਾਰਜ ਆਫ ਦਾ ਪੁਲਿਸ, ਜੇਕਰ ਪੁਲਿਸ ਆਫਿਸਰ ਨੇ ਕੋਈ ਆਰਡਰ ਕੀਤਾ ਹੈਗਾ ਕਿਸੇ ਪ੍ਰੈਸ ਨੂੰ, ਠੀਕ ਹੈ, ਉਸ ਆਰਡਰ ਦੇ ਅਗੇਂਸਟ ਜਾਂ ਪੁਲਿਸ ਆਫਿਸਰ ਕੋਈ ਇਨਵੈਸਟੀਗੇਸ਼ਨ ਕਰ ਰਿਹਾ ਹੈਗਾ, ਪੁਲਿਸ ਆਫਿਸਰ ਵੱਲੋਂ ਇਨਵੈਸਟੀਗੇਸ਼ਨ ਦੇ ਦੌਰਾਨ ਕੋਈ ਆਰਡਰ ਕੀਤਾ ਜਾਂਦਾ ਪ੍ਰੈਸ ਵਾਲਿਆਂ ਨੂੰ, ਲਿਖਤੀ ਤੌਰ ਤੇ ਰਿਟਨ ਦੇ ਵਿੱਚ ਕੋਈ ਆਰਡਰ ਭੇਜਿਆ ਜਾਂਦਾ ਹੈ, ਫਿਰ ਉਹਦੀ ਜਿਹੜੀ ਪਬਲਿਸਿਟੀ ਹੈਗੀ ਹੈ, ਉਹਦੀ ਪ੍ਰਿੰਟਿੰਗ ਕੀਤੀ ਜਾ ਸਕਦੀ ਹੈ, ਫਿਰ ਉਹ ਉੱਪਰ ਇਹ ਦੋਸ਼ ਜਿਹੜਾ ਹੈਗਾ ਸਬਸੈਕਸ਼ਨ 1 ਦੇ ਵਿੱਚ ਜਿਹੜਾ ਲੱਗਿਆ ਹੈਗਾ, ਫਿਰ ਉਹ ਨਹੀਂ ਲੱਗੇਗਾ। ਜਾਂ ਫਿਰ ਵਿਦ ਦ ਅਥਾਰਟੀ ਆਫ ਦਾ ਵਿਕਟਮ, ਜਿਹੜਾ ਵਿਕਟਮ ਜਿਹਦੇ ਅਗੇਂਸਟ ਅਫੈਂਸ ਕਮਿਟ ਹੋਇਆ, ਜਿਵੇਂ ਕਿ ਲੜਕੀ ਦੀ ਗੱਲ ਕਰ ਲਈਏ ਆਪਾਂ, ਫੀਮੇਲ ਦੀ ਗੱਲ ਕਰ ਲਈਏ, ਜੇਕਰ ਉਹ ਕੰਸੈਂਟ ਦੇ ਦੇਵੇ ਵੀ ਹਾਂ ਠੀਕ ਹੈ ਮੇਰਾ ਨਾਮ ਪ੍ਰਿੰਟ ਹੋ ਜਾਏ, ਮੈਨੂੰ ਕੋਈ ਇਤਰਾਜ਼ ਨਹੀਂ ਹੈਗਾ, ਰਿਟਨ 'ਚ ਉਹ ਅਫੈਂਸ ਦੇ ਆਪਦੀ ਕੰਸੈਂਟ ਦੇ ਦੇਵੇ, ਤਦ ਵੀ ਜਿਹੜੀ ਹੈਗੀ ਆ ਫਿਰ ਇਹ ਜਿਹੜਾ ਸੈਕਸ਼ਨ ਹੈ ਉੱਪਰ ਜਿਹੜਾ ਉਹ ਨਹੀਂ ਲੱਗਦਾ ਹੈਗਾ, ਐਗਜ਼ੈਂਪਸ਼ਨ ਹੁੰਦੀ ਹੈ। ਜਾਂ ਫਿਰ ਵੇਅਰ ਵਿਕਟਮ ਇਜ਼ ਡੈਡ ਔਰ ਮਾਈਨਰ ਔਰ ਅਨਸਾਊਂਡ ਮਾਈਂਡ, ਜੇਕਰ ਜਿਹੜਾ ਵਿਕਟਮ ਸੀਗਾ ਉਹਦੀ ਮੌਤ ਹੋ ਜਾਵੇ, ਜਾਂ ਮਾਈਨਰ ਹੋਵੇ ਜਾਂ ਅਨਸਾਊਂਡ ਹੋਵੇ, ਵਿਕਟਮ ਜਿਹਦੇ ਅਗੇਂਸਟ ਆਫੈਂਸ ਕਮਿਟ ਹੋਇਆ ਉਹਦੀ ਮੌਤ ਹੋ ਚੁੱਕੀ ਹੋਵੇ, ਜਾਂ ਉਹ ਮਾਈਨਰ ਹੋਵੇ, ਛੋਟਾ ਹੋਵੇ ਉਮਰ ਦੇ ਵਿੱਚ, ਜਾਂ ਫਿਰ ਉਹ ਅਨਸਾਊਂਡ ਮਾਈਂਡ ਹੋਵੇ, ਯਾਨੀ ਕਿ ਦਿਮਾਗੀ ਤੌਰ ਤੇ ਕੰਮ ਨਾ ਕਰਦਾ ਹੋਵੇ, ਵਿਦ ਦਾ ਕੰਸੈਂਟ ਔਰ ਰਿਟਨ ਬਾਈ ਦਾ ਨੈਕਸਟ ਕਿਨ, ਜਿਹੜੇ ਉਹਦੇ ਲੀਗਲ ਵਾਰਸ ਹੈਗੇ ਨੇ, ਕਾਨੂੰਨੀ ਤੌਰ ਤੇ ਵਾਰਸ ਹੈਗੇ ਨੇ, ਤਾਂ ਉਹਨਾਂ ਦੀ ਜਦੋਂ ਤੱਕ ਕੰਸੈਂਟ ਨਹੀਂ ਮਿਲਦੀ ਹੈਗੀ, ਉਦੋਂ ਤੱਕ ਕੋਈ ਕਿਸੇ ਦਾ ਨਾਮ ਪ੍ਰਿੰਟ ਨਹੀਂ ਕੀਤਾ ਜਾ ਸਕਦਾ, ਪਬਲਿਸ਼ ਨਹੀਂ ਕੀਤਾ ਜਾ ਸਕਦਾ। ਜਿਹਦੀ ਇਹ ਕੰਸੈਂਟ ਉਹਨਾਂ ਨੇ ਦੇਣੀ ਹੈ, ਉਹ ਚੇਅਰਮੈਨ ਆਫ ਦਾ ਪਬਲਿਕ ਵੈਲਫੇਅਰ ਆਫ ਆਰਗੇਨਾਈਜੇਸ਼ਨ ਰਿਕੋਗਨਾਈਜ਼ਡ ਬਾਈ ਦਾ ਸੈਂਟਰਲ ਗਵਰਨਮੈਂਟ ਵੱਲੋਂ ਜੇ ਕੋਈ ਰਿਕੋਗਨਾਈਜ਼ ਕੀਤੀ ਗਈ ਹੈਗੀ ਹੈ, ਜਿਹੜੀ ਵੈਲਫੇਅਰ ਆਰਗੇਨਾਈਜੇਸ਼ਨ ਹੈਗੀ ਹੈ, ਉਹਦੇ ਸੈਕਟਰੀ ਨੂੰ ਜਾਂ ਉਹਦੇ ਚੇਅਰਮੈਨ ਨੂੰ ਹੀ ਕੰਸੈਂਟ ਦਿੱਤੀ ਜਾ ਸਕਦੀ ਹੈ, ਡਾਇਰੈਕਟਲੀ ਤੌਰ ਤੇ ਪੁਲਿਸ ਨੂੰ ਕੰਸੈਂਟ ਨਹੀਂ ਦਿੱਤੀ ਜਾ ਸਕਦੀ, ਕਿਉਂਕਿ ਪੁਲਿਸ ਦੇ ਡਾਇਰੈਕਟਲੀ ਤੌਰ ਤੇ ਜਿਹੜੀ ਕੰਸੈਂਟ ਦੇਣੀ ਨਹੀਂ ਬਣਦੀ ਹੈਗੀ, ਕਿਉਂਕਿ ਇਹ ਵੀ ਹੋ ਸਕਦਾ ਹੈ ਵੀ ਜਾਣਬੁੱਝ ਕੇ ਕਿਸੇ ਨੇ ਧੱਕੇ ਨਾਲ ਕੰਸੈਂਟ ਲੈ ਲਈ ਹੋਵੇ। ਇਸ ਕਰਕੇ ਜਿੱਥੇ ਕੰਸੈਂਟ ਦੇਣ ਦੀ ਗੱਲ ਕੀਤੀ ਜਾ ਰਹੀ ਹੈ ਲੀਗਲ ਹੇਅਰਸ ਵੱਲੋਂ, ਠੀਕ ਹੈ, ਤਾਂ ਜਾਂ ਲੜਕੀ ਵੱਲੋਂ, ਵਿਕਟਮ ਵੱਲੋਂ ਜਿੱਥੇ ਕਿਤੇ ਕੰਸੈਂਟ ਦੇਣ ਦੀ ਗੱਲ ਕੀਤੀ ਜਾ ਰਹੀ ਹੈ, ਉਹ ਜਿਹੜੀ ਕੰਸੈਂਟ ਹੈਗੀ ਹੈ ਉਹ ਸੈਕਟਰੀ ਜਾਂ ਫਿਰ ਚੇਅਰਮੈਨ ਵੈਲਫੇਅਰ ਜਿਹੜੀ ਆਰਗੇਨਾਈਜੇਸ਼ਨ ਕੋਈ ਹੋਈ ਹੋਵੇ ਤੇ ਰਿਕੋਗਨਾਈਜ਼ਡ ਹੋਵੇ ਸੈਂਟਰਲ ਗਵਰਨਮੈਂਟ ਵੱਲੋਂ ਜਾਂ ਸਟੇਟ ਗਵਰਨਮੈਂਟ ਵੱਲੋਂ, ਸਿਰਫ ਉਸ ਨੂੰ ਹੀ ਕੰਸੈਂਟ ਦਿੱਤੀ ਜਾ ਸਕਦੀ ਹੈ। ਉਹ ਫਰਦਰ ਅੱਗੇ ਜਾ ਕੇ ਕਿਸੇ ਜਿਹੜਾ ਪਬਲਿਸ਼ਰ ਹੈਗਾ, ਕੋਈ ਪ੍ਰੈਸ ਰਿਪੋਰਟਰ ਹੈਗਾ, ਉਹਨੂੰ ਅੱਗੇ ਫਰਦਰ ਉਹਨਾਂ ਵੱਲੋਂ ਜਿਹੜੀ ਕੰਸੈਂਟ ਹੈ ਉਹ ਭੇਜੀ ਜਾ ਸਕਦੀ ਹੈ, ਤਾਂ ਕਿ ਉਹਨੂੰ ਅਲਾਉ ਕੀਤਾ ਜਾ ਸਕਦਾ ਪ੍ਰਿੰਟ ਕਰਨ ਦੇ ਲਈ, ਪਬਲਿਸ਼ ਕਰਨ ਦੇ ਲਈ। ਸਬਸੈਕਸ਼ਨ 3 ਹੈਗਾ whoever parents or publishes any matter in relation any proceeding before a court, ਕੋਰਟ ਦੇ ਵਿੱਚ ਕੋਈ ਕੇਸ ਚੱਲ ਰਿਹਾ ਹੈ ਇਦਾਂ ਦਾ, ਠੀਕ ਹੈ, ਕੋਰਟ ਕੇਸ ਕੋਈ ਚੱਲ ਰਿਹਾ, ਆਲਰੇਡੀ ਪ੍ਰੋਸੀਡਿੰਗ ਸਟਾਰਟ ਹੋਈਆਂ ਹੋਈਆਂ ਨੇ, ਚੱਲ ਰਹੀਆਂ ਨੇ, ਫਿਰ ਵੀ ਕੋਈ ਵਿਅਕਤੀ ਜੇ ਕੋਈ ਮਤਲਬ ਕਿ ਕੋਈ ਪ੍ਰਿੰਟ ਕਰਦਾ ਹੈਗਾ, ਕੋਈ ਪਬਲਿਸ਼ ਕਰਦਾ, ਜਿਹਦੇ ਨਾਲ ਜਿਹੜਾ ਕੋਰਟ ਦਾ ਜਿਹੜੀ ਪ੍ਰੋਸੀਡਿੰਗ ਨੇ ਉਹ ਅਫੈਕਟ ਕਰਦੀਆਂ ਨੇ, ਵਿਦਆਊਟ ਦਾ ਪਰਮਿਸ਼ਨ ਆਫ ਦਾ ਕੋਰਟ ਦੀ ਮਨਜ਼ੂਰੀ ਤੋਂ ਬਗੈਰ ਕੋਈ ਪਬਲਿਸ਼ ਕਰਦਾ ਹੈ, ਤਾਂ ਜਿਹਦਾ ਅਫੈਕਟ ਉਹਦੀ ਕੋਰਟ ਦੀ ਜਿਹੜੀ ਪ੍ਰੋਸੀਡਿੰਗ ਹੈ ਉਹਦੇ ਉੱਪਰ ਪੈ ਸਕਦਾ ਹੈ, ਤਾਂ ਉਸ ਵਿਅਕਤੀ ਨੂੰ ਵਿਦਆਊਟ ਦਾ ਪਰਮਿਸ਼ਨ ਜੇ ਕੋਈ ਕਰਦਾ ਹੈ, ਪਬਲਿਸ਼ ਕਰਦਾ ਹੈ, ਪ੍ਰਿੰਟ ਕਰਦਾ ਹੈ, ਤਾਂ 2 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ ਤੇ ਨਾਲ ਫਾਈਨ ਵੀ ਹੋ ਸਕਦਾ ਹੈ। ਪਰ ਦੂਸਰੀ ਗੱਲ ਇੱਥੇ ਕਿ ਐਕਸੈਪਸ਼ਨ ਦਿੱਤੀ ਹੈ,
ਐਕਸੈਪਸ਼ਨ ਇਹ ਦਿੱਤੀ ਗਈ ਹੈ ਵੀ ਜੇਕਰ ਕੋਰਟ ਨੇ ਕੋਈ ਜਜਮੈਂਟ ਦੇ ਦਿੱਤੀ, ਠੀਕ ਹੈ, ਜੇ ਉਹ ਹਾਈ ਕੋਰਟ ਹੈ, ਜੇ ਉਹ ਸੁਪਰੀਮ ਕੋਰਟ ਹੈ, ਜੇ ਕੋਈ ਜਜਮੈਂਟ ਦਿੱਤੀ, ਜਿਹੜੀ ਜਜਮੈਂਟ ਹੈ, ਜਜਮੈਂਟ ਨੂੰ ਪ੍ਰਿੰਟ ਕਰਨਾ ਅਖਬਾਰ ਦੇ ਵਿੱਚ ਜਾਂ ਕਿਸੇ ਮੈਗਜ਼ੀਨ ਦੇ ਵਿੱਚ, ਉਹ ਕੋਈ ਕਾਨੂੰਨੀ ਜੁਰਮ ਨਹੀਂ ਹੈਗਾ। ਉਹਦੇ ਉੱਤੇ ਜਿਹੜਾ ਇਹ ਸੈਕਸ਼ਨ ਹੈ ਉਹ ਨਹੀਂ ਲੱਗਦਾ ਹੈਗਾ। ਇੱਥੇ ਐਕਸੈਪਸ਼ਨ ਹੈਗੀ ਹੈ ਜਦੋਂ ਜਜਮੈਂਟ ਹੈਗੀ, ਇਹ ਡਿਕਲੇਅਰ ਹੋ ਚੁੱਕੀ ਹੈ, ਕਨਵੈਕਸ਼ਨ ਹੋ ਚੁੱਕੀ ਹੈ, ਇੱਥੇ ਨਾਮ ਤੇ ਜੋ ਵੀ ਹੈਗੇ ਨੇ ਉਹ ਸਾਰੇ ਆ ਚੁੱਕੇ ਨੇ, ਤੇ ਜਜਮੈਂਟ ਨੂੰ ਜਿਹੜਾ ਹੈਗਾ ਉਹ ਪਬਲਿਸ਼ ਕੀਤਾ ਜਾ ਸਕਦਾ ਹੈ, ਚਾਹੇ ਉਹ ਸੁਪਰੀਮ ਕੋਰਟ ਦੀ ਹੋਵੇ, ਚਾਹੇ ਉਹ ਹਾਈ ਕੋਰਟ ਦੀ ਹੋਵੇ, ਤਾਂ ਇੱਥੇ ਕੋਈ offense ਨਹੀਂ ਹੋਏਗਾ। ਨੈਕਸਟ ਅਸੀਂ ਪੜਾਂਗੇ ਸੈਕਸ਼ਨ 229, ਪਰਸੋਨੇਸ਼ਨ ਆਫ ਏ ਯੂਰੋ ਔਰ ਅਸੈਸਰ। ਆਪਦੇ ਆਪ ਨੂੰ ਜੁਡੀਸ਼ਰੀ ਦੱਸ ਕੇ, ਆਪਦੇ ਆਪ ਨੂੰ ਜੱਜ ਦੱਸ ਕੇ, ਆਪਦੇ ਆਪ ਨੂੰ ਮੈਜਿਸਟ੍ਰੇਟ ਕਹਿ ਕੇ, ਜਾਂ ਆਪਦੇ ਆਪ ਨੂੰ ਅਸੈਸਰ ਕਹਿ ਕੇ। ਅਸੈਸਰ ਕੌਣ ਹੁੰਦਾ ਹੈ? ਅਸੈਸਮੈਂਟ ਲਗਾਉਣ ਵਾਲਾ, ਠੀਕ ਹੈ। ਯੂਰੋ ਕੌਣ ਹੁੰਦਾ ਹੈ? ਫੈਸਲਾ ਕਰਨ ਵਾਲਾ। ਆਪਣੇ ਆਪ ਨੂੰ ਫੈਸਲਾ ਕਰਨ ਵਾਲਾ, ਆਪਣੇ ਆਪ ਨੂੰ ਅਸੈਸਰ ਕਹਿ ਕੇ। ਪਰਸੋਨੇਸ਼ਨ, ਪਰਸੋਨੇਸ਼ਨ ਮਤਲਬ ਕਿ ਹੋਵੇ ਕੋਈ ਹੋਰ ਵਿਅਕਤੀ ਪਰ ਕਹਦੇ ਮੈਂ ਹੀ ਹਾਂ। ਬੀ ਨਾ ਹੁੰਦਾ ਵਿਅਕਤੀ, ਇਹ ਆਪਦੇ ਆਪ ਨੂੰ ਇਹ ਸਾਬਤ ਕਰਕੇ, ਠੀਕ ਹੈ, ਕੋਈ ਯੂਰੋ ਕਰਦਾ ਹੈ ਜਾਂ ਕੋਈ ਅਸੈਸਿੰਗ ਕਰਦਾ ਹੈ। whoever by personation or otherwise intentionally suffer himself to be returned, impaneled or sworn as juryman। ਕਹਿੰਦਾ ਵੀ ਮੈਂ ਇਸ ਪੈਨਲ ਦੇ ਵਿੱਚ ਹੈਗਾ, ਮੈਂ ਮੈਂਬਰ ਹੈਗਾ ਇਸ ਪੈਨਲ ਦੇ ਵਿੱਚ ਜਿਹਨੇ ਫੈਸਲਾ ਕਰਨਾ ਹੈ, ਠੀਕ ਹੈ, ਤੇ ਸਹੁੰ ਚੁੱਕਦਾ ਹੈ ਐਜ ਏ ਜੂਰੀਮੈਨ, ਸਹੁੰ ਚੁੱਕ ਲੈਂਦਾ ਹੈਗਾ, ਪਰ ਐਕਚੁਅਲੀ ਉਹ ਹੁੰਦਾ ਨਹੀਂ ਹੈਗਾ, ਵਿਅਕਤੀ ਕੋਈ ਹੋਰ ਹੁੰਦਾ ਹੈ, ਉਹਦੀ ਥਾਂ ਤੇ ਕੋਈ ਹੋਰ ਵਿਅਕਤੀ ਬਣ ਕੇ ਜਾ ਕੇ ਉਹਦੀ ਸਹੁੰ ਚੁੱਕ ਲੈਂਦਾ ਹੈਗਾ। ਔਰ ਅਸੈਸਰ ਇਨ ਐਨੀ ਕੇਸ, ਜਾਂ ਕਿਸੇ ਕੇਸ 'ਚ ਉਹ ਅਸੈਸਰ ਬਣ ਜਾਂਦਾ ਹੈ ਅਸੈਸਮੈਂਟ ਕਰਨ ਦੀ ਖਾਤਰ, ਪਰ ਹੁੰਦਾ ਉਹ ਐਕਚੁਅਲੀ ਆਪ ਨਹੀਂ ਹੈਗਾ। ਤਾਂ ਅਜਿਹੇ ਕੇਸ ਇਨ ਵਿਚ ਨੋਜ਼ ਔਰ ਨਾਟ ਇੰਟਾਈਟਲ ਟੂ ਬੀ ਲਾਈਡ ਬਾਈ ਲਾਅ, ਉਹ ਪਤਾ ਹੈ ਉਸਨੂੰ, ਮੈਂ ਜਾਣਬੁੱਝ ਕੇ, ਜੇ ਤਾਂ ਉਹਨੂੰ ਪਤਾ ਹੀ ਨਹੀਂ ਹੈਗਾ, ਕਿਸੇ ਕੇਸ 'ਚ ਹੋਰ ਗਿਆ ਹੋਵੇ, ਗਲਤੀ ਨਾਲ ਕਿਸੇ ਕੇਸ 'ਚ ਹੋਰ ਚਲਾ ਜਾਵੇ, ਮਤਲਬ ਕਿ ਬੋਨਾਫਾਈਡ ਹੋਵੇ, ਫਿਰ ਤਾਂ ਗੱਲ ਵੱਖਰੀ ਹੈ। ਪਰ ਜਦੋਂ ਉਹਨੂੰ ਪਤਾ ਮੈਂ ਇਸ ਕੇਸ ਦੇ ਵਿੱਚ ਨਹੀਂ ਹੈਗਾ, ਇਸ ਕੇਸ ਨਾ ਮੈਂ ਯੂਰੀ ਹਾਂ ਤੇ ਨਾ ਹੀ ਮੈਂ ਅਸੈਸਰ ਹਾਂ, ਠੀਕ ਹੈ, ਜਾਣਬੁੱਝ ਕੇ ਉਸ ਕੇਸ ਦੇ ਵਿੱਚ ਯੂਰੀ ਬਣ ਜਾਵੇ, ਅਸੈਸਰ ਬਣ ਜਾਵੇ। ਸ਼ੈਲ ਵੋਲੰਟਰਲੀ ਸਰਵ ਔਨ ਯੂਰੀ ਔਰ ਅਸੈਸਰ, ਤੇ ਜਾਣਬੁੱਝ ਕੇ ਫਿਰ ਉਹ ਕੰਮ ਵੀ ਕਰੇ ਆਪਣਾ, ਜੋ ਯੂਰੀ ਦੀ ਜ਼ਿੰਮੇਵਾਰੀ ਬਣਦੀ ਹੈ, ਜੋ ਅਸੈਸਰ ਦੀ ਜ਼ਿੰਮੇਵਾਰੀ ਬਣਦੀ ਹੈ, ਉਹ ਕੰਮ ਵੀ ਕਰ ਦੇਵੇ, ਠੀਕ ਹੈ। ਸ਼ੈਲ ਬੀ ਪੁਨਿਸ਼ਡ 2 ਈਅਰ, ਤਾਂ ਉਸ ਵਿਅਕਤੀ ਨੂੰ ਜਿਹੜਾ ਗਲਤ ਬੰਦੀ ਥਾਂ ਤੇ ਗਲਤ ਬੰਦਾ ਬਣ ਕੇ ਆਪਦੇ ਆਪ ਨੂੰ ਗਲਤ ਸਾਬਤ ਕਰਕੇ, ਆਪਦੇ ਆਪ ਨੂੰ ਸਹੀ ਸਾਬਤ ਕਰਕੇ ਹੋਵੇ ਉਹ ਗਲਤ, ਠੀਕ ਹੈ, ਐਜ ਏ ਯੂਰੀ ਦੀ ਡਿਊਟੀ ਨਿਭਾਵੇ ਕੋਈ, ਐਜ ਏ ਅਸੈਸਰ ਕੋਈ ਕੰਮ ਕਰੇ, ਤਾਂ ਉਹਨੂੰ 2 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ। ਜੁਰਮਾਨਾ ਵੀ ਹੋ ਸਕਦਾ ਹੈ ਤੇ ਦੋਨੋਂ ਵੀ ਹੋ ਸਕਦੇ। ਨੈਕਸਟ ਅਸੀਂ ਪੜਾਂਗੇ ਸੈਕਸ਼ਨ ਚੈਪਟਰ 13। ਚੈਪਟਰ 12 ਤੁਹਾਡੇ ਸਿਲੇਬਸ ਦੇ ਵਿੱਚ ਨਹੀਂ ਹੈਗਾ, ਡਾਇਰੈਕਟਲੀ ਆ ਜਾਓ ਜੀ ਚੈਪਟਰ 13 ਤੇ, ਸੈਕਸ਼ਨ 264 ਤੇ ਪਹੁੰਚੋ। ਸੈਕਸ਼ਨ 264 ਚੈਪਟਰ 13 ਕੀ ਹੈ ਜੀ? offenses relating to the weights and measures। ਇੱਥੇ ਤੱਕੜੀ ਵੱਟਿਆਂ ਦੀ ਗੱਲ ਕਰ ਰਿਹਾ ਹੈ, weights and measures। weight ਦੀਆਂ ਜਿਹੜੀਆਂ ਮਸ਼ੀਨਾਂ ਨੇ, ਜਿਹੜੇ weight ਨੇ, ਉਹਦੇ ਸੰਬੰਧ ਵਿੱਚ ਕੋਈ ਜਿਹੜੇ ਕੋਈ offense commit ਹੁੰਦੇ ਨੇ, ਉਹਦੇ ਬਾਰੇ ਗੱਲ ਕੀਤੀ ਹੈ। ਸੈਕਸ਼ਨ 264 fraudulent use of false instrument for weighing। ਕੋਈ ਵਿਅਕਤੀ ਜਾਣਬੁੱਝ ਕੇ ਧੋਖੇ ਦੇ ਨਾਲ ਦੂਜਿਆਂ ਨੂੰ ਧੋਖਾ ਦੇਣ ਦੀ ਖਾਤਰ ਫਾਲਸ ਇੰਸਟਰੂਮੈਂਟ ਯੂਜ਼ ਕਰਦਾ ਹੈ weight ਦੇ। weight ਐਕਚੁਅਲ ਦੇ ਵਿੱਚ 2 ਕਿਲੋ ਹੋਵੇ, weight ਦੱਸਦਾ ਹੋਵੇ ਉਹ ਇੰਸਟਰੂਮੈਂਟ 3 ਕਿਲੋ, ਠੀਕ ਹੈ। weight ਐਕਚੁਅਲ ਦੇ ਵਿੱਚ 4 ਕਿਲੋ ਹੋਵੇ, weight ਦੱਸਦਾ ਹੋਵੇ 4.5 ਕਿਲੋ, ਜਾਂ weight ਐਕਚੁਅਲ 'ਚ 4 ਕਿਲੋ ਹੋਵੇ, ਦੱਸਦਾ ਹੋਵੇ 3.5 ਕਿਲੋ, ਮਤਲਬ ਕਿ ਫਾਲਸ weight, ਜਿਵੇਂ ਲੋੜ ਦੇ ਮੁਤਾਬਕ ਉਹ ਆਪਦਾ ਵਰਤਦਾ ਹੋਵੇ। ਜੇ ਉਹਨੇ ਲੈਣਾ ਹੈ ਤਾਂ ਘੱਟ ਦਰਸਾਵੇ, ਜੇ ਦੇਣਾ ਤਾਂ ਵੱਧ ਦਰਸਾਵੇ। ਇੱਦਾਂ ਦੇ ਜੋ ਕੋਈ ਫਾਲਸ ਇੰਸਟਰੂਮੈਂਟ ਯੂਜ਼ ਕਰਦਾ ਹੈ weight ਦੇ, ਤਾਂ ਉਸ ਵਿਅਕਤੀ ਨੂੰ ਹੈਗਾ 1 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ, ਔਰ ਫਾਈਨ ਔਰ ਬੋਥ, ਨਾ ਜੁਰਮਾਨਾ ਵੀ ਸਕਦਾ ਹੈ, ਦੋਨੋਂ ਵੀ ਹੋ ਸਕਦੇ ਨੇ। ਸੈਕਸ਼ਨ 265 ਕੀ ਕਹਿੰਦਾ ਹੈ? fraudulent use of false weight ਔਰ measure। ਉੱਪਰ ਗੱਲ ਕਰੀ ਸੀ ਇੰਸਟਰੂਮੈਂਟ ਦੀ, ਇੰਸਟਰੂਮੈਂਟ ਮੇ ਵੀ ਕੋਈ ਹੋਰ ਇੰਸਟਰੂਮੈਂਟ ਹੋ ਸਕਦਾ ਹੈ weight measure ਦਾ। ਇੱਥੇ ਆ ਗਿਆ fraudulent use of false weight ਔਰ measure, ਸਜ਼ਾ ਸੇਮ ਹੀ ਹੈ।
मतलब माड़ा मोटा मशीनरी 'ਚ फर्क हो सकता है, किदां दी कोई वेट मीयर दी कोई किदां दा होवे, कोई किदां दा होवे। इत्थे भी सज़ा जिहड़ी हैगी है, जे कोई फ्रॉडुलेंट फाल्स यूज़ करता हैगा वेट मीयर, तां भी सज़ा 1 साल तक दी हो सकदी है, ते ओह फाइन भी हो सकदा है ते नाल दोनों भी हो सकदे ने। फिर नेक्स्ट हैगा 265 फ्रॉडुलेंट यूज़ ऑफ फाल्स वेट और measure। 266 बीइंग इन पोजेशन फाल्स वेट और measure। ਕਿਸੇ ਦੇ ਕਬਜ਼ੇ 'ਚ ਜੇ ਉਹਨੇ ਯੂਜ਼ ਨਾ ਕੀਤਾ ਹੋਵੇ, ਜੇ ਬੇਸ਼ੱਕ ਯੂਜ਼ ਨਾ ਕੀਤੇ ਹੋਣ, ਕਿਸੇ ਦੇ ਪੋਜੈਸ਼ਨ ਦੇ ਵਿੱਚ ਫਾਲਸ ਵੇਟ ਹੋਣ, ਠੀਕ ਹੈ, ਫਾਲਸ ਵੇਟ ਤੇ ਮੇਜਰ ਹੋਣ, ਉਹਦੇ ਕਬਜ਼ੇ ਵਿੱਚ ਹੋਣ, ਤਾਂ ਉਸ ਨੂੰ ਵੀ ਸਜ਼ਾ ਜਿਹੜੀ ਹੈਗੀ 1 ਸਾਲ ਤੱਕ ਦੀ ਹੋ ਸਕਦੀ ਹੈ, ਵਿਦ ਫਾਈਨ ਔਰ ਵਿਦ ਬੋਥ ਦੋਨੋਂ ਹੋ ਸਕਦੇ ਨੇ। ਸੈਕਸ਼ਨ 267 'ਚ ਕੀ ਹੈ, ਮੇਕਿੰਗ ਔਰ ਸੈਲਿੰਗ ਫਾਲਸ ਵੇਟ ਔਰ ਮੇਜਰਮੈਂਟ। ਇੱਥੇ ਉੱਪਰ ਗੱਲ ਆ ਗਈ ਸੀ ਯੂਜ਼ ਕਰਨ ਦੀ, ਫਿਰ ਅੱਗੇ ਸੀ ਕਬਜ਼ੇ 'ਚ ਰੱਖਣ ਦੀ, ਇੱਥੇ ਗੱਲ ਆ ਗਈ 267 ਦੇ ਵਿੱਚ ਵੇਚਣ ਦੀ। फाल्स बट्टे कोई बेचता हैगा, फाल्स मशीना कोई बेचता हैगा, ठीक है, उस व्यक्ति को भी जी सज़ा हैगी है 1 साल तक की हो सकती है, विद फाइन और विद बोथ दोनों भी हो सकते हैं। नेक्स्ट असीं पढ़ांगे चैप्टर 14 ऑफेंसेस अफेक्टिंग द पब्लिक हेल्थ। Offences affecting the public health, safety, convenience, decency and morals। Section 268 public nuisance। public nuisance ਕੀ ਹੁੰਦੀ ਹੈ? ਦੂਜੇ ਬੰਦਿਆਂ ਨੂੰ ਕਿਸੇ ਨੂੰ ਤੰਗ ਕਰਨਾ, ਪਰੇਸ਼ਾਨ ਕਰਨਾ, nuisance create ਕਰਨੀ। ਆਪਾਂ ਨਿਊਸੈਂਸ ਦਾ ਕਾਮਨ ਵਰਡ ਹੈਗਾ, ਹਮੇਸ਼ਾ ਯੂਟਿਲਾਈਜ਼ ਹੁੰਦਾ ਹੈਗਾ ਆਪਣੇ, ਠੀਕ ਹੈ। ਪਬਲਿਕ ਨੂੰ ਨਿਊਸੈਂਸ ਕ੍ਰੀਏਟ ਕਰਨੀ, ਇਹ ਪਰਸਨ ਇਜ਼ ਗਿਲਟੀ ਆਫ ਏ ਪਬਲਿਕ ਨਿਊਸੈਂਸ। ਜਦੋਂ ਕੋਈ ਵਿਅਕਤੀ ਹੈਗਾ ਪਬਲਿਕ ਨਿਊਸੈਂਸ ਕ੍ਰੀਏਟ ਕਰ ਰਿਹਾ ਹੈ, ਉਹ ਕੋਈ ਐਸਾ ਐਕਟ ਕਰ ਰਿਹਾ ਜਾਂ ਕੋਈ ਓਮਿਸ਼ਨ ਕਰ ਰਿਹਾ ਜਾਂ ਕੰਮ ਕਰ ਰਿਹਾ ਜਾਂ ਕੰਮ ਕਰਦਾ ਨਹੀਂ ਜਾਂ ਉਹ ਕੰਮ ਹੋਣ ਦੇ ਰਿਹਾ, ਠੀਕ ਹੈ। ਕਾਮਨ ਇੰਜਰੀ ਜਿਹਦੇ ਨਾਲ ਕਾਜ਼ਸ ਕਾਮਨ ਇੰਜਰੀ, ਜਿਹਦੇ ਨਾਲ ਕੀ ਹੈਗਾ ਕਿਸੇ ਵਿਅਕਤੀ ਨੂੰ ਨੁਕਸਾਨ ਹੋ ਸਕੇ, ਇੰਜਰੀ ਹੋ ਸਕੇ ਜਾਂ ਡੇਂਜਰ ਹੈ, ਖਤਰਾ ਹੈਗਾ, ਇੰਜਰੀ ਹੋਣ ਦਾ, ਸੱਟ ਲੱਗਣ ਦਾ ਖਤਰਾ ਹੋਵੇ ਕਿਸੇ ਦੂਜੇ ਵਿਅਕਤੀ ਨੂੰ। ਟੂ ਪਬਲਿਕ ਔਰ ਪੀਪਲ ਇਨ ਜਨਰਲ, ਆਮ ਜਨਤਾ ਨੂੰ, ਕਿਸੇ ਨੂੰ ਵੀ ਕੋਈ ਪਬਲਿਕ ਪਲੇਸ ਦੇ ਉੱਪਰ ਜਾਂ ਕੋਈ ਆਪਣੀ ਗਲੀ ਦੇ ਵਿੱਚ, ਮਹੱਲੇ ਦੇ ਵਿੱਚ, ਠੀਕ ਹੈ। ਹੂ ਡਵੇਲਸ ਔਰ ਆਕੂਪਾਈ ਪ੍ਰੋਪਰਟੀ ਇਨ ਵਿਸਿਨਿਟੀ, ਉਸ ਆਪਣੇ ਮਹੱਲੇ ਦੇ ਵਿੱਚ ਕਿਤੇ ਰਹਿਸ਼ੀ ਜਗ੍ਹਾ ਦੇ ਵਿੱਚ। ਕਾਮਨ ਨਿਊਸੈਂਸ ਇਜ਼ ਨੋਟ excused on the ground that it causes some convenience advantage। ਜੇ ਕੋਈ ਇਦਾਂ ਦੀ ਨਿਊਸੈਂਸ ਹੈ ਪਰ ਉਹਦਾ ਜਿਹੜਾ ਕੋਈ ਬੈਨੀਫਿਟ ਵੀ ਨਾਲ ਹੈਗਾ, ਠੀਕ ਹੈ, on ground that it causes some convenience advantage, ਉਹਨੂੰ ਕਾਮਨ ਨਿਊਸੈਂਸ ਨਹੀਂ ਕਹਿ ਸਕਦੇ। ਜੇ ਕੋਈ ਬੈਨੀਫਿਟ ਦੇ ਲਈ ਕੋਈ ਕੰਮ ਕੀਤਾ ਗਿਆ ਹੈਗਾ ਪਰ ਉਹ ਫਾਦਰ ਟਾਈਮਿੰਗ ਕੋਈ ਨਿਊਸੈਂਸ ਕ੍ਰੀਏਟ ਹੋਈ ਹੈ ਕਿਸੇ ਲਈ, ਠੀਕ ਹੈ, ਉਸ ਨੂੰ ਅਸੀਂ ਨਿਊਸੈਂਸ ਨਹੀਂ ਕਹਿ ਸਕਦੇ ਹੈਗੇ। ਇਹ ਉੱਪਰ ਕਾਮਨ ਨਿਊਸੈਂਸ ਦੀ ਪਰਿਭਾਸ਼ਾ ਦਿੱਤੀ ਇੱਕ ਤਰ੍ਹਾਂ ਦੀ, ਜੋ ਵਿਅਕਤੀ ਨੂੰ ਦੋਸ਼ੀ ਕਿਹਾ ਜਾ ਸਕਦਾ ਜੇ ਕੋਈ ਕਾਮਨ ਨਿਊਸੈਂਸ ਕ੍ਰੀਏਟ ਕਰਦਾ ਹੈ ਆਮ ਜਨਤਾ ਲਈ, ਆਮ ਪਬਲਿਕ ਲਈ, ਜਨਰਲ ਦੇ ਲਈ। ਤੇ ਦੈਨ ਅਗੇਨ ਸੈਕਸ਼ਨ 269 ਹੈਗਾ ਨੈਗਲੀਜੈਂਟ ਐਕਟ ਲਾਈਕਲੀ ਟੂ ਸਪਰੈਡ ਇਨਫੈਕਸ਼ਨ। ਕੋਈ ਐਸਾ ਨੈਗਲੀਜੈਂਟ ਐਕਟ, ਜਿਵੇਂ ਹੁਣ ਆਪਾਂ ਕਹਿੰਦੇ ਕਰੋਨਾ ਫੈਲਿਆ ਹੋਇਆ ਹੈਗਾ, ਠੀਕ ਹੈ, ਜਾਂ ਫੈਲ ਕੇ ਚੱਕਿਆ ਜਾਂ ਅੱਗੇ ਨੂੰ ਕੋਈ ਸੰਭਾਵਨਾ ਲੱਗ ਰਹੀ ਹੈ, ਕੋਈ ਡਰ ਲੱਗਦਾ ਵੀ ਹੋ ਸਕਦਾ ਹੈਗਾ, ठीक है। negligently act likely to spread infection of a disease dangerous to life। कोई negligent ਐਕਟ ਕਰ ਰਿਹਾ, ਕੋਈ ਇਦਾਂ ਦਾ ਕੋਈ ਵਾਇਰਸ ਫੈਲਣ ਦਾ ਕੋਈ ਖਤਰਾ ਹੈਗਾ, ਵਾਇਰਸ ਫੈਲਣ ਦੇ ਖਤਰੇ ਦੇ ਵਿੱਚ ਕੋਈ ਜਿਹੜਾ ਹੈਗਾ ਆਪਦੀ ਡਿਊਟੀ ਪ੍ਰੋਪਰ ਤਰੀਕੇ ਨਾਲ ਨਹੀਂ ਨਿਭਾ ਰਿਹਾ, negligently ਕੰਮ ਕਰ ਰਿਹਾ ਹੈਗਾ ਤਾਂ ਕਿ ਜਿਹੜੀ ਇਨਫੈਕਸ਼ਨ ਹੈਗੀ ਹੈ ਉਸ ਏਰੀਆ 'ਚ ਫੈਲ ਜਾਵੇ, ਠੀਕ ਹੈ, ਜ਼ਿੰਮੇਵਾਰੀ ਨਾਲ ਪੂਰੀ ਨਿਭਾਵੇ, ਲੀਕੇਜ ਹੁੰਦੀ ਹੋਵੇ ਉਸ ਦੀ ਕੋਈ ਰਿਸਪੌਂਸਿਬਿਲਿਟੀ ਜਿਹੜੀ ਉਹਦੀ ਬਣਦੀ ਆ ਉਹ ਨਾ ਨਿਭਾਵੇ, ਤੇ ਜਿਹਦੇ ਕਾਰਨ ਕੀ ਹੈਗੀ ਆ ਉਸ ਖਤਰਾ ਬਣ ਜਾਵੇ ਉਮਰ ਦਾ, ਲੋਕਾਂ ਦੀ ਜਿਹੜੀ ਲਾਈਫ ਹੈਗੀ ਆ ਉਹਦੇ ਨਾਲ ਖਿਲਵਾੜ ਹੋ ਸਕਦਾ ਹੋਵੇ, ਜਾਂ ਇਲਾਕੇ 'ਚ ਜਿਹੜੀ ਬਿਮਾਰੀ ਹੈਗੀ ਹੈ ਉਹ ਫੈਲ ਸਕਦੀ ਹੋਵੇ, ਇਹੋ ਜਿਹਾ ਖਤਰਾ ਹੋਵੇ, ਤਾਂ ਅਜਿਹੇ ਕੇਸ ਦੇ ਵਿੱਚ ਜਿਹੜਾ ਉਹ ਵਿਅਕਤੀ ਹੈਗਾ ਜਿਹੜਾ ਨੈਗਲੀਜੈਂਟਲੀ ਆਪਦੀ ਡਿਊਟੀ ਨੂੰ ਕੋਈ ਇੰਡਸਟਰੀ ਹੈ, ਕੋਈ ਫੈਕਟਰੀ ਹੈ,
ਉਹਦੇ 'ਚ ਕੋਈ ਗੈਸ ਉਹਨੇ ਇਕੱਠੀ ਕੀਤੀ ਵੀ ਹੈਗੀ ਹੈ, ਸਟੋਰੇਜ ਕੀਤੀ ਵੀ ਹੈਗੀ ਹੈ, ਠੀਕ ਹੈ, ਉਹਨੂੰ ਪ੍ਰੋਪਰ ਤਰੀਕੇ ਨਾਲ ਸਟੋਰੇਜ ਨਾ ਕਰੇ। ਜਿਹੜੇ ਮੇਜਰਮੈਂਟ ਦੇ ਜਿਹੜੇ ਸਾਧਨ ਨੇ ਹੈਗੇ ਨੇ, ਕੋਈ ਫਾਇਰ ਦੇ ਸਾਧਨ ਨੇ, ਕਿਤੇ ਅੱਗ ਲੱਗ ਜਾਵੇ ਤਾਂ ਉਹਨੇ ਉਹਦੇ ਇੰਤਜ਼ਾਮ ਪੂਰੇ ਕਰਕੇ ਨਹੀਂ ਰੱਖੇ ਹੋਏ ਹੈਗੇ, ਉਹਦੀ ਜ਼ਿੰਮੇਵਾਰੀ ਬਣਦੀ ਹੈ। ਟੈਂਕਰਸ ਨੇ ਕੋਈ ਲੀਕੇਜ ਹੁੰਦੀ ਹੈ ਤਾਂ ਠੀਕ ਹੈ, ਉਹਦਾ ਕੋਈ ਧਿਆਨ ਪ੍ਰੋਪਰ ਤਰੀਕੇ ਨਾਲ ਨਾ ਰੱਖਿਆ ਗਿਆ ਹੋਵੇ, ਤੇ ਅਜਿਹੇ ਕੇਸ ਦੇ ਵਿੱਚ ਜਿਹੜਾ ਉਹ ਵਿਅਕਤੀ ਹੈਗਾ ਜਿਹਦੀ ਜ਼ਿੰਮੇਵਾਰੀ ਬਣਦੀ ਹੈ, ਪਰ ਉਹ ਨੈਗਲੀਜੈਂਟਲੀ ਬੇਪਰਵਾਹੀ ਕਰਦਾ, ਲਾਪਰਵਾਹੀ ਕਰਦਾ, ਜਿਹਦੇ ਨਾਲ ਆਮ ਜਨਤਾ ਦੇ ਵਿੱਚ ਬਿਮਾਰੀ ਫੈਲ ਸਕਦੀ ਹੈ, ਠੀਕ ਹੈ। ਤਾਂ ਉਸ ਵਿਅਕਤੀ ਨੂੰ ਜਿਹੜੀ ਹੈਗੀ ਹੈ 6 ਮਹੀਨੇ ਤੱਕ ਦੀ ਸਜ਼ਾ ਹੋ ਸਕਦੀ ਹੈ, ਔਰ ਫਾਈਨ ਵੀ ਹੋ ਸਕਦਾ ਹੈ, ਵਿਦ ਦੋਨੋਂ ਵੀ ਚੀਜ਼ਾਂ ਹੋ ਸਕਦੀਆਂ ਨੇ। ਫਿਰ ਸੈਕਸ਼ਨ 270 ਕੀ ਹੈਗੀ ਹੈ? ਮਿਲੀਗੈਂਟ ਐਕਟ likely to spread infections of disease dangerous to life। ਇਹ ਵੀ ਮਿਲਦਾ ਜੁਲਦਾ ਹੀ ਹੈਗਾ, ਸੈਕਸ਼ਨ 270 ਹੈ। ਕੋਈ ਸੈਲਸ ਨੇ, ਕੋਈ ਸੈਲਸ ਐਸੇ ਇਕੱਠੇ ਕੀਤੇ ਹੋਏ ਨੇ ਤੇ ਉਹ ਬਹੁਤ ਸਪਰੈਡਲੀ ਫਾਸਟਲੀ ਜਿਹੜੇ ਹੈਗੇ ਨੇ ਉਹ ਸਪਰੈਡ ਹੋ ਸਕਦੇ ਨੇ। ਕੋਈ ਐਸਾ ਐਕਟ ਕਰਦਾ ਹੈ, ਕੋਈ ਐਸਾ ਕੰਮ ਕਰਦਾ ਹੈ ਤਾਂ ਕਿ ਜਿਹੜੇ ਉਹ ਸੈਲਸ ਨੇ ਉਹ ਬਹੁਤ ਜਲਦੀ ਫੈਲ ਜਾਣ, ਜਿਹਦੇ ਨਾਲ ਜਿਹੜੇ ਲੋਕਾਂ ਨੂੰ ਹੈਗਾ, ਲੋਕਾਂ ਦੀ ਜਾਨ ਨੂੰ ਖਤਰਾ ਹੋਵੇ। ਅਜਿਹੇ ਕੇਸ ਦੇ ਵਿੱਚ ਜਿਹੜੀ ਸਜ਼ਾ ਹੈਗੀ ਹੈ ਉਹ 2 ਮਹੀਨੇ ਤੱਕ ਦੀ ਹੋ ਸਕਦੀ ਹੈ, 2 ਸਾਲ ਤੱਕ ਦੀ ਹੋ ਸਕਦੀ ਹੈ, ਔਰ ਫਾਈਨ ਵੀ ਹੋ ਸਕਦਾ ਹੈ, ਔਰ ਦੋਨੋਂ ਵੀ ਹੋ ਸਕਦੇ ਨੇ। ਨੈਕਸਟ ਹੈਗਾ ਜੀ ਸੈਕਸ਼ਨ 271 ਡਿਸਓਬੀਡੀਐਂਸ ਟੂ ਕੁਆਰੰਟਾਈਨ ਦਾ ਰੂਲ। ਕੁਆਰੰਟਾਈਨ ਆਪਾਂ ਹੁਣ ਨਵਾਂ ਵਰਡ ਤੁਹਾਡੇ ਸਾਰਿਆਂ ਲਈ ਨਵਾਂ ਵਰਡ ਸੀਗਾ, ਕੁਆਰੰਟਾਈਨ ਅੱਗੇ ਕਦੇ ਯੂਟੀਲਾਈਜ਼ ਨਹੀਂ ਸੀ ਆਇਆ, ਠੀਕ ਹੈ। ਹੁਣ ਜਦੋਂ ਕਰੋਨਾ ਫੈਲਿਆ ਹੈਗਾ ਤਾਂ ਇਹ ਇੱਕ ਨਵਾਂ ਵਰਡ ਆਮ ਸਮਾਜ ਦੇ ਵਿੱਚ ਹਰ ਇੱਕ ਵਿਅਕਤੀ ਨੂੰ, ਅਨਪੜ੍ਹ ਵਿਅਕਤੀ ਨੂੰ ਵੀ ਪਤਾ ਲੱਗ ਗਿਆ ਕੁਆਰੰਟਾਈਨ ਕੀ ਹੁੰਦਾ ਹੈ, ਠੀਕ ਹੈ ਜੀ। ਪਰ ਇਹ ਦੇਖੋ ਪਹਿਲਾਂ ਤੋਂ ਹੀ ਪੜ੍ਹਦੇ ਆ ਰਹੇ ਹਾਂ ਅਸੀਂ, ਸੈਕਸ਼ਨ 271 ਚ ਕੀ ਲਿਖਿਆ ਹੈ? ਡਿਸਓਬੀਡੀਐਂਸ ਟੂ ਕੁਆਰੰਟਾਈਨ ਰੂਲ। ਕੋਈ ਕੁਆਰੰਟਾਈਨ ਦਾ ਰੂਲ ਹੈ, ਕਿਤੇ ਰੂਲ ਬਣਾਇਆ ਗਿਆ ਵੀ ਇਹ ਜਿਹੜੀ ਚੀਜ਼ਾਂ ਹੈਗੀਆਂ ਨੇ ਇਹਨੂੰ ਅਲੱਗ ਤੌਰ ਤੇ ਰੱਖਣਾ ਹੈ, ਇਹਨੂੰ ਆਮ ਵਿੱਚ ਸ਼ਾਮਲ ਨਹੀਂ ਹੋਣ ਦੇਣਾ ਹੈਗਾ ਤਾਂ ਕਿ ਇਨਫੈਕਸ਼ਨ ਨਾ ਹੋ ਜਾਵੇ, ਬਿਮਾਰੀ ਨਾ ਫੈਲ ਜਾਵੇ, ਠੀਕ ਹੈ। ਕੁਆਰੰਟਾਈਨ ਕਰਕੇ ਰੱਖਣਾ ਹੈ, ਪਰ ਉਹ ਡਿਸਓਬੀਡੀਐਂਸ ਕਰਦਾ ਹੈ, ਉਸ ਰੂਲ ਦੀ ਪਾਲਣਾ ਨਹੀਂ ਕਰਦਾ ਕੋਈ ਵਿਅਕਤੀ, ਠੀਕ ਹੈ। ਹੂਐਵਰ ਨੋਇੰਗ ਡਿਸਓਬੇ ਐਨੀ ਰੂਲ ਆਫ ਗਵਰਨਮੈਂਟ ਨੇ ਕੋਈ ਕਿਹਾ ਸੀ ਵੀ ਇਸ ਨੂੰ ਕੁਆਰੰਟਾਈਨ, ਜਿਵੇਂ ਹੁਣ ਆਪਾਂ ਗੱਲ ਕਰੀਏ ਵੀ ਤੁਸੀਂ ਕੁਆਰੰਟਾਈਨ ਰਹਿਣਾ ਚਾਹੁੰਦੇ ਹੋ ਲਈ ਆਪਣੇ ਘਰ ਦੇ ਅੰਦਰ ਰਹਿਣਾ, ਜਾਣਬੁੱਝ ਕੇ ਵੀ ਫਿਰ ਵੀ ਕੋਈ ਵਿਅਕਤੀ ਉਹ ਬਾਹਰ ਆਵੇ, ਠੀਕ ਹੈ। ਇੱਥੇ ਗੱਲ ਕੀਤੀ ਗਈ ਹੈ ਫਾਰ ਪੁਟਿੰਗ ਐਨੀ ਵੈਸਲ, ਕੋਈ ਐਸੀਆਂ ਵੈਸਲਸ ਹੋਣ, ਕੋਈ ਐਸੇ ਸ਼ਿਪਸ ਹੋਣ ਜਿਹੜੇ ਸਮੁੰਦਰ ਦੇ ਵਿੱਚ, ਜਿੱਥੇ ਉਹਨਾਂ ਨੂੰ ਕਿਹਾ ਹੈ ਵੀ ਇਹਨਾਂ 'ਚ ਕੋਈ ਐਸਾ ਸਮਾਨ ਹੈਗਾ ਜਿਹਦੇ ਨਾਲ ਕੀ ਇਨਫੈਕਸ਼ਨ ਫੈਲ ਸਕਦੀ ਹੈ, ਕਿਤੇ ਵੀ ਇਨਟੂ ਏ ਸਟੇਟ ਆਫ ਕੁਆਰੰਟਾਈਨ, ਵੀ ਪਾਰਟੀਕੂਲਰ ਜਗ੍ਹਾ ਤੇ ਇਹਨਾਂ ਨੂੰ ਅਲੱਗ ਤੌਰ ਤੇ ਰੱਖਣਾ ਹੈਗਾ, ਪਰ ਉਹ ਜ਼ਿੰਮੇਵਾਰੀ ਕੋਈ ਬੰਦਾ ਨਾ ਨਿਭਾਵੇ, ਠੀਕ ਹੈ, ਤਾਂ ਉਹਨੂੰ ਜਿਹੜੀ ਸਜ਼ਾ ਹੈਗੀ ਹੈ 6 ਮਹੀਨੇ ਤੱਕ ਦੀ ਹੋ ਸਕਦੀ ਹੈ। ਨੈਕਸਟ ਹੈ ਸੈਕਸ਼ਨ 272 ਅਡਲਟ੍ਰੇਸ਼ਨ ਆਫ ਫੂਡ ਔਰ ਡਰਿੰਕ ਇੰਟੈਂਡਡ ਫਾਰ ਸੇਲ। ਵੇਚਣ ਦੇ ਮਕਸਦ ਦੇ ਲਈ ਕਿਸੇ ਫੂਡ ਦੇ ਵਿੱਚ, ਕਿਸੇ ਡਰਿੰਕ ਦੇ ਵਿੱਚ ਕੋਈ ਬੰਦਾ ਅਡਲਟ੍ਰੇਸ਼ਨ ਕਰੇ, ਠੀਕ ਹੈ, ਟੂ ਮੇਕ ਇਟ ਨੋਕਸ਼ੀਅਸ, ਹਾਰਮਫੁਲ ਬਣ ਜਾਏ ਉਹ ਜਿਹੜਾ ਫੂਡ ਹੈਗਾ, ਆਮ ਜਨਤਾ ਜਿਹੜੀ ਉਹਨੂੰ ਪੀਏਗੀ, ਖਾਏਗੀ, ਠੀਕ ਹੈ, ਉਹਦਾ ਨੁਕਸਾਨ ਹੋਵੇ, ਪਰ ਉਹਦਾ ਜਿਹੜਾ ਵੇਚ ਰਿਹਾ ਹੈਗਾ ਉਹਦਾ ਕੋਈ ਬੈਨੀਫਿਟ ਹੁੰਦਾ ਹੋਵੇ। ਟੂ ਮੇਕ ਇਟ ਨੋਕਸ਼ੀਅਸ ਐਜ਼ ਫੂਡ ਔਰ ਡਰਿੰਕ ਫॉर ਸੇਲ ਪੁਨਿਸ਼ਡ, ਤੇ ਇੱਥੇ ਜਿਹੜੀ ਸਜ਼ਾ ਹੈਗੀ ਹੈ 6 ਮਹੀਨੇ ਤੱਕ ਦੀ ਸਜ਼ਾ ਹੋ ਸਕਦੀ ਹੈ, ਔਰ ਫਾਈਨ ਵੀ ਹੋ ਸਕਦਾ 1000 ਰੁਪਏ ਤੱਕ ਦਾ, ਦੋਨੋਂ ਵੀ ਹੋ ਸਕਦੇ ਨੇ ਉਸ ਵਿਅਕਤੀ ਨੂੰ ਜਿਹੜਾ ਅਡਲਟ੍ਰੇਸ਼ਨ ਕਰਦਾ ਹੈਗਾ। ਨੈਕਸਟ ਹੈ ਸੈਕਸ਼ਨ 273 ਸੇਲ ਆਫ ਨੋਕਸ਼ੀਅਸ ਫੂਡ ਔਰ ਡਰਿੰਕ। ਉੱਪਰ ਗੱਲ ਕਰੀ ਸੀਗੀ ਅਡਲਟ੍ਰੇਸ਼ਨ ਮਿਲਾਉਂਦਾ ਹੈ, ਇੱਥੇ ਗੱਲ ਆ ਗਈ ਸੇਲ ਕਰਨ ਦੀ, ਮਿਲਾਇਆ ਕਿਸੇ ਹੋਰ ਨੇ ਬੇਸ਼ੱਕ ਹੋਵੇ, ਠੀਕ ਹੈ। ਸੇਲ ਆਫ noxious food or drink, whoever sells as food or drink becomes noxious or in a state of unfit for the food or drink। ਮਤਲਬ ਕਿ ਜਾਣਬੁੱਝ ਕੇ ਪਤਾ ਉਸ ਨੂੰ ਵੀ ਇਹ ਫੂਡ ਦੇ ਵਿੱਚ, ਇਸ ਡਰਿੰਕ ਦੇ ਵਿੱਚ ਕੋਈ ਮਿਕਸਿੰਗ ਹੋਈ ਵੀ ਹੈਗੀ ਹੈ, ਗਲਤ ਹੈਗਾ, ਠੀਕ ਹੈ, ਤਾਂ ਉਸ ਫੂਡ ਨੂੰ ਫਿਰ ਉਹ ਸੇਲ ਕਰੇ ਤਾਂ ਉਹਦੇ ਵਿੱਚ ਜਿਹੜਾ ਸੇਲ ਕਰਨ ਵਾਲਾ ਜਿਹੜਾ ਵਿਅਕਤੀ ਹੈਗਾ, ਜਿਹੜਾ ਅਡਲਟ੍ਰੇਸ਼ਨ ਕਰਨ ਵਾਲਾ ਵਿਅਕਤੀ ਹੈ, ਉਹ ਵੱਖਰੇ ਤੌਰ ਤੇ ਜੋ ਮੁਜਰਮ ਹੈਗਾ ਉਹਦੇ ਵੱਖਰੇ ਤੌਰ ਤੇ 6 ਮਹੀਨੇ ਤੱਕ ਦੀ ਸਜ਼ਾ ਹੋ ਸਕਦੀ ਹੈ। ਪਰ ਜੇਕਰ ਜਾਣਬੁੱਝ ਕੇ ਕੋਈ ਸੇਲ ਵੀ ਕਰੇ, ਜਾਣਦੇ ਹੋਏ ਵੀ, ਨੋਇੰਗਲੀ ਨੋਕਸ਼ੀਅਸ, ਉਹਨੂੰ ਪਤਾ ਹੈ, ਜੇ ਤਾਂ ਉਹਨੂੰ ਪਤਾ ਨਹੀਂ ਗੱਲ ਵੱਖਰੀ ਹੈਗੀ ਹੈ, ਪਰ ਜੇ ਉਹਨੂੰ ਪਤਾ ਹੈਗਾ ਵੀ ਇਹ ਜਿਹੜਾ ਫੂਡ ਹੈਗਾ ਗਲਤ ਹੈਗਾ, ਠੀਕ ਹੈ, ਮਿਲਾਵਟ ਵਾਲਾ ਹੈਗਾ, ਤਾਂ ਉਹਨੂੰ ਜਿਹੜੀ ਸਜ਼ਾ ਹੈਗੀ ਹੈ 6 ਮਹੀਨੇ ਤੱਕ ਦੀ ਸਜ਼ਾ ਹੋ ਸਕਦੀ ਹੈ ਉਸ ਵਿਅਕਤੀ ਨੂੰ ਸੇਲ ਕਰਨ ਵਾਲੇ ਨੂੰ, ਤੇ 1000 ਰੁਪਏ ਤੱਕ ਦਾ ਫਾਈਨ ਵੀ ਹੋ ਸਕਦਾ ਹੈ, ਤੇ ਦੋਨੋਂ ਵੀ ਹੋ ਸਕਦੇ ਨੇ। ਸੈਕਸ਼ਨ 274 ਹੈਗਾ ਡਰੱਗਸ, ਅਡਲਟ੍ਰੇਸ਼ਨ ਆਫ ਡਰੱਗਸ ਕੀ ਮੈਡੀਸਿਨਸ ਵਗੈਰਾ ਜਿਵੇਂ ਹੁੰਦੀਆਂ ਨੇ, ਠੀਕ ਹੈ ਜੀ, ਉਹਦੇ ਵਿੱਚ ਕੋਈ ਮਿਲਾਵਟ ਕਰੇ, whoever adulterate any drug as to lessen the efficiency of such drug, ਉਹ ਜਿਹੜੀ ਦਵਾਈ ਹੈਗੀ ਹੈ, ਕੋਈ ਮੈਡੀਸਿਨ ਹੈਗੀ ਹੈ, ਉਹਦੀ ਜਿਹੜੀ ਸਟਰੈਂਥ ਹੈਗੀ ਹੈ ਉਹ ਲੈਸ ਹੋ ਜਾਏ, ਘੱਟ ਹੋ ਜਾਵੇ, ਠੀਕ ਹੈ,
ਜਿਵੇਂ ਆਪਾਂ ਕਹਿੰਦੇ 5 mg ਹੈ, 6 mg ਹੈ, 10 mg ਹੈ, ਪਰ ਉਹ ਅਡਲਟ੍ਰੇਸ਼ਨ ਕੀਤੀ ਹੋਈ ਹੋਵੇ, ਜਿਹੜੀ ਉਹਦੀ ਸਟਰੈਂਥ ਹੈਗੀ ਹੈ, ਠੀਕ ਹੈ, ਉਹ ਘਟ ਜਾਵੇ, ਔਰ ਮੈਡੀਕਲ ਪ੍ਰੈਪਰੇਸ਼ਨ, ਕੋਈ ਮੈਡੀਕਲ ਦੇ ਤੌਰ ਤੇ ਐਸੀ ਕੋਈ ਪ੍ਰੈਪਰੇਸ਼ਨ ਕੀਤੀ ਗਈ ਹੈਗੀ ਹੈ ਟੂ ਮੇਕ ਇਟ ਨੋਕਸ਼ੀਅਸ, ਜਾਂ ਉਹ ਹਾਰਮਫੁਲ ਹੋ ਜਾਏ ਇਨਸਾਨ ਦੀ ਖਾਤਰ, ਠੀਕ ਹੈ, ਜਿਸ ਨੂੰ ਉਹ ਡਰਗ ਦਿੱਤੀ ਜਾਣੀ ਹੈ ਉਹਦੇ ਲਈ ਨੁਕਸਾਨਦੇਹ ਹੋਵੇ, ਇੰਟੈਂਡਿੰਗ ਟੂ ਸੋਲਡ ਇਟ, ਵੇਚਣ ਦੀ ਮਕਸਦ ਦੇ ਲਈ, ਠੀਕ ਹੈ, ਮੈਡੀਕਲ ਪਰਪਸ ਦੇ ਲਈ, ਐਸ ਇਫ ਇਟ ਹੈਡ ਨਾਟ ਅੰਡਰਗੋਨ ਅਡਲਟ੍ਰੇਸ਼ਨ, ਇਸ ਤਰੀਕੇ ਨਾਲ ਸੇਲ ਕਰੇ ਅਡਲਟ੍ਰੇਸ਼ਨ ਕਰਕੇ ਵੀ ਕੋਈ ਮਿਲਾਵਟ ਨਹੀਂ ਹੋਈ ਵੀ, ਇਹ ਬਿਲਕੁਲ ਪਿਓਰ ਦਵਾਈ ਹੈਗੀ ਹੈ, ਠੀਕ ਹੈ, ਪਰ ਦਵਾਈ ਦੇ ਵਿੱਚ ਅਡਲਟ੍ਰੇਸ਼ਨ ਹੋਈ ਹੋਵੇ ਤੇ ਉਹਦੇ ਵਿੱਚ ਜਿਹੜੀ ਸਜ਼ਾ ਹੈਗੀ ਹੈ 6 ਮਹੀਨੇ ਤੱਕ ਦੀ ਸਜ਼ਾ ਹੋ ਸਕਦੀ ਹੈ, ਤੇ ਨਾਲ ਹੀ 1000 ਰੁਪਏ ਤੱਕ ਦਾ ਫਾਈਨ ਵੀ ਹੋ ਸਕਦਾ ਹੈ, ਤੇ ਦੋਨੋਂ ਵੀ ਹੋ ਸਕਦੇ ਨੇ। ਸੈਕਸ਼ਨ 275 ਸੇਲ ਆਫ ਅਡਲਟਰੇਟਡ ਡਰੱਗਸ, ਉੱਪਰ 274 ਦੀ ਗੱਲ ਕਰੀ ਸੀਗੀ ਵੀ ਅਡਲਟ੍ਰੇਸ਼ਨ ਕਰਕੇ ਅੱਗੇ ਸਪਲਾਈ ਦੇਵੇ, ਇੱਥੇ ਹੈਗੀ ਹੈ ਅਡਲਟਰੇਟ ਮੈਡੀਸਨ ਨੂੰ ਕੋਈ ਬੰਦਾ ਸੇਲ ਕਰੇ, 275 ਦੇ ਵਿੱਚ ਸੇਲ ਆਫ ਅਡਲਟਰੇਟਡ ਡਰੱਗਸ, ਹੂਐਵਰ ਨੋਇੰਗਲੀ ਐਨੀ ਡਰੱਗ ਅਡਲਟਰੇਟਡ, ਪਤਾ ਉਸ ਦੁਕਾਨਦਾਰ ਨੂੰ ਵੀ ਇਹਦੇ ਵਿੱਚ ਜਿਹੜੀ ਮੈਡੀਸਨ ਹੈਗੀ ਹੈ ਇਹ ਮੈਨੂੰ ਸਸਤੀ ਮਿਲ ਰਹੀ ਹੈ, ਕਿਉਂ ਸਸਤੀ ਮਿਲ ਰਹੀ ਹੈ, ਇਹਦੇ ਵਿੱਚ ਜਿਹੜੀ ਹੈਗੀ ਹੈ ਮਿਲਾਵਟ ਹੋਈ ਵੀ ਹੈ, ਇਹ ਦਵਾਈ ਪ੍ਰੋਪਰ ਜਿੰਨੀ ਹੋਣੀ ਚਾਹੀਦੀ ਹੈ, ਪ੍ਰੋਪਰ ਸਟਰੈਂਥ ਦੀ ਮੈਡੀਸਨ ਨਹੀਂ ਹੈਗੀ, ਇਨ ਸੱਚ ਏ ਮੈਨਰ ਟੂ ਲੈਸਨ ਇਟਸ ਐਫੀਸ਼ੀਐਂਸੀ, ਜਿਹੜੀ ਇਹਦੀ ਐਫੀਸ਼ੀਐਂਸੀ ਹੈ ਉਹ ਜਿੰਨੀ ਹੋਣੀ ਬਣਦੀ ਹੈ ਜਾਂ ਜਿੰਨੀ ਇਹਦੇ ਤੇ ਲਿਖੀ ਵੀ ਹੈਗੀ ਹੈ ਉਨੀ ਨਹੀਂ ਹੈਗੀ, ਠੀਕ ਹੈ, ਉਹਨੂੰ ਫਿਰ ਵੀ ਉਹ ਵੇਚੇ, ਐਕਸਪੋਜ਼ ਕਰੇ ਸੇਲ ਦੀ ਖਾਤਰ, ਠੀਕ ਹੈ, ਜਾਂ ਸੇਲ ਦੇ ਲਈ ਦੇ ਦੇਵੇ, ਕਿਤੇ ਹੋਰ ਸਪਲਾਈ ਕਰ ਦੇਵੇ, ਤਾਂ ਉਹਦੇ ਇਸ ਕੇਸ ਦੇ ਵਿੱਚ ਉਹ ਵਿਅਕਤੀ ਜਿਹੜਾ ਸੈਲਰ ਹੈਗਾ ਉਸ ਨੂੰ 6 ਮਹੀਨੇ ਤੱਕ ਦੀ ਸਜ਼ਾ ਹੋ ਸਕਦੀ ਹੈ, ਤੇ ਨਾਲ 1000 ਰੁਪਏ ਤੱਕ ਦਾ ਫਾਈਨ ਵੀ ਹੋ ਸਕਦਾ ਹੈ, ਤੇ ਦੋਨੋਂ ਵੀ ਹੋ ਸਕਦੇ ਨੇ। ਨੈਕਸਟ ਹੈ ਸੈਕਸ਼ਨ 276 ਸੇਲ ਆਫ ਡਰੱਗ ਐਜ਼ ਡਿਫਰੈਂਟ ਡਰੱਗ ਔਰ ਪ੍ਰੈਪਰੇਸ਼ਨ, ਕੋਈ ਐਸੀ ਡਰੱਗ ਵੇਚਣੀ, ਕੋਈ ਐਸੀ ਮੈਡੀਸਨ ਵੇਚਣੀ, ਇਨਫੈਕਟ ਉਹਦੇ ਵਿੱਚ ਕੋਈ ਹੋਰ ਹੈ ਪਰ ਨਾਮ ਕੋਈ ਹੋਰ ਲਿਖਿਆ ਹੋਇਆ ਹੈ, ਠੀਕ ਹੈ ਕੁਛ ਹੋਰ ਲਿਖਿਆ ਹੋਇਆ, ਕੁਛ ਹੋਰ, ਐਸੀ ਜਿਹੜੀ ਕੋਈ ਮੈਡੀਸਨ ਵੇਚਦਾ ਹੈ, ਜਾਣਬੁੱਝ ਕੇ ਵੇਚਦਾ ਹੈ, ਸੈਲ ਕਰਦਾ ਹੈਗਾ, whoever knowingly sells or offers ਔਰ ਐਕਸਪੋਜ਼ ਕਰਦਾ ਸੇਲ ਕਰਨ ਲਈ, ਜਾਂ ਕਿਤੇ ਸਪਲਾਈ ਦਿੰਦਾ ਕਿਸੇ ਹੋਰ ਵੇਚਣ ਨੂੰ, ਹੋਰ ਜਿਵੇਂ ਕੋਈ ਵੱਡਾ ਸਟਾਕਿਸਟ ਹੈ ਛੋਟੇ ਸਟਾਕਿਸਟ ਨੂੰ ਸੇਲ ਕਰਦਾ ਹੈ, ਠੀਕ ਹੈ, ਜਾਂ ਕੋਈ ਮੀਡੀਅਮ ਸਟਾਕਿਸਟ ਹੈਗਾ, ਕੋਈ ਜਿਹਦੇ ਕੋਲ ਕੋਈ ਏਜੰਸੀ ਹੈਗੀ ਹੈ, ਫਰਦਰ ਕਿਸੇ ਰਿਟੇਲਰ ਨੂੰ ਵੇਚਦਾ ਹੈਗਾ, ਐਨੀ ਡਰੱਗ ਹੈਗੀ ਹੈ, ਡਿਫਰੈਂਟ ਡਰੱਗ ਹੈਗੀ ਹੈ, ਜੋ ਉਹ ਕਹਿੰਦਾ ਹੈ ਪਰ ਉਹ ਵਿੱਚ ਉਹਦੇ ਨਹੀਂ ਹੈਗੀ, ਠੀਕ ਹੈ, ਐਸੇ ਕੇਸ ਦੇ ਵਿੱਚ ਜਿਹੜੀ ਸਜ਼ਾ ਹੈਗੀ ਹੈ ਉਹ ਸੈਲਰ ਨੂੰ 6 ਮਹੀਨੇ ਤੱਕ ਦੀ ਸਜ਼ਾ ਹੋ ਸਕਦੀ ਹੈ, ਤੇ 1000 ਰੁਪਏ ਤੱਕ ਦਾ ਜੁਰਮਾਨਾ ਵੀ ਹੋ ਸਕਦਾ ਹੈ, ਤੇ ਦੋਨੋਂ ਵੀ ਹੋ ਸਕਦੇ ਨੇ। ਨੈਕਸਟ ਹੈ ਸੈਕਸ਼ਨ 277 ਫॉलिंग ਵਾਟਰ ਆਫ ਪਬਲਿਕ ਸਪ੍ਰਿੰਗ ਔਰ ਰਿਜ਼ਰਵੋਇਰ, ਹੂਐਵਰ ਵੋਲੰਟਰਲੀ, ਜਾਣਬੁੱਝ ਕੇ ਕਰਪਟਸ ਔਰ ਫਾਉਲਸ ਵਾਟਰ, ਪਾਣੀ ਗਿਰਾਉਂਦਾ ਹੈ, ਐਨੀ ਪਬਲਿਕ ਸਪ੍ਰਿੰਗ ਔਰ ਰਿਜ਼ਰਵੋਇਰ, ਕਿਤੇ ਪਾਣੀ ਸਟੋਰੇਜ ਕੀਤਾ ਹੋਇਆ ਹੈਗਾ, ਉੱਥੇ ਕੋਈ ਨੁਕਸਾਨ ਕਰਦਾ ਹੈ, ਪਾਣੀ ਖੋਲ ਦਿੰਦਾ ਹੈ, ਠੀਕ ਹੈ, ਟੂ ਰੈਂਡ ਇਟ ਲੈਸ ਫਿਟ, ਤਾਂ ਕਿ ਜਿਹੜੀ ਇਹ ਹੈਗੀ ਹੈ ਮਤਲਬ ਕਿ ਪ੍ਰੋਪਰ ਨਾ ਰਹੇ, ਲੈਸ ਫਿਟ ਹੋ ਜਾਵੇ, ਜਿੰਨਾ ਉਹ ਚਾਹੀਦਾ ਸੀਗਾ ਉਹਦੀ ਕੋਈ ਪਰਸੈਂਟੇਜ ਚਾਹੀਦੀ ਸੀਗੀ, ਠੀਕ ਹੈ, ਜਿਵੇਂ ਕਿ ਕਿਸੇ ਕੋਈ ਮੈਡੀਸਨ ਇਕੱਠੀ ਕੀਤੀ ਵੀ ਹੈਗੀ ਹੈ ਉਹ 'ਚ ਪਾਣੀ ਪਾ ਦੇਣਾ, ਕੋਈ ਕਿਸੇ ਹੋਰ ਤਰੀਕੇ ਦੇ ਕਿਤੇ ਪਾਣੀ ਗੇਰ ਦੇਣਾ, ਠੀਕ ਹੈ, ਤਾਂ ਕਿ ਕਿਸੇ ਹੋਰ ਚੀਜ਼ ਦਾ ਨੁਕਸਾਨ ਕਰਨਾ, ਉਹਨੂੰ ਪ੍ਰੋਪਰ ਤਰੀਕੇ ਦੇ ਨਾਲ ਨਾ ਰਹਿਣਾ, ਉਹਦੀ ਜਿਹੜੀ ਪਰਸੈਂਟੇਜ ਆ, ਉਹਦੀ ਡੈਂਸਿਟੀ ਹੈਗੀ ਹੈ ਜਿਹੜੀ ਉਹ ਘੱਟ ਜਾਵੇ, ਉਹ ਜਿਹੜੀ ਹੈਗੀ ਹੈ ਜਿੰਨੀ ਉਹਨੇ ਕੰਮ ਕਰਨਾ ਸੀ ਉਹ ਕੰਮ ਉਹਨਾਂ ਨੂੰ ਨਾ ਕਰੇ, ਤਾਂ ਉਹ ਜਿਹੇ ਕੇਸ ਦੇ ਵਿੱਚ ਵੀ ਜਿਹੜੀ ਸਜ਼ਾ ਹੈਗੀ ਹੈ ਉਹ 3 ਮਹੀਨੇ ਤੱਕ ਦੀ ਸਜ਼ਾ ਹੋ ਸਕਦੀ ਹੈ, ਤੇ 500 ਰੁਪਏ ਤੱਕ ਦਾ ਫਾਈਨ ਵੀ ਹੋ ਸਕਦਾ ਹੈ। ਮੇਕਿੰਗ ਐਟਮੋਸਫੀਅਰ ਨੋਕਸ਼ੀਅਸ ਟੂ ਹੈਲਥ, ਕੋਈ ਐਸਾ ਐਟਮੋਸਫੀਅਰ ਕ੍ਰੀਏਟ ਕਰ ਦੇਣਾ, ਸੈਕਸ਼ਨ 278 ਮੇਕਿੰਗ ਐਟਮੋਸਫੀਅਰ ਨੋਕਸ਼ੀਅਸ ਹਾਰਮਫੁਲ ਟੂ ਦ ਹੈਲਥ, ਨੋਕਸ਼ੀਅਸ ਟੂ ਹੈਲਥ ਮਤਲਬ ਕਿ ਸਿਹਤ ਦੇ ਲਈ ਨੁਕਸਾਨਦੇਹ ਹੋਵੇ, ਐਸਾ ਐਟਮੋਸਫੀਅਰ ਕ੍ਰੀਏਟ ਕਰ ਦੇਣਾ, ਹੂਐਵਰ ਵੋਲੰਟਰਲੀ, ਜਾਣਬੁੱਝ ਕੇ, ਵਿਸ਼ੇਸ਼ ਦਾ ਐਟਮੋਸਫੀਅਰ, ਉਸ ਮਾਹੌਲ ਨੂੰ, ਉਸ ਐਟਮੋਸਫੀਅਰ ਨੂੰ ਖਰਾਬ ਕਰ ਦੇਵੇ, ਇਨ ਐਨੀ ਪਲੇਸ, ਨੋਕਸ਼ੀਅਸ ਫਾਰ ਹੈਲਥ ਡਿਵੈਲਿੰਗ, ਬਿਜ਼ਨਸ ਪਲੇਸ ਦੇ ਉੱਪਰ ਜਿੱਥੇ ਰਹਿੰਦਾ ਹੋਵੇ, ਜਿਵੇਂ ਆਪਾਂ ਕਹਿ ਦਈਏ ਕੋਈ ਧੂੰਆਂ ਕ੍ਰੀਏਟ ਕਰ ਦੇਵੇ, ਕੋਈ ਜ਼ਹਿਰੀਲੀ ਹਵਾ ਐਸੀ ਹੋਵੇ ਉਹ ਛੱਡ ਦੇਵੇ, ਠੀਕ ਹੈ ਜੀ, ਜਿਹਦੇ ਨਾਲ ਆਮ ਰਿਹਾਇਸ਼ੀ ਇਲਾਕੇ ਦੇ ਵਿੱਚ ਜਾਂ ਜਿੱਥੇ ਕੋਈ ਕਾਰੋਬਾਰ ਚੱਲ ਰਿਹਾ ਹੋਵੇ, ਬਾਜ਼ਾਰ ਦੇ ਵਿੱਚ, ਕਿਸੇ ਹੋਰ ਦੇ ਵਿੱਚ, ਠੀਕ ਹੈ, ਲੋਕਾਂ ਨੂੰ, ਆਪਦੇ ਗੁਆਂਢੀਆਂ ਨੂੰ ਨੁਕਸਾਨ ਹੋਵੇ ਉਹਦਾ, ਤਾਂ ਅਜਿਹੇ ਕੇਸ ਦੇ ਵਿੱਚ ਜਿਹੜਾ ਵਿਅਕਤੀ ਹੈਗਾ
ਜਿਹੜਾ ਐਟਮੋਸਫੇਅਰ ਨੂੰ ਖਰਾਬ ਕਰਦਾ ਹੈ, ਠੀਕ ਹੈ, ਉਹਨੂੰ ਜਿਹੜੀ ਸਜ਼ਾ ਹੈਗੀ 500 ਰੁਪਏ ਤੱਕ ਦੀ ਸਜ਼ਾ ਹੋ ਸਕਦੀ ਹੈ, ਜਿਹਦੇ ਨਾਲ ਆਂਢੇ ਗੁਆਂਢੀਆਂ ਨੂੰ ਪਰੇਸ਼ਾਨੀ ਹੋਵੇ। ਸੈਕਸ਼ਨ 279 ਹੈਗਾ ਰੈਸ਼ ਡਰਾਈਵਿੰਗ ਔਰ ਰਾਈਡਿੰਗ ਔਨ ਦਾ ਪਬਲਿਕ ਵੇ। ਜੋ ਕੋਈ ਵਿਅਕਤੀ ਰੈਸ਼ ਡਰਾਈਵਿੰਗ ਕਰਦਾ ਹੈ ਰਸਤੇ ਦੇ ਵਿੱਚ, ਪਬਲਿਕ ਵੇ ਦੇ ਵਿੱਚ, ਆਮ ਸੜਕ ਦੇ ਉੱਪਰ, ਠੀਕ ਹੈ ਜੀ, ਡਰਾਈਵ ਵਹੀਕਲ ਪਬਲਿਕ ਵੇ ਰੈਸ਼ ਕਰਦਾ ਹੈ, ਨੈਗਲੀਜੈਂਟਲੀ ਕਰਦਾ ਹੈ, ਜਿਹਦੇ ਨਾਲ ਆਮ ਵਿਅਕਤੀ ਨੂੰ ਖਤਰਾ ਹੈਗਾ, ਕੋਈ ਕਿਸੇ ਵਿਅਕਤੀ ਦਾ ਜਿਹੜਾ ਮਤਲਬ ਕਿ ਸੱਟ ਲੱਗ ਸਕਦੀ ਹੈ, ਕਿਸੇ ਦੀ ਮੌਤ ਵੀ ਹੋ ਸਕਦੀ ਹੈ, ਜੇ ਕੋਈ ਅੱਗੇ ਅਚਾਨਕ ਆ ਜਾਂਦਾ ਹੈਗਾ, ਲਾਈਕਲੀ ਹਰਟ, ਕੋਈ ਜ਼ਖਮੀ ਵੀ ਹੋ ਸਕਦਾ ਹੈ। ਤਾਂ ਅਜਿਹੇ ਕੇਸ ਦੀ ਜਿਹੜਾ ਵਿਅਕਤੀ ਹੈਗਾ ਜਾਂ ਰੈਸ਼ ਡਰਾਈਵਿੰਗ ਕਰਦਾ ਹੈਗਾ, ਉਸਨੂੰ 6 ਮਹੀਨੇ ਤੱਕ ਦੀ ਸਜ਼ਾ ਹੋ ਸਕਦੀ ਹੈ ਤੇ 1000 ਰੁਪਏ ਤੱਕ ਦਾ ਜੁਰਮਾਨਾ ਵੀ ਹੋ ਸਕਦਾ ਹੈ, ਤੇ ਦੋਨੋਂ ਵੀ ਹੋ ਸਕਦੇ ਨੇ। ਹੁਣ ਹੈਗਾ ਸੈਕਸ਼ਨ 280 ਰੈਸ਼ ਨੈਵੀਗੇਸ਼ਨ ਮਤਲਬ ਸਮੁੰਦਰ ਦੇ ਵਿੱਚ ਕੋਈ ਵੈਸਲ ਹੈ, ਕੋਈ ਸ਼ਿਪ ਹੈਗਾ, ਉਹਨੂੰ ਰੈਸ਼ ਚਲਾਉਂਦਾ ਹੈਗਾ, ਠੀਕ ਹੈ, ਕਿਸ਼ਤੀ ਨੂੰ ਰੈਸ਼ ਚਲਾਉਂਦਾ ਹੈ, ਮੋਟਰ ਬੋਟ ਹੈ ਉਹਨੂੰ ਰੈਸ਼ ਚਲਾਉਂਦਾ ਹੈ, ਜਿਹਦੇ ਨਾਲ ਦੂਜਿਆਂ ਨੂੰ ਨੁਕਸਾਨ ਹੋ ਸਕਦਾ ਹੈ, ਕਿਸੇ ਹੋਰ ਬੋਟ ਵਾਲੇ ਨੂੰ ਨੁਕਸਾਨ ਹੋ ਸਕਦਾ ਹੈ, ਖਤਰਾ ਹੋ ਸਕਦਾ, ਉਹਨੂੰ ਉਹਦੀ ਲਾਈਫ ਨੂੰ ਖਤਰਾ ਹੋ ਸਕਦਾ ਹੈ, ਉਹਦੇ ਸੱਟ ਲੱਗ ਸਕਦੀ ਹੈ। ਤਾਂ ਅਜਿਹੇ ਕੇਸ ਦੇ ਵਿੱਚ ਵੀ ਜਿਹੜੀ ਸਜ਼ਾ ਹੈਗੀ ਉਸ ਰੈਸ਼ ਨੈਵੀਗੇਸ਼ਨ ਵਾਲੇ ਨੂੰ ਵਿਅਕਤੀ ਨੂੰ 6 ਮਹੀਨੇ ਤੱਕ ਦੀ ਸਜ਼ਾ ਹੋ ਸਕਦੀ ਹੈ, 1000 ਰੁਪਏ ਤੱਕ ਦਾ ਜੁਰਮਾਨਾ ਵੀ ਹੋ ਸਕਦਾ ਹੈ, ਤੇ ਨਾਲ ਹੀ ਦੋਨੋਂ ਵੀ ਹੋ ਸਕਦੇ ਨੇ। ਨੈਕਸਟ ਹੈ ਸੈਕਸ਼ਨ 281 ਐਗਜੀਬਿਸ਼ਨ ਆਫ ਫਾਲਸ ਲਾਈਟ ਕੋਈ ਲਗਾ ਦਿੰਦਾ ਕਿਤੇ, ਤਾਂ ਕਿ ਜਿਵੇਂ ਸਮੁੰਦਰ ਦੇ ਵਿੱਚ ਹੀ ਗੱਲ ਕਰ ਲਈਏ, ਕੋਈ ਲਾਈਟ ਲਗਾ ਦਿੰਦਾ ਹੈ, ਕੋਈ ਮਾਰਕ ਔਰ ਬੁਆਏ, ਕੋਈ ਤੈਰਨ ਵਾਲੀ ਜਿਹੜੀ ਚੀਜ਼ ਹੈਗੀ ਹੈ, ਜਿਹੜਾ ਮਾਰਕ ਹੈਗਾ, ਜਿਸ ਨੂੰ ਦੇਖ ਕੇ ਜਿਹੜੀਆਂ ਸ਼ਿਪਸ ਹੈਗੇ ਨੇ ਉਹ ਆਪਦਾ ਡਰਾਈਵ ਕਰਦੇ ਹੈਗੇ ਨੇ ਵੀ ਅੱਗੇ ਕੋਈ ਖਤਰਾ ਹੈਗਾ ਜਾਂ ਨਹੀਂ ਖਤਰਾ ਹੈਗਾ, ਜਾਂ ਅੱਗੇ ਖਤਰਾ ਹੈਗਾ ਪਰ ਉਹ ਇਦਾਂ ਦਾ ਕੋਈ ਮਾਰਕ ਲਗਾਉਂਦਾ ਵੀ ਨਹੀਂ ਖਤਰਾ ਹੈਗਾ, ਤੇ ਜਿਹੜੇ ਸ਼ਿਪਸ ਅੱਗੇ ਚਲੇ ਜਾਂਦੇ ਨੇ ਉਹਦਾ ਅੱਗੇ ਜਾ ਕੇ ਕੋਈ ਨੁਕਸਾਨ ਹੋ ਜਾਂਦਾ ਹੈ, ਠੀਕ ਹੈ। ਇਦਾਂ ਦਾ ਕੇਸ ਦੇ ਵਿੱਚ ਐਗਜ਼ਿਬਿਟਸ ਐਨੀ ਫਾਲਸ ਲਾਈਟ ਔਰ ਮਾਰਕ ਔਰ ਬੁਆਏ, ਠੀਕ ਹੈ, ਮਿਸਲੀਡ ਐਨੀ ਨੈਵੀਗੇਟਰ, ਜੋ ਕੋਈ ਸਮੁੰਦਰ 'ਚ ਜਾ ਰਿਹਾ ਹੈ, ਕੋਈ ਬੋਟ ਜਾ ਰਹੀ ਹੈ, ਕੋਈ ਸ਼ਿਪ ਜਾ ਰਿਹਾ ਹੈ, ਤੇ ਉਹ ਮਿਸਲੀਡ ਹੋ ਜਾਂਦਾ, ਉਹਦਾ ਰਸਤਾ ਬਦਲ ਲੈਂਦਾ ਆਪਦਾ, ਉਹਦੇ ਨਾਲ ਉਹਦਾ ਨੁਕਸਾਨ ਹੁੰਦਾ, ਬਹੁਤ ਵੱਡੇ ਪੱਧਰ ਤੇ ਨੁਕਸਾਨ ਹੋ ਸਕਦਾ ਹੈ। ਤਾਂ ਅਜਿਹੇ ਕੇਸ ਦੇ ਵਿੱਚ, ਠੀਕ ਹੈ, 7 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ, ਕਿਉਂਕਿ ਬਹੁਤ ਵੱਡੀ ਪ੍ਰੋਬਲਮ ਕ੍ਰੀਏਟ ਹੋ ਸਕਦੀ ਹੈ ਇਹਦੇ ਨਾਲ। 7 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ ਉਸ ਵਿਅਕਤੀ ਨੂੰ ਜਿਹੜਾ ਫਾਲਸ ਲਾਈਟ ਸਮੁੰਦਰ ਦੇ ਵਿੱਚ ਜਾਂ ਕਿਤੇ ਦਰਿਆ ਦੇ ਵਿੱਚ ਜਿੱਥੇ ਜਿਹੜੀ ਹੈਗੀ ਹੈ ਸ਼ਿਪਸ ਦਾ ਆਣਾ ਜਾਣਾ ਹੋਵੇ, ਉੱਥੇ ਕੋਈ ਇਦਾਂ ਦਾ ਕੋਈ ਮਾਰਕ ਕ੍ਰੀਏਟ ਕਰ ਦੇਵੇ ਜਿਹਦੇ ਨਾਲ ਹੈਗੇ ਜਿਹੜੇ ਆ ਉਹ ਗਲਤ ਰਸਤੇ ਕੋਈ ਚਲੇ ਜਾਣ ਵਹੀਕਲਸ, ਤਾਂ ਜਿਹੜੀ ਸਜ਼ਾ ਹੈਗੀ ਆ 7 ਸਾਲ ਤੱਕ ਦੀ ਹੋ ਸਕਦੀ ਹੈ, ਤੇ ਫਾਈਨ ਵੀ ਹੋ ਸਕਦਾ ਹੈ, ਤੇ ਦੋਨੋਂ ਵੀ ਹੋ ਸਕਦੇ ਨੇ। ਸੈਕਸ਼ਨ 282 ਹੈਗਾ ਕਨਵੇਇੰਗ ਪਰਸਨ ਬਾय ਵਾਟਰ ਫॉर ਹਾਇਰ ਇਨ ਅਨਸੇਫ ਓਵਰਲੋਡ ਵੈਸਲ, ਕੋਈ ਓਵਰਲੋਡ ਵੈਸਲ ਲੈ ਕੇ, ਕੋਈ ਪਾਣੀ ਦਾ ਕੋਈ ਟੈਂਕਰ ਲੈ ਕੇ ਜਿਹਦੇ ਨਾਲ ਉਹ ਗਿਰ ਸਕਦਾ ਹੋਵੇ ਹੈ ਜੀ, ਤੇ ਕਿਸੇ ਨੂੰ ਹੋਰ ਨੂੰ ਨੁਕਸਾਨ ਹੋ ਸਕਦਾ ਹੈ। ਅਜਿਹੇ ਕੇਸ ਦੇ ਵਿੱਚ ਜਿਹੜੀ ਹੈਗੀ ਹੈ ਉਹ ਲੈ ਕੇ ਜਾਵੇ ਜਿਹਦੇ ਨਾਲ ਦੂਜਿਆਂ ਨੂੰ ਨੁਕਸਾਨ ਹੋ ਸਕਦਾ ਹੋਵੇ, ਤਾਂ 6 ਮਹੀਨੇ ਤੱਕ ਦੀ ਸਜ਼ਾ ਹੋ ਸਕਦੀ ਹੈ, ਤੇ 1000 ਰੁਪਏ ਤੱਕ ਦਾ ਜੁਰਮਾਨਾ ਵੀ ਹੋ ਸਕਦਾ ਹੈ, ਦੋਨੋਂ ਵੀ ਹੋ ਸਕਦੇ ਨੇ। ਸੈਕਸ਼ਨ 283 ਡੇਂਜਰ ਔਰ obstructions ਇਨ ਦਾ ਪਬਲਿਕ ਵੇ, ਕੋਈ ਖਤਰਾ ਪੈਦਾ ਕਰ ਦੇਵੇ, ਕੋਈ ਰੁਕਾਵਟ ਖੜੀ ਕਰ ਦੇਵੇ ਇਨ ਦਾ ਪਬਲਿਕ ਵੇ ਰਸਤੇ ਦੇ ਵਿੱਚ, ਔਰ ਲਾਈਨ ਆਫ ਨੈਵੀਗੇਸ਼ਨ, ਜਾਂ ਫਿਰ ਸਮੁੰਦਰ ਦੇ ਵਿੱਚ ਜਿਹੜੀ ਲਾਈਨ ਆਫ ਨੈਵੀਗੇਸ਼ਨ ਹੈ, ਜਿਹੜਾ ਰਸਤਾ ਸਮੁੰਦਰੀ ਰਸਤਾ ਹੈਗਾ, ਉਸ ਰਸਤੇ ਦੇ ਵਿੱਚ ਕੋਈ ਰੁਕਾਵਟ ਪੈਦਾ ਕਰ ਦੇਵੇ, ਕੋਈ ਖਤਰੇ ਦੀ ਕੋਈ ਪ੍ਰੋਬਲਮ ਕ੍ਰੀਏਟ ਕਰ ਦੇਵੇ, whoever by doing any act or omission, ਜਾਂ ਤਾਂ ਉਹ ਕੋਈ ਐਸਾ ਕੰਮ ਕਰ ਦੇਵੇ ਜਾਂ ਫਿਰ ਉਹਨੇ ਜੋ ਕਰਨਾ ਸੀਗਾ ਉਹ ਕਰੇ ਨਾ, ਕਾਜ਼ ਡੇਂਜਰ ਇਨ ਪਬਲਿਕ ਲਾਈਨ, ਜਿਹਦੇ ਨਾਲ ਜਿਹੜੀ ਸਜ਼ਾ ਹੈਗੀ ਆ ਮਤਲਬ ਕਿ ਉਹਨੂੰ ਖਤਰਾ ਹੋ ਸਕਦਾ ਹੋਵੇ ਕਿਸੇ ਨੈਵੀਗੇਸ਼ਨ ਦੇ ਵਿੱਚ ਸੰਬੰਧ ਵਿੱਚ, ਤਾਂ ਜਿਹੜੀ ਸਜ਼ਾ ਹੈਗੀ ਹੈ ਸਿਰਫ 200 ਰੁਪਏ ਦੀ ਸਜ਼ਾ ਹੋ ਸਕਦੀ ਹੈ। ਨੈਕਸਟ ਹੈ ਸੈਕਸ਼ਨ 284 ਨੈਗਲੀਜੈਂਟ ਕੰਡਕਟ ਵਿਦ ਰਿਸਪੈਕਟ ਟੂ ਪੋਇਜ਼ਨਸ ਸਬਸਟੈਂਸ। ਨੈਗਲੀਜੈਂਟ ਕੰਡਕਟ ਵਿਦ ਰਿਸਪੈਕਟ ਟੂ ਪੋਇਜ਼ਨਸ ਸਬਸਟੈਂਸ, ਕਿਸੇ ਕੋਲੇ ਕੋਈ ਪੋਇਜ਼ਨਸ ਸਬਸਟੈਂਸ ਨੇ, ਠੀਕ ਹੈ, ਉਹਦੀ ਸਟੋਰੇਜ ਕਰਨ ਦੀ ਕੋਈ ਜ਼ਿੰਮੇਵਾਰੀ ਬਣਦੀ ਹੈ, ਉਹਨੇ ਪ੍ਰੋਪਰ ਤਰੀਕੇ ਨਾਲ ਉਹਨੂੰ ਸਟੋਰ ਕਰਕੇ ਰੱਖਣਾ ਹੈਗਾ, ਪਰ ਉਹ ਨੈਗਲੀਜੈਂਟਲੀ ਹੈ, ਉਹ ਮਤਲਬ ਕਿ ਆਪਦਾ ਧਿਆਨ ਪ੍ਰੋਪਰ ਨਹੀਂ ਦਿੰਦਾ ਹੈਗਾ, ਬੇਪਰਵਾਹੀ ਕਰਦਾ, ਲਾਪਰਵਾਹੀ ਕਰਦਾ ਹੈ। whoever does with the poisonous substance any act so rash, ਜਾਂ ਇਸ ਤਰੀਕੇ ਨਾਲ ਯੂਜ਼ ਕਰਦਾ ਉਹਨਾਂ ਨੂੰ ਨੈਗਲੀਜੈਂਟਲੀ ਤਰੀਕੇ ਨਾਲ, ਡੇਂਜਰ ਟੂ ਦਾ ਹਿਊਮਨ ਲਾਈਫ, ਜਿਹਦੇ ਨਾਲ ਆਮ ਜਨਤਾ ਦੀ ਮਨੁੱਖ ਦੀ ਜਿਹੜੀ ਹੈਗੀ ਹੈ ਉਹ ਲਾਈਫ ਨੂੰ ਖਤਰਾ ਹੋ ਸਕਦਾ ਹੈ, ਜਾਂ ਫਿਰ ਉਹ ਕੋਈ ਜ਼ਖਮ ਇੰਜਰੀ ਹੋ ਸਕੇ, ਜਾਂ ਕੋਈ ਹੋਰ ਨੁਕਸਾਨ ਹੋ ਸਕੇ ਇਨਸਾਨਾਂ ਦਾ, ਜਾਣਬੁੱਝ ਕੇ ਨੈਗਲੀਜੈਂਟਲੀ omits ਦਾ ਪੋਇਜ਼ਨ ਨੂੰ ਜਿਹੜਾ ਹੈਗਾ
ਸੰਭਾਲ ਕੇ ਰੱਖਣਾ ਸੀਗਾ, ਪਰ ਨਹੀਂ ਸੰਭਾਲਦਾ ਹੈਗਾ। ਸਬਸਟੈਂਸ ਇਨ ਹਿਸ ਪੋਜੈਸ਼ਨ ਜਿਹੜਾ ਉਹਦੇ ਕਬਜ਼ੇ ਵਿੱਚ ਸੀਗਾ, ਠੀਕ ਹੈ, ਉਹਦੇ ਲੀਕੇਜ ਹੋਣ ਦੇ ਨਾਲ ਲੋਕਾਂ ਨੂੰ ਨੁਕਸਾਨ ਹੋ ਸਕਦਾ ਹੋਵੇ, ਤਾਂ ਕੀ ਹੈ ਉਹਦੇ ਵਿੱਚ ਜਿਹੜੀ ਸਜ਼ਾ ਹੈਗੀ ਉਸ ਵਿਅਕਤੀ ਨੂੰ ਉਹਦੀ ਨੈਗਲੀਜੈਂਟ ਦੀ ਸਜ਼ਾ ਹੈਗੀ ਹੈ 6 ਮਹੀਨੇ ਤੱਕ ਦੀ ਸਜ਼ਾ ਹੋ ਸਕਦੀ ਹੈ ਤੇ ਫਾਈਨ ਵੀ ਨਾਲ ਹੋ ਸਕਦਾ ਹੈ। ਨੈਕਸਟ ਹੈ ਸੈਕਸ਼ਨ 285 negligent conduct with respect to fire or combustible matters। with respect to fire, ਜਿੱਥੇ ਕਿਤੇ ਅੱਗ ਜਲਾਈ ਗਈ ਹੈਗੀ ਹੈ ਜਾਂ ਕਿਤੇ ਅੱਗ ਯੂਟਿਲਾਈਜ਼ ਕੀਤੀ ਗਈ, ਜਿਵੇਂ ਇੰਡਸਟਰੀਆਂ ਦੇ ਵਿੱਚ ਅੱਗ ਯੂਟਿਲਾਈਜ਼ ਕਰਦੇ ਆ, ਠੀਕ ਹੈ, ਭੱਠੀਆਂ ਚਲਾਉਂਦੇ ਹੈਗੇ ਆ, ਜਾਂ ਕੰਬਸਟੀਬਲ ਮੈਟਰਸ ਹੁੰਦੇ ਨੇ, ਜਲਨਸ਼ੀਲ ਪਦਾਰਥ ਹੁੰਦੇ ਨੇ, ਠੀਕ ਹੈ, ਕੋਈ ਕੈਮੀਕਲ ਵੀ ਹੋ ਸਕਦਾ ਹੈ ਜਿਹੜਾ ਜਲਨਸ਼ੀਲ ਹੋਵੇ, ਉਹਦੇ ਪ੍ਰਤੀ ਕੋਈ ਨੈਗਲੀਜੈਂਟ ਵਰਤੇ, ਉਹਨੂੰ ਸੰਭਾਲ ਕੇ ਰੱਖਣ ਦੀ ਜ਼ਿੰਮੇਵਾਰੀ ਬਣਦੀ ਹੈ, ਪਰ ਸੰਭਾਲ ਕੇ ਨਾ ਰੱਖੇ ਉਹਦੇ ਨਾਲ ਕੀ ਹੈਗਾ, whoever does with fire or combustible matter any act so rashly, ਇਸ ਤਰੀਕੇ ਨਾਲ ਯੂਜ਼ ਕਰੇ ਜਿਹਦੇ ਨਾਲ ਕੀ ਹੈਗਾ ਨੈਗਲੀਜੈਂਟਲੀ ਦੂਜੇ ਲੋਕਾਂ ਨੂੰ ਜਿਹੜਾ ਹੈਗਾ ਉਹਨਾਂ ਦੀ ਲਾਈਫ ਨੂੰ ਖਤਰਾ ਹੋਵੇ, ਜਾਣਬੁੱਝ ਕੇ ਜਾਂ ਨੋਇੰਗਲੀ, ਨੈਗਲੀਜੈਂਟਲੀ ਜਾਂ ਨੋਇੰਗਲੀ, omits to take care, ਉਹਦੀ ਕੇਅਰ ਕਰਨ ਦੀ ਜ਼ਿੰਮੇਵਾਰੀ ਬਣਦੀ ਹੈ, ਪਰ ਉਹ ਕੇਅਰ ਨਾ ਕਰੇ, ਜਿਹਦੇ ਕਾਰਨ ਕੀ ਜਿਹੜੀ ਹੈਗੀ ਹੈ ਉਹ ਜਿਹੜਾ ਕੰਬਸਟੀਬਲ ਮੈਟਰ ਹੈਗਾ ਉਹ ਫੁੱਟ ਕੇ ਅੱਗ ਫੈਲ ਜਾਵੇ, ਇਲਾਕੇ 'ਚ ਅੱਗ ਫੈਲ ਜਾਵੇ, ਉਸ ਇਲਾਕੇ ਅੱਗ ਫੈਲਣ ਦੇ ਨਾਲ ਲੋਕਾਂ ਦਾ ਨੁਕਸਾਨ ਹੋ ਸਕਦਾ ਹੋਵੇ, ਤਾਂ ਅਜਿਹੇ ਕੇਸ ਦੇ ਵਿੱਚ ਜਿਹੜੀ ਹੈਗੀ ਹੈ ਸਜ਼ਾ ਹੈਗੀ ਹੈ 6 ਮਹੀਨੇ ਤੱਕ ਦੀ ਹੋ ਸਕਦੀ ਹੈ। ਉਸ ਵਿਅਕਤੀ ਨੂੰ ਜਿਹੜਾ ਆਪਣੀ ਜ਼ਿੰਮੇਵਾਰੀ ਤੋਂ ਮਤਲਬ ਕਿ ਭੱਜੇ ਜਾਂ ਜ਼ਿੰਮੇਵਾਰੀ ਨੂੰ ਪ੍ਰੋਪਰ ਤਰੀਕੇ ਨਾਲ ਨਾ ਨਿਭਾਵੇ, 6 ਮਹੀਨੇ ਤੱਕ ਦੀ ਸਜ਼ਾ ਔਰ 1000 ਰੁਪਏ ਤੱਕ ਦਾ ਜਿਹੜਾ ਹੈਗਾ ਫਾਈਨ ਵੀ ਹੋ ਸਕਦਾ ਹੈ। ਨੈਕਸਟ ਹੈ 286 negligent conduct with respect to the explosive substance, ਜਿਹੜੇ ਹੈਗੇ ਵਿਸਫੋਟਕ ਸਮੱਗਰੀ ਦੇ ਪ੍ਰਤੀ ਕੋਈ ਬੰਦਾ ਨੈਗਲੀਜੈਂਟ ਰਹੇ, ਬੇਪਰਵਾਹ ਰਹੇ, ਲਾਪਰਵਾਹ ਰਹੇ, ਠੀਕ ਹੈ, ਅਜਿਹੇ ਕੇਸ ਵੀ ਜਾਣਬੁੱਝ ਕੇ ਵੀ ਤੇ ਨੈਗਲੀਜੈਂਟਲੀ ਵੀ ਜਿਹੜੇ ਐਕਸਪਲੋਸਿਵ ਸਬਸਟੈਂਸ ਨੇ ਉਹ ਫਟ ਜਾਣ, ਕਿਤੇ ਫਟਣ ਦੇ ਨਾਲ ਹੈਗਾ ਨੁਕਸਾਨ ਹੋ ਸਕਦਾ ਹੋਵੇ, ਠੀਕ ਹੈ, ਅਜਿਹੇ ਕੇਸ ਦੇ ਵਿੱਚ ਜੇ ਕੋਈ ਬੰਦਾ ਨੈਗਲੀਜੈਂਟ ਹੈਗਾ ਤਾਂ ਲੋਕਾਂ ਦੀ ਲਾਈਫ ਨੂੰ ਖਤਰਾ ਹੋ ਸਕਦਾ ਹੋਵੇ, ਤਾਂ 6 ਮਹੀਨੇ ਤੱਕ ਦੀ ਸਜ਼ਾ ਹੋ ਸਕਦੀ ਹੈ ਉਸ ਵਿਅਕਤੀ ਨੂੰ। ਸੈਕਸ਼ਨ 287 ਚ ਕੀ ਹੈ, ਨੈਗਲੀਜੈਂਟ ਕੰਡਕਟ ਵਿਦ ਰਿਸਪੈਕਟ ਟੂ ਦਾ ਮਸ਼ੀਨਰੀ, ਕੋਈ ਮਸ਼ੀਨਰੀ ਐਸੀ ਹੈਗੀ ਹੈ, ਠੀਕ ਹੈ, ਉਹ ਮਸ਼ੀਨਰੀ ਦੇ ਨਾਲ ਵੀ ਉਹਦੀ ਕੋਈ ਜ਼ਿੰਮੇਵਾਰੀਆਂ ਬਣਦੀਆਂ ਨੇ ਵੀ ਉਹਦਾ ਕਿਵੇਂ ਧਿਆਨ ਰੱਖਣਾ ਹੈ ਤਾਂ ਕਿ ਦੂਜਿਆਂ ਨੂੰ ਕੋਈ ਨੁਕਸਾਨ ਨਾ ਹੋਵੇ, ਲੋਕਾਂ ਨੂੰ ਹੋਰ ਨੂੰ ਨੁਕਸਾਨ ਨਾ ਹੋਵੇ, ਆਮ ਪਬਲਿਕ ਨੂੰ ਨੁਕਸਾਨ ਨਾ ਹੋਵੇ, ਲੋਕਾਂ ਦੀ ਜਿਹੜੀ ਲਾਈਫ ਹੈ ਉਹਦਾ ਕੋਈ ਨੁਕਸਾਨ ਨਾ ਹੋ ਸਕਦਾ ਹੋਵੇ, ਪਰ ਉਹ ਮਤਲਬ ਕਿ ਨੈਗਲੀਜੈਂਟ ਵਰਤਦਾ, ਬੇਪਰਵਾਹੀ ਵਰਤਦਾ, ਲਾਪਰਵਾਹੀ ਵਰਤਦਾ, ਠੀਕ ਹੈ, ਨੋਇੰਗਲੀ omits to take care of the machinery, ਉਸ ਮਸ਼ੀਨਰੀ ਦੀ ਜਿਹੜਾ ਟੇਕ ਕੇਅਰ ਪ੍ਰੋਪਰ ਤਰੀਕੇ ਨਾਲ ਨਹੀਂ ਕਰਦਾ ਹੈਗਾ, ਤਾਂ ਲੋਕਾਂ ਨੂੰ ਜਿਹੜਾ ਹੈਗਾ ਖਤਰਾ ਬਣਿਆ ਰਹਿੰਦਾ ਹੈ, ਲੋਕਾਂ ਨੂੰ ਖਤਰਾ ਬਣਿਆ ਰਹਿੰਦਾ ਵੀ ਉਹਦਾ ਨੁਕਸਾਨ ਹੋ ਸਕਦਾ ਹੈ। ਅਜਿਹੇ ਕੇਸ ਵੀ ਜਿਹੜਾ ਉਹ ਵਿਅਕਤੀ ਹੈਗਾ ਜਿਹਦੇ ਕਬਜ਼ੇ 'ਚ ਉਹ ਮਸ਼ੀਨਰੀ ਹੈ ਤਾਂ ਉਹਨੂੰ 6 ਮਹੀਨੇ ਤੱਕ ਦੀ ਸਜ਼ਾ ਹੋ ਸਕਦੀ ਹੈ ਤੇ 1000 ਰੁਪਏ ਤੱਕ ਦਾ ਜਿਹੜਾ ਹੈਗਾ ਫਾਈਨ ਵੀ ਹੋ ਸਕਦਾ ਹੈ। ਨੈਕਸਟ ਸੈਕਸ਼ਨ 288 negligent conduct with respect to pulling down or repairing the building, ਕੋਈ ਬਿਲਡਿੰਗ ਰਿਪੇਅਰ ਕਰਨੀ ਹੈ, ਕੋਈ ਬਿਲਡਿੰਗ ਨੂੰ ਢਾਣਾ ਹੈਗਾ, ਉਹਦੇ ਵਿੱਚ ਜਿਵੇਂ ਆਪਾਂ ਦੇਖਦੇ ਹਾਂ ਜਾਲ ਲਗਾਉਣੇ ਹੁੰਦੇ ਨੇ, ਕੋਈ ਇੱਟਾਂ ਗਿਰ ਕੇ ਥੱਲੇ ਕਿਸੇ ਰਾਹਗੀਰ ਦੇ ਉੱਪਰ ਗਿਰ ਨਾ ਜਾਵੇ, ਇੱਟ ਨਾ ਕੋਈ ਲੱਗੇ, ਸੱਟ ਨਾ ਲੱਗੇ ਕਿਸੇ ਨੂੰ, ਇੱਦਾਂ ਦੇ ਜਿਹੜੇ ਪ੍ਰੀਕਾਸ਼ਨ ਮੀਅਰਸ ਜਿਹੜੇ ਹੁੰਦੇ ਨੇ, ਠੀਕ ਹੈ, ਰਿਪੇਅਰ ਕਰਨ ਵੇਲੇ ਵੀ, ਬਿਲਡਿੰਗ ਨੂੰ ਢਾਉਣ ਵੇਲੇ ਵੀ ਪ੍ਰੀਕਾਸ਼ਨ ਮੀਅਰਸ ਪ੍ਰੋਪਰ ਤਰੀਕੇ ਦੇ ਨਾਲ ਨਾ ਲਵੇ, ਉਹਦੇ ਨਾਲ ਦੂਜਿਆਂ ਨੂੰ ਨੁਕਸਾਨ ਹੋਣ ਦਾ ਖਤਰਾ ਬਣਿਆ ਹੋਵੇ, ਤਾਂ ਅਜਿਹੇ ਵਿਅਕਤੀ ਦੀ ਜਿਹੜੀ ਸਜ਼ਾ ਹੈਗੀ ਹੈ 6 ਮਹੀਨੇ ਤੱਕ ਦੀ ਸਜ਼ਾ ਹੋ ਸਕਦੀ ਹੈ ਤੇ 1000 ਰੁਪਏ ਤੱਕ ਦਾ ਫਾਈਨ ਵੀ ਹੋ ਸਕਦਾ ਹੈ। ਸੈਕਸ਼ਨ 289 negligent conduct with respect to animal, ਕੋਈ ਐਨੀਮਲ ਰੱਖਿਆ ਹੋਇਆ ਕਿਸੇ ਵਿਅਕਤੀ ਨੇ, ਕੋਈ ਜਿਵੇਂ ਕੁੱਤਾ ਆਪਾਂ ਕਹਿ ਲਈ ਰੱਖਿਆ ਹੋਇਆ ਹੈਗਾ, ਕੋਈ ਹੋਰ ਇੱਦਾਂ ਦਾ ਪਸ਼ੂ ਰੱਖਿਆ ਹੋਇਆ ਹੈਗਾ ਜਿਹਦੇ ਨਾਲ ਦੂਜਿਆਂ ਨੂੰ ਨੁਕਸਾਨ ਹੋ ਸਕਦਾ ਹੋਵੇ, ਉਹਨੂੰ ਬੰਨ੍ਹ ਕੇ ਨਾ ਰੱਖਿਆ ਗਿਆ ਹੋਵੇ, ਠੀਕ ਹੈ, ਤੇ ਦੂਜੇ ਵਿਅਕਤੀ ਦੇ ਕੋਈ ਕਿਸੇ ਨੂੰ ਕੱਟਣ ਦਾ ਨੁਕਸਾਨ ਬਣਿਆ ਰਹੇ ਤੇ ਪਰ ਉਹ ਜਿਹੜਾ ਹੈਗਾ ਲਾਪਰਵਾਹੀ ਵਰਤੇ ਇਸ ਪ੍ਰਤੀ, ਇਸ ਐਸੇ ਵਿਅਕਤੀ ਨੂੰ ਵੀ ਜਿਹੜੀ ਹੈਗੀ ਹੈ 6 ਮਹੀਨੇ ਤੱਕ ਦੀ ਸਜ਼ਾ ਹੋ ਸਕਦੀ ਹੈ, 1000 ਰੁਪਏ ਤੱਕ ਦਾ ਫਾਈਨ ਵੀ ਕੀਤਾ ਜਾ ਸਕਦਾ ਹੈਗਾ ਕੋਰਟ ਵੱਲੋਂ, ਦੋਨੋਂ ਵੀ ਹੋ ਸਕਦੇ ਨੇ। ਨੈਕਸਟ ਹੈ ਸੈਕਸ਼ਨ 290 punishment for the public nuisance in cases otherwise not provided for, ਜਿੱਥੇ ਕਿਤੇ ਪੁਨਿਸ਼ਮੈਂਟ ਕਿਸੇ ਕੇਸ ਦਰਸਾਈ ਗਈ ਹੈ ਉਹ ਤਾਂ ਗੱਲ ਵੱਖਰੀ ਹੈ, ਉਹ ਤਾਂ ਉਨੀ ਸਜ਼ਾ ਹੋ ਜਾਂਦੀ ਹੈ, ਪਰ ਜਿੱਥੇ ਕਿਤੇ ਪੁਨਿਸ਼ਮੈਂਟ ਦੀ ਜਿਹੜੀ ਸਜ਼ਾ, ਆਫੈਂਸ ਦੀ ਕਿਤੇ ਸਜ਼ਾ, ਨਿਊਸੈਂਸ ਦੇ ਕੇਸ ਦੇ ਵਿੱਚ ਜਿਹੜੀ ਆਫੈਂਸ ਦੀ ਜਿਹੜੀ ਸਜ਼ਾ ਹੈਗੀ ਆ ਉਹ ਦਰਸਾਈ ਗਈ ਨਹੀਂ, ਉੱਪਰ ਆਪਾਂ ਪੜ੍ਹੀ ਸੀ ਨਿਊਸੈਂਸ ਦੀ ਜਿਹੜੀ ਸਜ਼ਾ ਕਿੰਨੀ ਹੈ, ਪਰ ਜੇ ਕਿਤੇ ਸਜ਼ਾ ਨਹੀਂ ਦਰਸਾਈ ਗਈ, ਐਸਾ ਕੋਈ ਨਿਊਸੈਂਸ ਹੋਵੇ ਜਿਹਦੀ ਲਾਅ ਦੇ ਵਿੱਚ ਕੋਈ ਸਜ਼ਾ ਪ੍ਰੋਵਾਈਡ ਨਾ ਕੀਤੀ ਗਈ ਹੋਵੇ, ਤਾਂ ਐਸੀ ਨਿਊਸੈਂਸ ਦੀ ਜਿਹੜੀ ਸਜ਼ਾ ਹੈਗੀ ਹੈ ਉਹ 200 ਰੁਪਏ ਤੱਕ ਦਾ ਜਿਹੜਾ ਫਾਈਨ ਹੈ ਉਹ ਕੀਤਾ ਜਾ ਸਕਦਾ ਹੈ। ਨੈਕਸਟ ਹੈ 291 continuance of nuisance after instruction to discontinue, ਜਿਵੇਂ
ਨਿਊਸੈਂਸ ਕ੍ਰੀਏਟ ਹੋ ਰਹੀ ਸੀ ਉਹਨੂੰ ਰੋਕਣ ਦੇ ਲਈ ਸਟੇ ਹੋ ਗਈ, ਇੰਜੈਕਸ਼ਨ ਹੋ ਗਿਆ, ਫਿਰ ਵੀ ਕੋਈ ਬੰਦਾ ਉਹ ਨਿਊਸੈਂਸ ਕ੍ਰੀਏਟ ਕਰੀ ਜਾਵੇ, ਲਗਾਤਾਰ ਕ੍ਰੀਏਟ ਕਰੀ ਜਾਵੇ, ਕੋਰਟ ਨੇ ਆਰਡਰ ਕਰ ਦਿੱਤਾ ਹੋਵੇ ਵੀ ਇੰਜੈਕਸ਼ਨ ਹੈ, ਇਹ ਜਿਹੜੀ ਨਿਊਸੈਂਸ ਹੈ ਇਹਦੇ ਪਰ ਰੋਕ ਲਗਾਈ ਜਾਂਦੀ ਹੈ, ਤੁਸੀਂ ਅੱਗੇ ਨੂੰ ਕਰ ਨਹੀਂ ਪਾਓਗੇ, ਪਰ ਫਿਰ ਵੀ ਕੋਈ ਵਿਅਕਤੀ ਜਿਹੜਾ ਬਾਰ-ਬਾਰ ਉਹੀ ਨਿਊਸੈਂਸ ਜਿਹੜੀ ਹੈਗੀ ਹੈ ਪਬਲਿਕ ਨਿਊਸੈਂਸ ਕ੍ਰੀਏਟ ਕਰੇ ਤਾਂ ਅਜਿਹੇ ਕੇਸ ਦੇ ਵਿੱਚ ਜਿਹੜੀ ਸਜ਼ਾ ਹੈਗੀ ਹੈ ਉਸ ਵਿਅਕਤੀ ਨੂੰ 6 ਮਹੀਨੇ ਤੱਕ ਦੀ ਸਜ਼ਾ ਹੋ ਸਕਦੀ ਹੈ ਤੇ ਦੋਨੋਂ ਵੀ ਹੋ ਸਕਦੇ ਨੇ। Next है classification of offences, section 292. Section 292 sale etc of obscene books। obscene books की होंदियां ने, obscene books होंदियां ने offensive in a sexual way, यानी कि गलत किताबां, गलत मटीरियल जिथे कॉमिकता पैदा करता होवे, बैड होवे, कामुक होवे, कामी होवे, ठीक है, जिवें आपां कहने गलत जिहड़ा आम प्रभात बैठ के देखा ना जा सकता होवे, ठीक है, इदां दे कोई बुक्स होण, कोई पैम्पलेट होण, कोई पेपर होण, कोई राइटिंग होवे, कोई ड्राइंग होवे, कोई पेंटिंग होवे, ਜਾਂ कोई होर मटीरियल होवे, इदां दा कोई फिगर होवे, कोई होर अदर ऑब्जेक्ट होवे, शैल बी डीम्ड टू ऑब्सीन होवे। ऑब्सीन मतलब सैक्शुअल नेचर का होवे, कामुक होवे, इफ इट इज लैसीवियस नेचर मतलब कामुक नेचर का होवे, और क्रिएट्स प्रीरियंट इंटरस्ट, कम इंटरस्ट पैदा करता होवे पढ़ने वाले दे मन दे विच, देखने वाले दे मन दे विच, इफेक्ट डिप्रेव पर्सन, मतलब कि गलत व्यक्ति होवे, ऐसे जो मटीरियल होंगे उन्होंने ऑब्सीन मटीरियल कहने, ऑब्सीन मटीरियल कहने, इदा के जो मटीरियल किदा भी हो सकता है, बुक्स भी हो सकता है, पैम्पलेट भी हो सकते हैं, कोई राइटिंग भी हो सकती है, कोई ड्राइंग भी हो सकती है, कोई पेंटिंग भी हो सकती है, ठीक है, कोई फिक्र भी हो सकती है, जिहदे नाल जिहड़े माइनर बच्चे इनके खराब होंदे होण, ये कह लीए आपां, ठीक है, ਜਾਂ कोई होर खराब होंदा होवे, लोकां दे विच जिहड़ी हैगी है आम जनता दे विच कामिक जिहड़ी हैगी है भावना पैदा करे, ऐसे मटीरियल नूं असीं ऑब्सीन मटीरियल कहने हैगे आ। ਇਹਦੇ ਵਿੱਚ ਕੀ ਹੈਗਾ, ਜੇ ਕੋਈ ਐਸਾ ਮਟੀਰੀਅਲ ਸੈਲ ਕਰੇ, ਠੀਕ ਹੈ, ਜਾਂ ਕਿਰਾਏ ਤੇ ਦੇਵੇ, ਜਿਵੇਂ ਬੁੱਕਸ ਨੇ ਕੋਈ ਐਸੀਆਂ ਕਿਰਾਏ ਤੇ ਦੇਵੇ ਕੋਈ ਦੁਕਾਨਦਾਰ, ਜਾਂ ਐਸਾ ਮਟੀਰੀਅਲ ਕੋਈ ਪੈਂਪਲੇਟ ਐਸੀਆਂ ਬੁੱਕਸ ਵੇਚੇ, ਠੀਕ ਹੈ, ਤਾਂ डिस्ट्रीब्यूट करे, पब्लिसिटी करे, पब्लिकली करे गए, एग्जीबिट करे, कोई मतलब कि कोई एग्जीबिशन लवावे ऐसी बुक्स की, सर्कुलेट करे ऐसी बुक्स, या फिर कोई इंपोर्ट करे, एक्सपोर्ट करे, मंगावे, बाहर भेजे या बाहरों मंगावे, ठीक है, टेक्स पार्ट इन रिसीव्स, अपने प्रॉफिट कमाने की खातर ऐसा माल, ऐसा मटीरियल सेल करे, ठीक है, बाहरों मंगा के बेचे या इतों परचेज करके बेचे, पर ऐसे केस से जुड़ा है होवे, बिजनेस जुड़ा है होवे, ऑब्सीन बुक्स दे ऑब्सीन मटीरियल दे बिजनेस जुड़ा है होवे, या फिर की हैगा एडवरटाइज करे, पर्सनस एंगेज, कोई व्यक्ति एंगेज करे अगे फर्दर ऐसा मटीरियल सेल करने की खातर एडवरटाइजमेंट करे, ऑफर और अटेम्प्ट्स टू डू एनी एक्ट ऑफेंसिव, ऐसा जुर्म करने की खातर किसी और व्यक्ति को कोई ऑफर करे, ठीक है, अगे फर्दर सेल करने की खातर ऐसा मटीरियल, तो अजिहे केस की जी सज़ा हैगी है, जेकर वो व्यक्ति पहली बारी एक पहले जी सज़ा हैगी उसनों फस्ट टाइम वो खिलाफ कोई ऐसा जो केस बनता है तो उन्होंने जी सज़ा हैगी है 2 साल तक की हो सकती है, तो 2000 रुपये तक का फाइन हो सकता है। जो व्यक्ति बार बार फिर ही काम करता है, फिर ही जुर्म करता है, फिर ही ऑफेंस कमिट करता है, तो जो सैकेंड टाइम वो पकड़ा जाता है तो सैकेंड टाइम जी सज़ा फिर उसकी हैगी है वो 2 साल की बजाय 5 साल तक की सज़ा हो जाती है उस व्यक्ति को, तो 5000 रुपये का जो फाइन हो सकता है। फिर सैक्शन 292 ਦੀਆਂ कुछ एक्सैप्शनस हैगियां ने भी कित्थे ਜਿਹੜਾ ਇਹ ਸੈਕਸ਼ਨ ਹੈ लागू नहीं ਹੁੰਦਾ, कित्थे ਇਹਨੂੰ जुर्म नहीं किया जा सकता है, ਕਿਹੜੇ केसां 'ਚ इसनूं जुर्म ਅਸੀਂ नहीं कह सकते हैगे ऑब्सीन मटीरियल ਨੂੰ। दिस section does not extend to the any books, ਕਿਹੜੀਆਂ बुक्स ने ऐसियां बुक्स ਜਾਂ ऐसे कोई पैम्पलेट या पेपर, ठीक है, राइटिंग या फिगर्स पब्लिकेशन हुई होन of which is proved to the justified for the public good,
ਜਿੱਥੋਂ ਇਹ ਪਬਲੀਕੇਸ਼ਨ ਹੋਈਆਂ ਹੋਣ, ਪਰ ਇਹ ਪ੍ਰੂਵ ਹੋਵੇ ਵੀ ਇਹ ਜਸਟੀਫਾਈ ਹੋਵੇ ਵੀ ਪਬਲਿਕ ਇੰਟਰਸਟ ਦੇ ਵਿੱਚ ਹੈਗਾ ਜੋ ਇਹ ਮਟੀਰੀਅਲ ਪਬਲਿਸ਼ ਕੀਤਾ ਗਿਆ, ਜਾਂ ਜਿਹੜੀਆਂ ਇਹ ਬੁੱਕਸ ਹੈਗੀਆਂ ਨੇ ਇਹ ਪਬਲਿਕ ਇੰਟਰਸਟ ਦੇ ਵਿੱਚ ਨੇ, ਪਬਲਿਕ ਦੇ ਫਾਇਦੇ ਲਈ ਨੇ, ਪਬਲਿਕ ਦੇ ਉਹਦੇ ਲਈ ਮਤਲਬ ਕਿ ਬੈਨੀਫਿਟ ਦੀ ਖਾਤਰ ਇਹ ਜਿਹੜਾ ਮਟੀਰੀਅਲ ਹੈਗਾ ਇਹ ਸਾਬਤ ਹੁੰਦਾ ਹੋਵੇ, ਪ੍ਰੂਵ ਹੁੰਦਾ ਹੋਵੇ, ਤਾਂ ਜਿਹੜੀ ਹੈਗੀ ਹੈ ਉੱਪਰ ਜਿਹੜਾ ਦੋਸ਼ ਹੈਗਾ ਉਸ ਅਫੈਂਸ ਫਿਰ ਨਹੀਂ ਕਮਿਟ ਕੀਤਾ ਜਾ ਸਕਦਾ, ਨਹੀਂ ਦੋਸ਼ ਲੱਗਦਾ। ਵਿਚ ਇਜ਼ ਕੈਪਟ ਔਰ ਯੂਜ਼ਡ ਬੋਨਾਫਾਈਡ ਫॉर द ਰਿਲੀਜੀਅਸ ਪਰਪਸ, ਜਾਂ ਫਿਰ ਜਿਹੜਾ ਐਸਾ ਮਟੀਰੀਅਲ ਕੋਈ ਹੈਗਾ ਉਹ ਰਿਲੀਜੀਅਸ ਤੌਰ ਤੇ ਬੋਨਾਫਾਈਡਲੀ ਰਿਲੀਜੀਅਸ ਤੌਰ ਤੇ ਯੂਜ਼ ਕੀਤਾ ਗਿਆ ਹੋਇਆ ਹੋਵੇ, ਜਿੱਥੇ ਪਤਾ ਲੱਗੇ ਵੀ ਹਾਂ ਵਾਕਈ ਇਹ ਜਿਹੜਾ ਹੈਗਾ ਇਹ ਉਹ ਜਿਹੜਾ ਓਬਸੀਨ ਮਟੀਰੀਅਲ ਹੈ, ਸੈਕਸ਼ੂਅਲ ਮਟੀਰੀਅਲ ਹੈਗਾ, ਉਹਦੀ ਖਾਤਰ ਇਹ ਪਬਲਿਸ਼ ਨਹੀਂ ਹੋਇਆ ਪਿਆ, ਇਹ ਕਿਸੇ ਰਿਲੀਜੀਅਸ ਪਰਪਸ ਦੇ ਖਾਤਰ ਜਿਹੜਾ ਹੈਗਾ ਪਬਲਿਸ਼ ਕੀਤਾ ਗਿਆ ਹੈਗਾ। ਉੱਥੇ ਵੀ ਇੱਥੇ ਜਿਹੜੀ ਹੈਗੀ ਹੈ ਇਹ ਐਕਸੈਪਸ਼ਨ ਹੈਗੀ ਹੈ ਇਸ ਸੈਕਸ਼ਨ ਤੋਂ। ਐਨੀ ਰਿਪਰੈਜ਼ੈਂਟੇਸ਼ਨ ਸਕਲਪਚਰ ਹੋਵੇ, ਕੋਈ ਮੂਰਤੀ ਕਲਾ ਹੋਵੇ, ਕੋਈ ਪੇਂਟਿੰਗ ਹੋਵੇ ਰਿਲੀਜੀਅਸ ਪੱਖੋਂ, ਜਾਂ ਕੋਈ ਐਂਸ਼ੀਅੰਟ ਮੂਵਮੈਂਟਸ ਹੋਣ, ਜਿਵੇਂ ਆਪਾਂ ਦੇਖਦੇ ਹਾਂ ਕਈ ਵਾਰੀ ਕੋਈ ਪੁਰਾਣੀਆਂ ਮੂਰਤੀਆਂ ਹੁੰਦੀਆਂ ਨੇ, ਠੀਕ ਹੈ, ਉਹਨਾਂ ਦਾ ਮਕਸਦ ਇਹ ਨਹੀਂ ਹੁੰਦਾ ਹੈਗਾ ਵੀ ਇਹ ਜਿਹੜਾ ਹੈਗਾ ਓਬਸੀਨ ਮਟੀਰੀਅਲ ਦੇ ਤੌਰ ਤੇ ਉਹਨੂੰ ਪਬਲਿਸ਼ ਕੀਤਾ ਗਿਆ ਹੋਵੇ, ਪੈਸੇ ਕਮਾਉਣ ਦੀ ਖਾਤਰ ਪਬਲਿਸ਼ ਕੀਤਾ ਗਿਆ ਹੋਵੇ, ਜਾਂ ਲੋਕਾਂ ਦੇ ਵਿੱਚ ਕੰਮ ਭਾਵਨਾ ਪੈਦਾ ਕਰਨ ਦੀ ਖਾਤਰ ਮਤਲਬ ਕਿ ਉਹ ਲਗਾਈਆਂ ਜਾਂਦੀਆਂ ਹੋਣ, ਐਂਸ਼ੀਅੰਟ ਕੋਈ ਮੋਨੂਮੈਂਟਸ ਲੱਗੇ ਹੋਏ ਹੋਣ, ਜਾਂ ਕਿਸੇ ਮੰਦਿਰ ਦੇ ਵਿੱਚ ਕੋਈ ਮੂਰਤੀਆਂ ਲੱਗੀਆਂ ਹੋਈਆਂ ਹੋਣ, ਜਾਂ ਕੋਈ ਵਹੀਕਲ ਕੋਈ ਕਨਵੈਂਸ ਯੂਜ਼ ਕੀਤੀ ਗਈ ਹੋਵੇ ਜਿੱਥੇ ਕੋਈ ਇੱਦਾਂ ਦੀਆਂ ਮੂਰਤੀਆਂ ਨੂੰ ਲੈ ਕੇ ਜਾਣ ਦੀ ਖਾਤਰ ਕੋਈ ਉਹਦੇ ਤੇ ਕੋਈ ਫੋਟੋਆਂ ਲੱਗੀਆਂ ਹੋਈਆਂ ਹੋਣ, ਤਾਂ ਇੱਥੋਂ ਮਤਲਬ ਇਹ ਨਹੀਂ ਹੁੰਦਾ ਇਹ ਜੇ ਰਿਲੀਜੀਅਸ ਪਰਪਸ ਲਈ ਯੂਟਿਲਾਈਜ਼ ਕੀਤਾ ਗਿਆ ਹੈ, ਜਿੱਥੋਂ ਸਾਬਤ ਹੁੰਦਾ ਹੈਗਾ ਵੀ ਇਹਦਾ ਮਕਸਦ ਉਹ ਨਹੀਂ ਹੈਗਾ ਜੋ ਆਪਾਂ ਕਹਿਣਾ ਚਾਹੁੰਦੇ ਹਾਂ। ਤਾਂ ਜਿਹੜੀ ਇਹ ਹੈਗੀ ਹੈ ਉੱਪਰ ਦਾ ਜਿਹੜਾ ਸੈਕਸ਼ਨ ਹੈਗਾ 292 ਦੇ ਵਿੱਚ, ਤਾਂ ਉੱਥੇ ਦੋਸ਼ ਜਿਹੜਾ ਹੈਗਾ ਉਹ ਨਹੀਂ ਲੱਗਦਾ, ਅਫੈਂਸ ਨਹੀਂ ਕਿਹਾ ਜਾ ਸਕਦਾ ਉਸ ਨੂੰ। ਨੈਕਸਟ ਹੈ ਸੈਕਸ਼ਨ 293 ਸੇਲ ਐਟਸੈਟਰਾ ਆਫ ਓਬਸੀਨ ਆਬਜੈਕਟਸ ਟੂ ਯੰਗ ਪਰਸਨਸ। ਯੰਗ ਪਰਸਨ ਮਤਲਬ ਕਿ ਛੋਟੇ ਬੱਚੇ ਨੂੰ ਜੇ ਕੋਈ ਇੱਦਾਂ ਦਾ ਜਿਹੜਾ ਮਟੀਰੀਅਲ ਹੈਗਾ ਓਬਸੀਨ, ਜਿਹੜਾ ਉੱਪਰ ਅਸੀਂ ਪੜ੍ਹ ਕੇ ਆਏ ਹਾਂ ਪਹਿਲਾਂ 292 ਦੇ ਵਿੱਚ, ਇੱਦਾਂ ਦਾ ਜਿਹੜਾ ਮਟੀਰੀਅਲ ਹੈ ਕੋਈ ਸੇਲ ਕਰਦਾ ਹੈ, ਯੰਗ ਬੱਚਿਆਂ ਨੂੰ ਸੇਲ ਕਰਦਾ ਹੈਗਾ, ਛੋਟੀ ਉਮਰ ਦੇ ਬੱਚਿਆਂ ਨੂੰ ਸੇਲ ਕਰਦਾ ਤਾਂ ਕਿ ਜਿਹੜਾ ਉਹਦੀ ਲਾਈਫ ਹੈਗਾ ਉਹਦੇ ਨਾਲ ਖੇਡਦਾ ਹੈਗਾ, ਤਾਂ ਕਿ ਉਹ ਜਿਹੜਾ ਹੈਗਾ ਮਤਲਬ ਕਿ ਨੁਕਸਾਨ ਹੋਵੇ ਉਹਨਾਂ ਨੂੰ, ਉਹਦਾ ਜਿਹੜਾ ਕਰੈਕਟਰ ਹੈ ਉਹ ਖਰਾਬ ਹੋਵੇ, ਤੇ ਉਹ ਆਪਦੇ ਜਿਹੜੇ ਕੰਮ ਤੋਂ, ਆਪਦੀ ਡਿਊਟੀ ਤੋਂ, ਆਪਦੀ ਐਜੂਕੇਸ਼ਨ ਤੇ ਇਫੈਕਟ ਪਵੇ, ਸਮਾਜ ਦੇ ਵਿੱਚ ਉਹ ਬੱਚੇ ਜਿਹੜੇ ਹੈਗੇ ਆ ਉਹ ਗਲਤ ਹੋ ਜਾਣ। ਐਸਾ ਮਟੀਰੀਅਲ, ਸੈਕਸ਼ੂਅਲ ਮਟੀਰੀਅਲ, ਕਾਮੀ ਮਟੀਰੀਅਲ ਜਿਹੜਾ ਕੋਈ ਸੇਲ ਕਰੇ, ਠੀਕ ਹੈ, ਉਸ ਵਿਅਕਤੀ ਨੂੰ ਯੰਗ ਬੱਚਿਆਂ ਨੂੰ ਸੇਲ ਕਰੇ ਤਾਂ ਉਹਨੂੰ 3 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ, ਤੇ 2000 ਰੁਪਏ ਤੱਕ ਦਾ ਫਾਈਨ ਵੀ ਹੋ ਸਕਦਾ ਹੈ। ਤੇ ਜੇਕਰ ਉਹ ਵਾਰ-ਵਾਰ ਕਰਦਾ ਹੈ ਤਾਂ ਦੂਜੀ ਵਾਰੀ ਫਿਰ ਪਕੜਿਆ ਜਾਂਦਾ ਹੈਗਾ ਯੰਗ ਬੱਚਿਆਂ ਨੂੰ ਐਸਾ ਮਟੀਰੀਅਲ ਸੇਲ ਕਰਨ ਦੀ ਖਾਤਰ, ਤਾਂ ਜਿਹੜੀ ਸਜ਼ਾ ਹੈਗੀ ਹੈ ਉਹ ਦੂਜੀ ਵਾਰੀ 7 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ, ਤੇ 2000 ਰੁਪਏ ਤੱਕ ਦਾ ਫਾਈਨ ਵੀ ਹੋ ਸਕਦਾ ਹੈ। ਨੈਕਸਟ ਹੈ ਸੈਕਸ਼ਨ 294 ਓਬਸੀਨ ਐਕਟਸ ਐਂਡ ਸੌਂਗਸ। ਕੋਈ ਇੱਦਾਂ ਦਾ ਜਿਹੜਾ ਮਟੀਰੀਅਲ ਹੈਗਾ, ਠੀਕ ਹੈ, ਓਬਸੀਨ ਕਾਮਕ ਅਫੈਂਸ ਜਿਹੜਾ ਹੋਵੇ, ਕੋਈ ਕੰਮ ਕਰੇ, ਕੋਈ ਗਾਣੇ ਗਾਵੇ ਗੰਦੇ ਮੰਦੇ, ਠੀਕ ਹੈ, ਕਿਸੇ ਪਬਲਿਕ ਪਲੇਸ ਦੇ ਉੱਪਰ ਜਾ ਕੇ ਕੋਈ ਗੰਦੇ ਮੰਦੇ ਗਾਣੇ ਗਾਵੇ, ਲੋਕਾਂ ਨੂੰ ਜਿਹੜਾ ਹੈਗਾ ਦੇਖਣ ਵਾਲਿਆਂ ਨੂੰ ਜਿਹੜਾ ਹੈਗਾ ਇਹਦਾ ਮਤਲਬ ਕਿ ਅੱਛਾ ਨਾ ਲੱਗੇ, ਤਾਂ ਅਜਿਹੇ ਵਿਅਕਤੀ ਦੇ ਖਿਲਾਫ ਜਿਹੜੀ ਸਜ਼ਾ ਹੈਗੀ 3 ਮਹੀਨੇ ਦੀ ਹੋ ਸਕਦੀ ਹੈ, ਫਾਈਨ ਵੀ ਹੋ ਸਕਦਾ ਹੈ ਤੇ ਦੋਨੋਂ ਵੀ ਹੋ ਸਕਦੇ ਨੇ। ਸੈਕਸ਼ਨ 294A ਕੀਪਿੰਗ ਲੋਟਰੀ ਆਫਿਸ। ਕੋਈ ਦਫ਼ਤਰ ਖੋਲ੍ਹਦਾ, ਲੋਟਰੀ ਦਾ ਦਫ਼ਤਰ ਖੋਲ੍ਹੇ, ਠੀਕ ਹੈ, ਉੱਥੇ ਲੋਟਰੀਆਂ ਵੇਚੇ, ਸਟੇਟ ਲੋਟਰੀ ਨਾ ਹੋਵੇ, ਸਰਕਾਰੀ ਲੋਟਰੀ ਨਾ ਹੋਵੇ, ਪ੍ਰਾਈਵੇਟ ਲੋਟਰੀ ਤੌਰ ਤੇ ਆਪਦੇ ਪੱਧਰ ਤੇ ਕੋਈ ਪ੍ਰਾਈਵੇਟ ਲੋਟਰੀ ਬਣਾ ਕੇ ਉਹ ਲੋਟਰੀਆਂ ਵੇਚਣਾ ਸ਼ੁਰੂ ਕਰ ਦੇ ਦਫ਼ਤਰ ਖੋਲ੍ਹੇ, ਤਾਂ ਉਸ ਵਿਅਕਤੀ ਨੂੰ ਜਿਹੜੀ ਹੈਗੀ ਹੈ 6 ਮਹੀਨੇ ਤੱਕ ਦੀ ਸਜ਼ਾ ਹੋ ਸਕਦੀ ਹੈ, ਤਾਂ ਦੋਨੋਂ ਵੀ ਫਾਈਨ ਵੀ ਹੋ ਸਕਦਾ ਹੈ ਤੇ ਦੋਨੋਂ ਵੀ ਹੋ ਸਕਦੇ ਨੇ। ਇਫ ਪਬਲਿਸ਼ ਐਨੀ ਪ੍ਰਪੋਜ਼ਲ, ਜੇ ਕੋਈ ਪਬਲਿਸ਼ ਕਰਦਾ ਹੈ, ਕੋਈ ਇਸ਼ਤਿਹਾਰਬਾਜ਼ੀ ਕਰਦਾ ਹੈ, ਪੈਂਪਲੇਟਸ ਪਾਉਂਦਾ ਹੈ, ਕੋਈ ਪ੍ਰਪੋਜ਼ਲ ਦਿੰਦਾ ਹੈ ਵੀ ਜੇ ਕੋਈ ਲਾਟਰੀ ਖਰੀਦੇਗਾ ਉਹਨੂੰ ਟਰੈਕਟਰ ਨਿਕਲੇਗਾ ਜਾਂ ਮੋਟਰਸਾਈਕਲ ਨਿਕਲੇਗਾ, ਕਾਰ ਨਿਕਲੇਗੀ, ਇੱਦਾਂ ਦਾ ਕੋਈ ਮਟੀਰੀਅਲ ਪਬਲਿਸ਼ ਕਰਦਾ ਹੈਗਾ, ਠੀਕ ਹੈ, ਤਾਂ ਉਸ ਵਿਅਕਤੀ ਨੂੰ ਜਿਹੜੀ ਸਜ਼ਾ ਹੈਗੀ ਹੈ 1000 ਰੁਪਏ ਦਾ ਜੁਰਮਾਨਾ ਕੀਤਾ ਜਾ ਸਕਦਾ ਹੈ। ਨੈਕਸਟ ਹੈ ਚੈਪਟਰ 15 offenses relating to the religion। ਧਰਮ ਦੇ ਤੌਰ ਤੇ ਕੋਈ ਬੰਦਾ ਅਫੈਂਸ ਕ੍ਰੀਏਟ ਕਰੇ, ਰਿਲੀਜਨ ਦੇ ਤੌਰ ਤੇ, ਰਿਲੀਜਨ ਨੂੰ ਕਿਸੇ ਦੂਜੇ ਦੇ ਰਿਲੀਜਨ ਨੂੰ ਕੋਈ ਨੁਕਸਾਨ ਕਰਨ ਦੀ ਖਾਤਰ ਕੋਈ ਅਫੈਂਸ ਜਿਹੜਾ ਕਮਿਟ ਕਰਦਾ ਹੈਗਾ, ਉਹਦੇ ਵਿੱਚ ਕੀ ਸੈਕਸ਼ਨਸ ਲੱਗਦੀਆਂ ਨੇ। ਸੈਕਸ਼ਨ 295 ਹੈਗਾ ਇੰਜਰਿੰਗ ਔਰ ਡਿਫਾਈਲਿੰਗ ਪਲੇਸ ਆਫ ਵਰਸ਼ਿਪ। ਕਿਸੇ ਪੂਜਾ ਦੇ ਸਥਾਨ ਦੇ ਉੱਪਰ, ਕਿਸੇ ਧਾਰਮਿਕ ਸਥਾਨ ਦੇ ਉੱਪਰ ਜਾ ਕੇ ਕੋਈ ਵਿਅਕਤੀ ਦੂਜੇ ਦੀਆਂ ਭਾਵਨਾਵਾਂ ਦੇ ਨਾਲ ਖੇਡੇ ਵਿਦ ਇੰਟੈਂਟ ਟੂ ਇਨਸਲਟ ਦਾ ਰਿਲੀਜਨ, ਉਸ ਧਰਮ ਨੂੰ, ਕਿਸੇ ਇੱਕ ਧਰਮ ਨੂੰ ਦੀ ਬੇਇੱਜ਼ਤੀ ਕਰਨ ਦੀ ਖਾਤਰ, ਠੀਕ ਹੈ, ਕੋਈ ਐਸਾ ਐਕਟ ਕਰੇ, ਤੇ whoever destroys damages any place of worship,
जब ਉਹ ਪਲੇਸ ਦੇ ਉੱਪਰ ਕੋਈ ਤੋੜ ਭੰਨ ਕਰੇ, ਕੋਈ ਧਾਰਮਿਕ ਸਥਾਨ ਦੇ ਉੱਪਰ ਕੋਈ ਤੋੜ ਭੰਨ ਕਰੇ, ਕੋਈ ਡਿਸਟਰੋਏ ਕਰੇ ਉਸਨੂੰ, ਠੀਕ ਹੈ, ਇਨਸਲਟਿੰਗ ਕਰਨ ਦੀ ਖਾਤਰ, ਰਿਲੀਜੀਅਸ ਉਸ ਧਰਮ ਨੂੰ, ਧਰਮ ਦੀ ਇੱਕ ਕਲਾਸ ਆਫ ਪਰਸਨ ਦੇ ਕਿਸੇ ਧਰਮ ਨੂੰ ਨੁਕਸਾਨ ਪਹੁੰਚਾਉਣ ਦੀ ਖਾਤਰ, ਬੇਇੱਜ਼ਤੀ ਕਰਨ ਦੀ ਖਾਤਰ, ਠੀਕ ਹੈ, ਕੋਈ ਐਸਾ ਕੋਈ ਐਕਟ ਕਰੇ ਤਾਂ ਉਸ ਜਿਹੜਾ ਵਿਅਕਤੀ ਹੈਗਾ ਕੋਈ ਐਸਾ ਧਰਮ ਦੇ ਖਿਲਾਫ ਕੋਈ ਕਾਰਵਾਈ ਕਰਦਾ ਹੈਗਾ, ਉਹਨੂੰ 2 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ, ਔਰ ਫਾਈਨ ਵੀ ਹੋ ਸਕਦਾ ਹੈ, ਤੇ ਦੋਨੋਂ ਵੀ ਹੋ ਸਕਦੇ ਹੈਗੇ ਆ। ਨੈਕਸਟ ਹੈ 295A, deliberately and malicious acts intended to outrage religious feelings of any class by insulting its religion or religious beliefs। ਕੋਈ ਧਾਰਮਿਕ ਲੋਕ ਹੈਗੇ, ਉਹਨਾਂ ਦੀਆਂ ਭਾਵਨਾਵਾਂ ਦੇ ਨਾਲ ਕੋਈ ਖੇਡੇ, ਠੀਕ ਹੈ, ਉਹਨਾਂ ਦੀ ਭਾਵਨਾਵਾਂ ਨਾਲ, ਉਹਨਾਂ ਦੀ ਭਾਵਨਾ ਦੇ ਨਾਲ ਖੇਡੇ, ਉਹਨਾਂ ਦੇ ਧਰਮ ਦੇ ਨਾਲ ਕੋਈ ਐਸਾ ਐਕਟ ਕਰੇ ਜਿਹਦੇ ਨਾਲ ਉਹਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੇ, ਠੀਕ ਹੈ, ਤਾਂ ਉਸ ਵਿਅਕਤੀ ਨੂੰ ਕੀ ਹੈਗਾ, ਕੋਈ ਵਰਡ ਬੋਲ ਕੇ ਜਾਂ ਲਿਖ ਕੇ ਕੋਈ ਕਾਰਵਾਈ ਕਰੇ ਇਦਾਂ ਦੀ, ਤਾਂ ਉਸ ਕੇਸ ਦੇ ਵਿੱਚ ਜਿਹੜੀ ਸਜ਼ਾ ਹੈਗੀ ਹੈ 3 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ ਉਸ ਵਿਅਕਤੀ ਨੂੰ, ਜਿਹੜਾ ਦੂਸਰੇ ਧਰਮ ਦੇ ਖਿਲਾਫ ਕੋਈ ਵਰਡ ਬੋਲ ਕੇ, ਸਪੋਕਨ ਕਰਕੇ ਜਾਂ ਰਿਟਨ ਕਰਕੇ। ਨੈਕਸਟ ਹੈ 296, ਡਿਸਟਰਬਿੰਗ ਰਿਲੀਜੀਅਸ ਅਸੈਂਬਲੀ। ਕੋਈ ਧਾਰਮਿਕ ਅਸੈਂਬਲੀ ਇਕੱਠੀ ਹੋਈ ਵੀ ਹੈ, ਕੋਈ ਸਭਾ ਇਕੱਠੀ ਹੋਈ ਵੀ ਹੈ, ਉਹਨੂੰ ਕੋਈ ਡਿਸਟਰਬ ਕਰੇ ਤਾਂ ਉਹਦੇ ਵਿੱਚ ਕੀ ਹੈਗਾ 1 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ, ਤੇ ਫਾਈਨ ਵੀ ਹੋ ਸਕਦਾ ਹੈ, ਤੇ ਦੋਨੋਂ ਵੀ ਹੋ ਸਕਦੇ ਹੈ। ਟ੍ਰੈਸਪਾਸ ਔਨ ਬਰੀਅਲ ਪਲੇਸਸ। ਟ੍ਰੈਸਪਾਸ ਕਰੇ ਬਰੀਅਲ ਪਲੇਸ ਜਿਹੜਾ ਹੁੰਦਾ ਹੈ ਜਿੱਥੇ ਮਤਲਬ ਕਿ ਮੁਰਦਿਆਂ ਨੂੰ ਜਲਾਇਆ ਜਾਂਦਾ ਹੈ, ਦਬਾਇਆ ਜਾਂਦਾ ਹੈ, ਉਸ ਜਗ੍ਹਾ ਦੇ ਉੱਪਰ ਕੋਈ ਜਾਣਬੁੱਝ ਕੇ ਧੱਕੇ ਦੇ ਨਾਲ ਕੋਈ ਐਂਟਰੀ ਕਰੇ ਜਿੱਥੇ ਕਿ ਉਹਨਾਂ ਦਾ ਐਂਟਰੀ ਕਰਨਾ ਅਲਾਉ ਨਾ ਹੋਵੇ, ਠੀਕ ਹੈ, ਅਜਿਹੇ ਕੇਸ ਦੇ ਵਿੱਚ ਜਿਹੜੀ ਹੈਗੀ ਹੈ ਸਜ਼ਾ 1 ਸਾਲ ਤੱਕ ਦੀ ਹੋ ਸਕਦੀ ਹੈ, ਤੇ ਜੁਰਮਾਨਾ ਵੀ ਹੋ ਸਕਦਾ ਹੈ। ਫਿਰ ਹੈਗਾ 298, ਅਟਰਿੰਗ ਵਰਡਸ ਐਕਸਾ ਵਿਦ ਡੈਲੀਬਰੇਟ ਇੰਟੈਂਟ ਟੂ ਬਾਉਂਡ ਦਾ ਰਿਲੀਜੀਅਸ ਫੀਲਿੰਗਸ ਆਫ ਐਨੀ ਪਰਸਨ। ਕਿਸੇ ਹੋਰ ਦੂਜੇ ਵਿਅਕਤੀ ਦੀਆਂ ਜਿਹੜੀਆਂ ਭਾਵਨਾਵਾਂ ਹੈਗੀਆਂ ਨੇ, ਉਹਨੂੰ ਧਾਰਮਿਕ ਭਾਵਨਾਵਾਂ ਨੂੰ ਨੁਕਸਾਨ ਪਹੁੰਚਾਉਣ ਦੀ ਖਾਤਰ ਕੋਈ ਵਿਅਕਤੀ ਕੋਈ ਐਸੇ ਵਰਡ ਬੋਲੇ, ਠੀਕ ਹੈ, ਤਾਂ ਉਸ ਵਿਅਕਤੀ ਨੂੰ ਜਿਹੜੀ ਸਜ਼ਾ ਹੈਗੀ ਹੈ ਉਹ ਵੀ ਹੈਗੀ ਹੈ 1 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ। ਇਹਦੇ ਨਾਲ ਹੀ ਜਿਹੜਾ ਹੈਗਾ ਆਪਾਂ ਜਿਹੜਾ ਅੱਜ ਦਾ ਚੈਪਟਰ ਹੈਗਾ, ਅੱਜ ਦਾ ਲੈਕਚਰ ਇੱਥੇ ਖਤਮ ਕਰਾਂਗੇ। ਲੈਕਚਰ ਖਤਮ ਕਰਨ ਤੋਂ ਪਹਿਲਾਂ ਕਿਸੇ ਦਾ ਕੋਈ ਕੁਐਸਚਨ ਹੈ ਉਹ ਕਰ ਸਕਦਾ ਹੈ। ਕੱਲ ਅਸੀਂ ਸਟੱਡੀ ਕਰਾਂਗੇ ਪੇਪਰ ਨੰਬਰ 6 ਸਿਵਲ ਪ੍ਰੋਸੀਜਰ ਕੋਡ। ਕੁਝ ਵਿਅਕਤੀਆਂ ਦੇ ਨੋਟ ਸੀਗੇ, ਮੈਸੇਜ ਆਏ ਸੀ ਵੀ ਜਿਹੜਾ 6 ਨੰਬਰ ਪੇਪਰ ਹੈਗਾ ਇਹਨੂੰ ਥੋੜ੍ਹਾ ਸਮਾਂ ਵੱਧ ਦਿੱਤਾ ਜਾਵੇ। ਤੁਸੀਂ ਦੇਖ ਰਹੇ ਹੋ ਆਪਣਾ ਜਿਹੜਾ ਇਹ ਪੇਪਰ ਨੰਬਰ 1 ਹੈਗਾ, ਠੀਕ ਹੈ, ਇਟ ਇਜ਼ ਲਾਈਕਲੀ ਟੂ ਫਿਨਿਸ਼। ਥੋੜ੍ਹਾ ਰਹਿ ਗਿਆ ਹੈ ਪੇਪਰ, ਇਹਦੇ ਜਿਹੜੇ ਸਾਰੇ ਐਕਟ ਆਪਾਂ, ਲੈਂਡ ਰੈਵਨਿਊ ਐਕਟ ਖਤਮ ਹੋ ਗਿਆ, ਲੈਂਡ ਰੈਵਨਿਊ ਰੂਲਸ ਖਤਮ ਹੋ ਗਏ, ਸਟੈਂਡਿੰਗ ਆਰਡਰ ਆਲਮੋਸਟ ਖਤਮ ਹੁੰਦੇ ਜਾ ਰਹੇ ਨੇ, ਠੀਕ ਹੈ, ਤੇ ਲੈਂਡ ਰੈਵਨਿਊ ਇਹਦੇ ਨਾਲ ਹੀ ਜਿਹੜਾ ਹੈਗਾ ਆਪਾਂ ਜਿਉਂ ਹੀ ਇਹ ਪੇਪਰ ਖਤਮ ਹੁੰਦਾ ਆਪਾਂ 6 ਨੰਬਰ ਦਾ ਪੇਪਰ ਦਾ ਤੇ 2 ਨੰਬਰ ਪੇਪਰ ਦਾ, ਤੇ ਫਿਰ ਜਿਹੜਾ ਸਾਡਾ ਜਿਹੜਾ 4 ਨੰਬਰ ਪੇਪਰ ਹੈ ਇਹ ਵੀ ਲਗਭਗ ਨੇੜੇ ਲੱਗਿਆ ਹੋਇਆ ਹੈਗਾ। ਫਿਰ ਅਸੀਂ ਪੇਪਰ ਨੰਬਰ 2 ਤੇ ਪੇਪਰ ਨੰਬਰ 6 ਦੇ ਉੱਪਰ ਜਿਹੜਾ ਸਮਾਂ ਹੈਗਾ ਉਹ ਦੇਵਾਂਗੇ, ਠੀਕ ਹੈ ਜੀ। ਕਿਸ ਦਾ ਕੋਈ ਕੁਐਸਚਨ ਹੈ ਹੋਰ ਕਰ ਸਕਦਾ ਹੈ ਜੀ। ਮੇਰੀ ਆਵਾਜ਼ ਆ ਰਹੀ ਹੈ ਜੀ ਕਿ ਨਹੀਂ? ਓਕੇ ਓਕੇ, ਮੈਂ ਕਿਹਾ ਕਿਤੇ ਆਵਾਜ਼ ਨਾ ਜਾ ਰਹੀ ਹੋਵੇ। ਠੀਕ ਹੈ ਜੀ, ਕਿਸੇ ਦਾ ਕੋਈ ਕੁਐਸਚਨ ਨਹੀਂ ਹੈਗਾ ਤੇ ਫਿਰ ਆਪਾਂ ਅੱਜ ਦੀ ਕਲਾਸ ਜਿਹੜੀ ਹੈਗੀ ਹੈ ਖਤਮ ਕਰਦੇ ਹਾਂ। Okay, fine. Class is over. Thank you very much.